ਹੈਲੋ एवरीवन ਗਿਲਸ ਮੈਂਟੋਰ ਦੇ ਓਫੀਸ਼ੀਅਲ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ। ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਦੇ ਅਕਾਊਂਟਸ ਦਾ ਲੈਕਚਰ ਅੱਜ ਅਸੀਂ 22ਵਾਂ ਦੇਖਣ ਲੱਗੇ ਹਾਂ। ਅੱਜ ਮੈਂ ਤੁਹਾਨੂੰ ਫਾਈਨਲ ਅਕਾਊਂਟਸ ਕਰਾਵਾਂਗਾ। ਆਪਣੀ ਜਿਹੜੀ ਹੁਣ ਤੱਕ ਜਿੰਨਾ ਵੀ ਕੀਤਾ ਉਹਦੀ ਇੱਕ ਲਾਸਟ ਸਟੈਪ ਤੇ ਆ ਗਏ ਆਪਾਂ। ਮਤਲਬ ਕਿ ਜੋ ਹੁਣ ਤੱਕ ਕੀਤਾ ਆਪਾਂ ਨੇ ਜਿਹੜੀ ਜਨਰਲ ਐਂਟਰੀਆਂ ਕੀਤੀਆਂ, ਠੀਕ ਹੈ, ਕੈਸ਼ ਬੁੱਕ ਕੀਤਾ, ਠੀਕ ਹੈ, ਬਿਲਸ ਪੇਬਲ ਕੀਤਾ, ਜਨਰਲ ਤੋਂ ਬਾਅਦ ਲੈਜਰ ਵੀ ਕੀਤੇ ਆਪਾਂ ਨੇ, ਠੀਕ ਹੈ, ਟਰਾਇਲ ਬੈਲੈਂਸ ਵੀ ਕੀਤਾ, ਠੀਕ ਹੈ। ਹੁਣ ਆਪਾਂ ਲਾਸਟ ਵਿੱਚ ਆ ਗਿਆ ਕੀ ਬਣਾਉਣ ਲੱਗੇ ਹਾਂ, ਫਾਈਨਲ ਅਕਾਊਂਟਸ। ਫਾਈਨਲ ਅਕਾਊਂਟਸ ਕੀ ਹੋਏਗਾ, ਸਾਡੇ ਜਨਰਲ ਐਂਟਰੀਆਂ ਦਾ, ਠੀਕ ਹੈ, ਜਨਰਲ ਐਂਟਰੀਆਂ ਦਾ, ਸਾਡੇ ਲੈਜਰ ਦਾ ਅਤੇ ਟਰਾਇਲ ਬੈਲੈਂਸ ਜਿਹੜਾ ਇਹਨਾਂ ਦਾ ਬੈਲੈਂਸ ਜਾ ਰਿਹਾ, ਜਿਹੜਾ ਟਰਾਇਲ ਬੈਲੈਂਸ ਆ ਉਹਦੀ ਸਮਰੀ ਫਾਈਨਲ ਅਕਾਊਂਟ 'ਚ ਸ਼ੋਅ ਕਰਦੇ ਹਾਂ ਆਪਾਂ, ਠੀਕ ਹੈ। ਫਾਈਨਲ ਅਕਾਊਂਟ 'ਚ ਸ਼ੋਅ ਕਰਦੇ ਹਾਂ। ਇਹ ਫਸਟ ਪਾਰਟ ਹੈ ਅਤੇ ਇੱਕ ਆਏਗਾ ਸੈਕਿੰਡ ਪਾਰਟ। ਫਸਟ ਪਾਰਟ 'ਚ ਮੈਂ ਤੁਹਾਨੂੰ ਪੂਰੀ ਇੰਟਰੋਡਕਸ਼ਨ, ਇੱਕ ਪੂਰਾ ਓਵਰਵਿਊ ਦੇਵਾਂਗਾ ਇਸ ਵਿੱਚ ਕੀ ਹੁੰਦਾ, ਕਿਸ ਤਰ੍ਹਾਂ ਫਾਈਨਲ ਅਕਾਊਂਟਸ ਬਣਦੇ ਨੇ, ਕਿਹੜੇ ਟਰਮਸ ਯੂਜ਼ ਹੁੰਦੇ ਨੇ, ਕਿਹੜੀ ਚੀਜ਼ ਐਕਸਪੈਂਸਿਸ ਕਹਾਈ ਜਾਏਗੀ, ਕਿਹੜੀ ਚੀਜ਼ ਮੈਨੂਫੈਕਚਰਿੰਗ ਐਕਸਪੈਂਸਿਸ ਕਹਾਈ ਜਾਏਗੀ, ਠੀਕ ਹੈ ਨਾ ਫਰੈਂਡਸ। ਤਾਂ ਕਿ ਜਿਹੜਾ ਮੈਂ ਸੈਕਿੰਡ ਪਾਰਟ ਲਿਆਵਾਂ ਉਸ ਵਿੱਚ ਜਿਹੜਾ ਮੈਂ ਤੁਹਾਨੂੰ ਪੂਰਾ ਜਨਰਲ ਤੋਂ ਲੈ ਕੇ ਫਾਈਨਲ ਅਕਾਊਂਟਸ ਦਾ ਕਰਕੇ ਦਿਖਾਵਾਂ ਤਾਂ ਤੁਹਾਨੂੰ ਸਮਝ ਆ ਜਾਵੇ ਕਿ ਫਾਈਨਲ ਅਕਾਊਂਟਸ ਵਿੱਚ ਇਹ ਚੀਜ਼ ਕਰਕੇ ਇਸ ਸਾਈਡ ਪੈ ਰਹੀ ਹੈ, ਠੀਕ ਹੈ ਨਾ। ਉਹ ਮੈਂ ਉਸ ਸਟੈਪ ਤੋਂ ਪਹਿਲਾਂ ਮੈਂ ਇਹ ਸਟੈਪ ਪੂਰਾ ਕਲੀਅਰ ਕਰਨਾ ਚਾਹੁੰਦਾ ਤਾਂ ਕਿ ਜੇ ਤੁਹਾਨੂੰ ਫਾਈਨਲ ਅਕਾਊਂਟ ਸਮਝ ਆ ਗਿਆ ਤਾਂ ਤੁਹਾਡੇ ਕੋਲ ਜਿਹੜਾ ਮੇਰਾ ਸੈਕਿੰਡ ਲੈਕਚਰ ਆਏਗਾ ਕੱਲ੍ਹ ਤਾਂ ਉਹ ਤੁਹਾਨੂੰ ਆਸਾਨੀ ਰਹੇਗੀ, ਠੀਕ ਹੈ ਫਰੈਂਡਸ। ਤਾਂ ਲੈਕਚਰ ਸਟਾਰਟ ਕਰਨ ਤੋਂ ਪਹਿਲਾਂ ਪੰਜਾਬ ਪਟਵਾਰੀ ਐਗਜ਼ਾਮੀਨੇਸ਼ਨ ਲਈ ਤੁਹਾਨੂੰ ਮੌਕ ਟੈਸਟ ਪ੍ਰੋਵਾਈਡ ਕੀਤੇ ਜਾ ਰਹੇ ਨੇ, ਈ ਬੁੱਕਸ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ, ਸੈਕਸ਼ਨਲ ਟੈਸਟਸ ਪ੍ਰੋਵਾਈਡ ਕੀਤੇ ਜਾ ਰਹੇ ਨੇ। ਜਿਹੜੇ ਬੱਚੇ ਖਰੀਦਣਾ ਚਾਹੁੰਦੇ ਹਨ ਉਹ www.gilsmentortest.com ਤੋਂ ਜਾ ਕੇ ਖਰੀਦ ਸਕਦੇ ਹਨ ਅਤੇ ਆਪਣੀ ਤਿਆਰੀ ਨੂੰ ਹੋਰ ਪੱਕਾ ਕਰ ਸਕਦੇ ਹਨ। ਤੁਹਾਨੂੰ ਮੈਂ ਜਦੋਂ ਸ਼ੁਰੂਆਤ ਹੋਈ ਸੀ ਇੱਕ ਅਕਾਊਂਟਿੰਗ ਸਾਈਕਲ ਕਰਾਇਆ ਸੀ, ਉਹ 'ਚ ਤੁਹਾਨੂੰ ਮੈਂ ਦੱਸਿਆ ਸੀ ਨਾ ਕਿ ਪਹਿਲੇ ਆਪਾਂ ਓਰੀਜਨਲ ਐਂਟਰੀਜ਼ ਬਣਾਵਾਂਗੇ ਯਾਨੀ ਕਿ ਜਰਨਲ ਬਣਾਵਾਂਗੇ, ਠੀਕ ਹੈ। ਐਕਚੁਅਲ 'ਚ ਇਹੀ ਸਟੈਪ ਹੁੰਦੇ ਆ, ਠੀਕ ਹੈ। ਫਿਰ ਲੈਜਰ ਬਣਾਵਾਂਗੇ ਆਪਾਂ। ਜਰਨਲ ਦੇ ਜਿੰਨੇ ਵੀ ਅਕਾਊਂਟ ਹੈ, ਲੈਜਰ ਕੀ ਹੁੰਦਾ, ਵੇਰੀਅਸ ਅਕਾਊਂਟਸ ਹੁੰਦੇ ਆ ਉਸ ਵਿੱਚ ਹਰੇਕ ਤਰ੍ਹਾਂ ਦੇ। ਜੋ ਜਰਨਲ 'ਚ ਐਂਟਰੀਆਂ ਕੀਤੀਆਂ, ਜੋ ਚੀਜ਼ ਉੱਪਰ ਡੈਬਿਟ ਕੀਤੀ ਹੈ ਥੱਲੇ ਕ੍ਰੈਡਿਟ ਕੀਤੀ ਹੈ, ਪਰਟੀਕੂਲਰ ਸਾਰੇ ਅਕਾਊਂਟਸ ਬਣਦੇ ਆ, ਉਹ ਸਾਰੇ ਲੈਜਰ 'ਚ ਬਣਨਗੇ। ਲੈਜਰ 'ਚ ਬਣਨ ਤੋਂ ਬਾਅਦ ਉਹਨਾਂ ਦੇ ਜਿਹੜੇ ਬੈਲੈਂਸ ਹੈ ਟਰਾਇਲ ਬੈਲੈਂਸ ਵਿੱਚ ਟ੍ਰਾਂਸਫਰ ਹੋਣਗੇ। ਟਰਾਇਲ ਬੈਲੈਂਸ ਕੀ ਕਰਦਾ ਹੈ, ਐਕੂਰੇਸੀ ਚੈੱਕ ਕਰਦਾ ਹੈ ਲੈਜਰ ਦੀ ਅਤੇ ਜਰਨਲ ਦੀ। ਫਿਰ ਆਪਾਂ ਟਰਾਇਲ ਬੈਲੈਂਸ ਤੋਂ ਫਾਈਨਲ ਅਕਾਊਂਟਸ ਬਣਾਵਾਂਗੇ। ਅੱਜ ਸਾਡਾ ਲਾਸਟ ਸਟੈਪ ਹੈ ਕਿ ਅਸੀਂ ਫਾਈਨਲ ਅਕਾਊਂਟਸ ਬਣਾਉਣ ਲੱਗੇ ਹਾਂ, ਠੀਕ ਹੈ। ਫਾਈਨਲ ਅਕਾਊਂਟਸ ਵਿੱਚ ਸਾਰੀ ਸਮਰੀ ਹੋਏਗੀ ਜਿੰਨਾ ਵੀ ਆਪਾਂ ਹੁਣ ਕੁਝ ਕਰਕੇ ਆਏ ਹਾਂ। ਆਪਾਂ ਫਾਈਨਲ ਅਕਾਊਂਟਸ ਕਿਉਂ ਬਣਾ ਰਹੇ ਹਾਂ, ਇਸ ਦਾ ਕਾਰਨ ਜਾਣਨਾ ਜ਼ਰੂਰੀ ਹੈ। ਪਹਿਲੇ ਆਪਾਂ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਫਾਈਨਲ ਅਕਾਊਂਟਸ ਗਿਵਸ ਐਨ ਆਈਡੀਆ ਅਬਾਊਟ ਦੀ ਪ੍ਰੋਫਿਟੇਬਿਲਿਟੀ ਐਂਡ ਦੀ ਫਾਈਨੈਂਸ਼ੀਅਲ ਪੋਜੀਸ਼ਨ ਆਫ ਦੀ ਬਿਜ਼ਨਸ ਟੂ ਇਟਸ ਮੈਨੇਜਮੈਂਟ, ਓਨਰਸ ਐਂਡ ਦੀ ਅਦਰ ਇੰਟਰਸਟ ਪਾਰਟੀਜ਼। ਇਟ ਇਜ਼ ਦਾ ਕੰਬੀਨੇਸ਼ਨ। ਅੱਗੇ ਆਪਾਂ ਬਾਅਦ 'ਚ ਪੜ੍ਹਾਂਗੇ, ਪਹਿਲੇ ਸਮਝ ਲੈਂਦੇ ਹਾਂ। ਮੈਂ ਐਗਜ਼ਾਮਪਲ ਲੈ ਕੇ ਚੱਲਦਾ। ਤੁਸੀਂ ਮੇਰੀ ਮੰਨ ਕੇ ਚੱਲੋ ਕੋਈ ਬੱਚਾ ਹੈ, ਠੀਕ ਹੈ, ਕਿਸੇ ਵੀ ਸਟੈਂਡਰਡ ਹੈ, ਕਿਸੇ ਕਲਾਸ ਕੋਈ ਵੀ ਸਟੈਂਡਰਡ ਕਲਾਸਿਸ ਵਿੱਚ ਹੈ, ਠੀਕ ਹੈ। ਅਤੇ ਜੇ ਉਹ ਬੱਚਾ ਸਾਰਾ ਸਾਲ ਪੜ੍ਹ ਰਿਹਾ ਅਤੇ ਲਾਸਟ ਵਿੱਚ ਉਹਨੇ ਐਗਜ਼ਾਮ ਦੇਣਾ, ਜੇ ਉਹ ਐਗਜ਼ਾਮ ਨਾ ਦੇਵੇ ਤਾਂ ਉਹਨੂੰ ਆਪਣੀ ਸਟਰੈਂਥ ਕਿਵੇਂ ਪਤਾ ਲੱਗੇਗੀ। ਉਹਨੇ ਕਿਵੇਂ ਪਤਾ ਲੱਗੇਗਾ ਜਿਹੜਾ ਮੈਂ ਸਾਰਾ ਸਾਲ ਪੜ੍ਹਿਆ ਕਿ ਉਹ ਮੇਰੇ ਲਈ ਫਾਇਦੇਮੰਦ ਰਿਹਾ ਵੀ ਹੈ ਨਹੀਂ ਰਿਹਾ। ਉਹਦੇ ਮਾਰਕਸ ਤੋਂ ਹੀ ਪਤਾ ਲੱਗੇਗਾ ਨਾ। ਐਕਚੁਅਲੀ ਸਾਨੂੰ ਕੀ ਪਤਾ ਲੱਗਣਾ ਉਹਦੇ ਮਾਰਕਸ। ਤਾਂ ਇਸੇ ਤਰ੍ਹਾਂ ਬਿਜ਼ਨਸ ਕੀ ਹੈ, ਬਿਜ਼ਨਸ ਦਾ ਜੇ ਪ੍ਰੋਫਿਟ ਹੈ ਤਾਂ ਉਹ ਬਿਜ਼ਨਸ ਹੈ, ਅੱਛਾ ਬਿਜ਼ਨਸ ਹੈ। ਪ੍ਰੋਫਿਟ ਨਹੀਂ ਹੈ ਤਾਂ ਬਿਜ਼ਨਸ ਨਹੀਂ ਹੈ। ਸਿੰਪਲ ਜਿਹੇ ਟਰਮ 'ਚ ਕਹਾਂ, ਠੀਕ ਹੈ ਨਾ। ਪ੍ਰੋਫਿਟ ਦੇਖਣਾ ਉਹਦਾ, ਕੋਈ ਵੀ ਚੀਜ਼ ਵਾਧੇ 'ਚ ਜਾ ਰਹੀ ਹੈ ਕਿਸੇ ਬਿਜ਼ਨਸ ਦੀ, ਅਸੀਂ ਕਹਾਂਗੇ ਯਾਰ ਇਹ ਬੰਦਾ ਬਿਜ਼ਨਸ ਬੜਾ ਵਧੀਆ ਕਰਦਾ। ਕਿਸ ਬਿਹਾਵ 'ਤੇ ਕਹਿ ਰਹੇ ਹਾਂ ਆਪਾਂ, ਪ੍ਰੋਫਿਟ ਦੇ ਬਿਹਾਵ 'ਤੇ ਕਹਿ ਰਹੇ ਹਾਂ। ਸਾਨੂੰ ਪ੍ਰੋਫਿਟ ਪਤਾ ਕਰਨਾ ਆਪਾਂ ਨੇ। ਪ੍ਰੋਫਿਟ ਕਿਵੇਂ ਪਤਾ ਲੱਗੇਗਾ, ਜੇ ਆਪਾਂ ਅਕਾਊਂਟਸ ਬਣਾਵਾਂਗੇ। ਜਿਹੜੇ ਦਿਨਚਰਿਆਂ ਦਾ ਕੰਮ ਹੈ ਸਾਰਾ, ਜਿੰਨੀਆਂ ਟ੍ਰਾਂਜੈਕਸ਼ਨ ਹੋ ਰਹੀਆਂ ਉਸ ਦੇ ਨੂੰ ਆਪਾਂ ਲੈਜਰ 'ਚ ਪੋਸਟ ਕਰਾਂਗੇ। ਲੈਜਰ ਤੋਂ ਆਪਾਂ ਟਰਾਇਲ ਬੈਲੈਂਸ ਬਣਾਵਾਂਗੇ, ਠੀਕ ਹੈ ਨਾ। ਟਰਾਇਲ ਬੈਲੈਂਸ ਤੋਂ ਆਪਾਂ ਫਾਈਨਲ ਅਕਾਊਂਟਸ ਬਣਾਵਾਂਗੇ, ਠੀਕ ਹੈ। ਫਾਈਨਲ ਅਕਾਊਂਟਸ ਹੀ ਆਪਾਂ ਕਿਉਂ ਅੱਗੇ ਦਿਖਾਉਂਦੇ ਹਾਂ, ਕਿਉਂਕਿ ਉਹ ਇੱਕ ਸਟੇਟਮੈਂਟ ਹੈ। ਉਹ ਸਟੇਟਮੈਂਟ ਇੱਕ ਐਸੀ ਸਟੇਟਮੈਂਟ ਹੈ ਜਿੱਥੇ ਸਾਰੇ ਕਿੱਥੇ ਯੂਜ਼ ਹੋਏਗੀ। ਤੁਸੀਂ ਕਿੱਥੋਂ ਲੋਨ ਲੈਣ ਜਾਣਾ ਬੈਂਕ ਕੋਲੋਂ, ਬੈਂਕ ਕਹੇਗਾ ਤੁਹਾਨੂੰ ਪਿਛਲੇ 3 ਸਾਲਾਂ ਦੀ ਮੈਨੂੰ ਪਿਛਲੇ 1 2 3 ਸਾਲਾਂ ਦੀ ਮੈਨੂੰ ਫਾਈਨਲ ਅਕਾਊਂਟਸ ਦਿਖਾਓ। ਫਾਈਨਲ ਅਕਾਊਂਟਸ 1 ਸਾਲ ਲਈ ਬਣਾਉਂਦੇ ਹਾਂ ਆਪਾਂ, ਪਰਟੀਕੂਲਰ 1 ਸਾਲ ਲਈ। ਫਿਰ ਦੂਜੇ ਸਾਲ ਲਈ ਦੂਜਾ ਫਾਈਨਲ ਅਕਾਊਂਟ ਬਣਦਾ, ਤੀਜੇ ਸਾਲ ਲਈ ਤੀਜਾ ਫਾਈਨਲ ਅਕਾਊਂਟਸ ਬਣਦਾ। ਉਹ 3 ਸਾਲਾਂ ਦੀ ਕਿਉਂ ਮੰਗਦਾ। ਜਿਹੜੇ ਉੱਚ ਕ੍ਰੈਡੀਟਰਸ ਹੁੰਦੇ ਨੇ ਉਹ ਇਹ ਦੇਖਦਾ ਕਿ ਜਿਹੜੇ ਤੁਹਾਡੇ ਕ੍ਰੈਡੀਟਰ ਨੇ ਉਹਨਾਂ ਦੀ ਤੁਸੀਂ ਪੇਮੈਂਟ ਕਰ ਰਹੇ ਹੋ। ਕ੍ਰੈਡੀਟਰ ਕੌਣ ਹੁੰਦੇ ਨੇ, ਜਿਹੜੇ ਬੈਂਕ ਨੇ। ਇਹ ਕਿਉਂ ਪੁੱਛਦੇ ਨੇ ਕਿ ਜੇ ਤੁਹਾਡੇ ਕ੍ਰੈਡੀਟਰ ਦੀ ਪੇਮੈਂਟ ਹੋ ਰਹੀ ਹੈ ਜਾਂ ਨਹੀਂ ਹੋ ਰਹੀ, ਕਿਉਂਕਿ ਉਹ ਜਾਣਨਾ ਚਾਹੁੰਦੇ ਨੇ ਕਿ ਤੁਸੀਂ ਜੇ ਉਹਨਾਂ ਦੀ ਪੇਮੈਂਟ ਕਰ ਰਹੇ ਹੋ ਇਸਦਾ ਮਤਲਬ ਜੇ ਤੁਸੀਂ ਸਾਡੇ ਤੋਂ ਲੋਨ ਲਵੋਗੇ ਤਾਂ ਸਾਡੀ ਪੇਮੈਂਟ ਵੀ ਅੱਛੀ ਤੁਸੀਂ ਕਰੋਗੇ। ਕ੍ਰੈਡੀਟਰ ਜਿਹੜੇ ਮੈਂ ਤੁਹਾਨੂੰ ਦੱਸਿਆ ਹੀ ਸੀ ਕਿ ਜਿਨ੍ਹਾਂ ਨੂੰ ਅਸੀਂ ਪੇਮੈਂਟ ਕਰਨੀ ਹੈ। ਡੈਟਰਸ ਕੌਣ ਹੁੰਦੇ, ਜਿਨ੍ਹਾਂ ਤੋਂ ਅਸੀਂ ਪੇਮੈਂਟ ਲੈਣੀ ਹੈ, ਠੀਕ ਹੈ ਨਾ। ਜੇ ਉਹ ਦੇਖਣਗੇ ਜੇ ਤੁਹਾਡੀ ਲਿਕੁਇਡਿਟੀ ਅੱਛੀ ਹੈ ਤਾਂ ਉਹ ਤੁਹਾਨੂੰ
ਲੋਨ ਦੇਣ 'ਚ ਤੁਹਾਡੀ ਕੋਈ ਪ੍ਰੋਬਲਮ ਨਹੀਂ ਆਏਗੀ, ਠੀਕ ਹੈ ਨਾ। ਤਾਂ ਇੱਕ ਫਾਈਨਲ ਅਕਾਊਂਟ ਐਸੀ ਚੀਜ਼ ਹੈ ਕਿ ਤੁਹਾਨੂੰ ਤੁਹਾਡੇ ਸਾਹਮਣੇ ਇੱਕ ਬਿਜ਼ਨਸ ਦਾ ਪੂਰਾ ਚਿੱਠਾ ਖੋਲ੍ਹ ਕੇ ਰੱਖ ਦਿੰਦਾ ਕਿ ਤੁਹਾਡਾ ਬਿਜ਼ਨਸ ਪ੍ਰੋਫਿਟ 'ਚ ਜਾ ਰਿਹਾ ਸੀ ਜਾਂ ਲੋਸ 'ਚ ਜਾ ਰਿਹਾ ਸੀ, ਠੀਕ ਹੈ। ਇੱਕ ਤਾਂ ਸਾਨੂੰ ਇਹ ਪਤਾ ਲੱਗਦਾ ਹੈ। ਦੂਜਾ ਕੀ ਪਤਾ ਲੱਗਦਾ ਹੈ, ਸਾਡੇ ਕੋਲ ਬਿਜ਼ਨਸ ਚਲਾਉਣ ਲਈ ਕਿਹੜੇ ਕਿਹੜੇ ਐਸੈਟਸ ਹੈ। ਸਾਨੂੰ ਇਹ ਪਤਾ ਲੱਗਦਾ ਸਾਡੇ ਕੋਲ ਮਸ਼ੀਨਰੀ ਕਿੰਨੀ ਹੈ, ਸਾਡੇ ਕੋਲ ਕੈਸ਼ ਕਿੰਨਾ ਹੈ, ਸਾਡੇ ਕੋਲ ਬੈਂਕ ਬੈਲੈਂਸ ਕਿੰਨਾ ਹੈ, ਸਾਡੇ ਕੋਲ ਜ਼ਮੀਨਾਂ ਕਿੰਨੀਆਂ ਆਪਣੇ ਬਿਜ਼ਨਸ ਨੂੰ ਚਲਾਉਣ ਲਈ, ਕਿੰਨੀ ਜ਼ਮੀਨ ਆਪਣੇ ਕੋਲ, ਠੀਕ ਹੈ। ਗੁਡਸ ਕਿੰਨੇ ਹੈ, ਕਿੰਨਾ ਮਾਲ ਬੱਚੇ ਆਪਣੇ 1 ਸਾਲ ਦਾ, ਠੀਕ ਹੈ ਨਾ, ਉਹ ਆਪਾਂ ਦੇਖਦੇ ਹਾਂ, ਠੀਕ ਹੈ ਨਾ ਫਰੈਂਡਸ। ਉਹਨੂੰ ਦੇਖਣ ਨੂੰ ਵੀ ਤਾਂ ਆਪਾਂ ਬਿਜ਼ਨਸ ਸਟਾਰਟ ਕਰਦੇ ਹਾਂ ਨਾ, ਫਾਈਨਲ ਅਕਾਊਂਟਸ ਬਣਾਉਂਦੇ ਹਾਂ, ਠੀਕ ਹੈ। ਪਹਿਲਾ ਕੰਮ ਹੈ ਪ੍ਰੋਫਿਟ ਦੇਖਣਾ। ਪ੍ਰੋਫਿਟ ਦੇ ਨਾਲ ਨਾਲ ਆਪਾਂ ਬਾਕੀ ਚੀਜ਼ਾਂ ਵੀ ਦੇਖਦੇ ਹਾਂ। ਇਹ ਬਾਕੀ ਚੀਜ਼ਾਂ ਅਸੀਂ ਤਾਂ ਹੀ ਦੇਖ ਪਾਵਾਂਗੇ ਜੇ ਅਸੀਂ ਫਾਈਨਲ ਅਕਾਊਂਟ ਬਣਾਵਾਂਗੇ। ਫਾਈਨਲ ਕੀ ਹੋ ਗਿਆ, ਸਮਰੀ ਹੋਊਗੀ, ਪੂਰੇ ਸਾਲ ਦਾ ਜੋ ਕੀਤਾ ਉਹਦੀ ਸਮਰੀ ਹੋਊਗੀ, ਠੀਕ ਹੈ। ਜਿਵੇਂ ਇੱਕ ਬੱਚਾ ਹੈ, ਬੱਚੇ ਨੇ ਪੇਪਰ ਦਿੱਤਾ, ਜਿਹੜਾ ਉਹਦਾ ਰਿਪੋਰਟ ਕਾਰਡ ਆਇਆ ਉਹਦੀ ਸਮਰੀ ਹੋਊਗੀ ਕਿ ਇੰਨੇ ਬੱਚੇ ਦੇ ਇਸ ਮਾਰਕਸ 'ਚੋਂ ਇੰਨੇ ਮਾਰਕਸ ਆਏ ਨੇ, ਇਸ ਸਬਜੈਕਟ 'ਚੋਂ ਇੰਨੇ ਮਾਰਕਸ ਆਏ ਨੇ, ਇਸ ਸਬਜੈਕਟ 'ਚੋਂ ਇੰਨੇ ਮਾਰਕਸ ਆਏ ਨੇ। ਇਸੇ ਤਰ੍ਹਾਂ ਬਿਜ਼ਨਸ ਹੈ, ਐਸੈਟ ਦੀ ਵੈਲਿਊ ਉਹਦੀ ਇੰਨੀ ਹੈ, ਪ੍ਰੋਫਿਟ ਇੰਨਾ ਉਹਦਾ ਇੰਨਾ ਹੋਇਆ, ਕੈਸ਼ ਇੰਨਾ ਉਹਦਾ ਇੰਨਾ ਪਿਆ, ਠੀਕ ਹੈ। ਤਾਂ ਇਹ ਫਾਈਨਲ ਅਕਾਊਂਟਸ ਨੇ। ਫਾਈਨਲ ਅਕਾਊਂਟ ਮਤਲਬ ਬਿਜ਼ਨਸ ਦਾ ਪ੍ਰੋਫਿਟ ਦੇਖਣਾ। ਜੇ ਮੈਂ ਤੁਹਾਨੂੰ ਸਿੰਪਲ ਜਿਹੀ ਲੈਂਗੁਏਜ ਕਹਾਂ, ਇੱਕ ਉਹਦੀ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ। ਉਸ ਫਾਈਨਲ ਅਕਾਊਂਟਸ ਤੋਂ ਇਹ ਪਤਾ ਲੱਗ ਜਾਂਦਾ ਉਹ ਅਗਲੇ ਸਾਲ ਉਹ ਸਰਵਾਈਵ ਕਰੇਗਾ ਜਾਂ ਨਹੀਂ ਕਰੇਗਾ। ਜੇ ਉਹ ਲੋਸ 'ਚ ਜਾ ਰਿਹਾ ਤਾਂ ਸਰਵਾਈਵ ਨਹੀਂ ਕਰੇਗਾ ਨਾ ਅਗਲੇ ਸਾਲ। ਜੇ ਉਹਦੀ ਕੈਪੀਟਲ ਜਿਹੜੀ ਉਹਨੇ ਪੂੰਜੀ ਲਾਈ ਹੈ, ਉਹ ਜੇ ਉਹ ਘਟਦੀ ਜਾ ਰਹੀ ਹੈ, ਜਿੰਨੀ ਉਹਨੇ ਵੈਲਿਊ ਲਾਈ ਹੈ ਬਿਜ਼ਨਸ ਵਿੱਚ ਉਹ ਘਟਦੀ ਜਾ ਰਹੀ ਹੈ, ਉਹ ਸਰਵਾਈਵ ਨਹੀਂ ਕਰੇਗਾ। ਤਾਂ ਫਾਈਨੈਂਸ਼ੀਅਲ ਪੋਜੀਸ਼ਨ ਦੇਖਣ ਲਈ ਵੀ ਅਸੀਂ ਫਾਈਨਲ ਅਕਾਊਂਟਸ ਬਣਾਉਂਦੇ ਹਾਂ। ਫਾਈਨਲ ਅਕਾਊਂਟ ਕੁਛ ਨਹੀਂ ਹੈ, ਜੋ ਅਸੀਂ ਸਾਰਾ ਸਾਲ ਕੀਤਾ ਉਸ ਨੂੰ ਇੱਕ ਸਮਰਾਈਜ਼ ਕਰਕੇ ਆਪਾਂ ਦਿਖਾ ਦਿੰਦੇ ਹਾਂ, ਠੀਕ ਹੈ। ਆਪਾਂ ਕਿਵੇਂ ਦਿਖਾਉਂਦੇ ਹਾਂ ਉਹ ਆਪਾਂ ਅੱਗੇ ਗੱਲ ਕਰਾਂਗੇ, ਠੀਕ ਆ। ਹੁਣ ਆਪਾਂ ਉਹਦੀ ਕਲਾਸੀਫਿਕੇਸ਼ਨ ਦੇਖਣ ਲੱਗੇ ਹਾਂ। ਪਹਿਲਾ ਹੁੰਦਾ ਟਰੇਡਿੰਗ ਅਕਾਊਂਟ, ਦੂਜਾ ਹੁੰਦਾ ਪੀਐਲ ਅਕਾਊਂਟ, ਤੀਜਾ ਹੁੰਦਾ ਬੈਲੈਂਸ ਸ਼ੀਟ। ਟਰੇਡਿੰਗ ਅਕਾਊਂਟ ਆਪਾਂ ਕਿਹਨੂੰ ਕਹਾਂਗੇ, ਠੀਕ ਹੈ। ਟਰੇਡਿੰਗ ਅਕਾਊਂਟ ਆਪਾਂ ਕਿਹਨੂੰ ਕਹਾਂਗੇ, ਜੋ ਮੈਨੂਫੈਕਚਰਿੰਗ ਨਾਲ ਰਿਲੇਟਿਡ ਹੋ ਗਿਆ, ਠੀਕ ਹੈ। ਪਹਿਲੇ ਇੱਕ ਫੈਕਟਰੀ 'ਚ ਮਾਲ ਬਣੇਗਾ, ਠੀਕ ਹੈ ਨਾ। ਇੱਕ ਫੈਕਟਰੀ 'ਚ ਮਾਲ ਬਣਿਆ, ਬਿਜ਼ਨਸ ਹੈ, ਉਹ ਬਿਜ਼ਨਸ ਦਾ ਕੋਈ ਫੈਕਟਰੀ 'ਚ ਮਾਲ ਬਣ ਰਿਹਾ, ਠੀਕ ਹੈ। ਉਹਦੇ 2 ਤਰ੍ਹਾਂ ਦਾ ਕੰਮ ਹੋਏਗਾ। ਪਹਿਲੇ ਤਾਂ ਉਹ ਮਾਲ ਫੈਕਟਰੀ 'ਚ ਬਣਾਏਗਾ, ਠੀਕ ਹੈ। ਜੇ ਕੋਈ ਮੈਂ ਕਹਿਣਾ ਕੋਈ ਮੈਨੂਫੈਕਚਰਿੰਗ ਪਰਪਸ ਲਈ ਕਰ ਰਿਹਾ, ਜੇ ਕੋਈ ਮਾਲ ਬਣਾਉਂਦਾ ਵੀ ਹੈ ਫਿਰ ਅੱਗੋਂ ਵੇਚਦਾ ਵੀ ਹੈ, ਜਿਸਦਾ ਦੋਨੋਂ ਕੰਮ ਹੈ, ਮੈਂ ਉਹਨਾਂ ਨੂੰ ਲੈ ਕੇ ਚੱਲ ਰਿਹਾ। ਟਰੇਡਿੰਗ ਅਕਾਊਂਟ ਕੀ ਹੈ, ਜੋ ਮੈਨੂਫੈਕਚਰਿੰਗ ਨਾਲ ਰਿਲੇਟਿਡ ਜਿਹੜੇ ਐਕਸਪੈਂਸਿਸ ਹੋਣਗੇ ਅਤੇ ਜਿੰਨੇ ਆਪਣਾ ਉਹਦਾ ਗੁਡਸ ਹੋਣਗੇ ਉਸ ਦਾ ਦੇਖਣਾ ਕਿ ਐਕਚੁਅਲ ਵਿੱਚ ਉਸ ਨੂੰ ਦੇਖ ਕੇ ਉਹਦਾ ਗਰੋਸ ਪ੍ਰੋਫਿਟ ਕੱਢਣਾ। ਮਤਲਬ ਕਿ ਸਪੋਜ਼ ਕਰੋ ਮੈਨੂਫੈਕਚਰਿੰਗ ਹੈ, ਮੈਨੂਫੈਕਚਰਿੰਗ ਦੇ ਖਰਚੇ ਅਲੱਗ ਹੁੰਦੇ ਨੇ, ਠੀਕ ਹੈ ਨਾ। ਉਹਦੇ ਖਰਚੇ ਅਲੱਗ ਹੁੰਦੇ ਨਾ, ਅਤੇ ਆਫਿਸ ਦੇ ਖਰਚੇ ਅਲੱਗ ਹੁੰਦੇ ਨੇ। ਤੁਸੀਂ ਇਕੱਠੇ ਤਾਂ ਨਹੀਂ ਕਰ ਸਕਦੇ ਨਾ ਖਰਚੇ। ਫਿਰ ਜੇ ਤੁਸੀਂ ਇਕੱਠੇ ਕਰ ਦੋਗੇ ਖਰਚੇ, ਤੁਹਾਡਾ ਪ੍ਰੋਫਿਟ ਕਿਵੇਂ ਪਤਾ ਲੱਗੇਗਾ। ਮਰਜਡ ਨਹੀਂ ਕਰ ਸਕਦੇ ਨਾ ਤੁਸੀਂ। ਜਿਹੜਾ ਟਰੇਡਿੰਗ ਅਕਾਊਂਟ ਉਹ ਮੈਨੂਫੈਕਚਰਿੰਗ ਦਾ ਹੈ ਕਿ ਕਿੰਨੀ ਇਲੈਕਟ੍ਰੀਸਿਟੀ ਯੂਜ਼ ਹੋਈ, ਕਿੰਨਾ ਤੇਲ ਯੂਜ਼ ਹੋਇਆ ਮਸ਼ੀਨਾਂ ਨੂੰ ਚਲਾਉਣ ਦਾ, ਠੀਕ ਹੈ। ਵਿੱਚ ਜਿਹੜਾ ਕੱਪੜਾ ਲੱਗਿਆ, ਕੱਚਾ ਮਾਲ ਕਿੰਨਾ ਲੱਗਿਆ ਉਸਦੇ। ਹੁਣ ਜਿਵੇਂ ਕੋਈ ਕਮੀਜ਼ ਬਣ ਕੇ ਤਿਆਰ ਹੁੰਦੀ ਹੈ, ਪਹਿਲੇ ਕਮੀਜ਼ ਦਾ ਕੱਪੜਾ ਹੁੰਦਾ ਨਾ, ਉਹ ਮੈਨੂਫੈਕਚਰਿੰਗ ਪਰਪਸ ਹੋ ਗਿਆ, ਪਹਿਲੇ ਮੈਨੂਫੈਕਚਰਿੰਗ 'ਤੇ ਤਿਆਰ ਹੁੰਦਾ। ਇਕੱਲਾ ਮੈਨੂਫੈਕਚਰਿੰਗ ਦਾ ਖਰਚਾ ਉਸ ਨੂੰ ਦੇਖਣਾ ਕਿ ਉਸ ਉੱਪਰ ਜਿਹੜੇ ਐਕਸਪੈਂਸਿਸ ਆ ਰਹੇ ਆ ਉਸ ਨੂੰ ਦੇਖਣਾ, ਮਤਲਬ ਉਸ ਨੂੰ ਕਹਿੰਦੇ ਆ ਟਰੇਡਿੰਗ ਅਕਾਊਂਟ। ਪੀਐਲ ਅਕਾਊਂਟ ਕੀ ਹੈ, ਜਿਹੜਾ ਆਫਿਸ ਦਾ ਖਰਚਾ ਆ ਗਿਆ, ਉਸ ਤੋਂ ਬਾਅਦ ਉਹ ਜਿਹੜਾ ਬਣਾ ਕੇ ਮਾਲ ਲਿਆਇਆ ਆਫਿਸ ਵਿੱਚ, ਉੱਥੇ ਉਹਨੇ ਮਾਲ ਰੱਖਿਆ, ਉਸ ਵੇਲੇ ਤਾਂ ਕੋਈ ਖਰਚੇ ਹੋਣਗੇ ਉਹਦੇ ਬਿਜ਼ਨਸ ਦੇ, ਠੀਕ ਹੈ ਨਾ। ਉਹਨੇ ਕੋਈ ਇੰਪਲੋਈ ਰੱਖਿਆ ਹੋਏਗਾ, ਉਸ ਜਿੱਥੇ ਉਹਨੇ ਮਾਲ ਲਿਆ ਕੇ ਰੱਖਿਆ ਉੱਥੇ ਉਹਨੇ ਰੈਂਟ ਵੀ ਦਿੱਤਾ ਹੋਏਗਾ, ਇਲੈਕਟ੍ਰੀਸਿਟੀ ਦਾ ਬਿੱਲ ਵੀ ਪੇ ਕਰ ਰਿਹਾ ਹੋਏਗਾ, ਠੀਕ ਹੈ ਨਾ। ਉਹ ਸਾਰੇ ਕਿਹੜੇ ਐਕਸਪੈਂਸਿਸ ਹੋ ਗਏ, ਇੰਡਾਇਰੈਕਟ ਐਕਸਪੈਂਸਿਸ ਹੋ ਗਏ। ਜਿਹੜਾ ਮਾਲ ਬਣਾਉਣ ਤੱਕ ਦਾ ਖਰਚਾ ਸੀ ਉਹ ਡਾਇਰੈਕਟ ਐਕਸਪੈਂਸਿਸ ਹੋ ਗਏ। ਜਿਹੜਾ ਮਾਲ ਲਿਆ ਕੇ ਅੱਗੇ ਰੱਖਣ ਦਾ ਖਰਚਾ ਸੀ ਉਹ ਇੰਡਾਇਰੈਕਟ ਐਕਸਪੈਂਸਿਸ ਹੋ ਗਏ, ਠੀਕ ਹੈ ਨਾ। ਹਰੇਕ ਨੇਚਰ ਦਾ ਬਿਜ਼ਨਸ ਹੁੰਦਾ, ਉਸ ਹਿਸਾਬ 'ਚ ਉਹਦੇ ਐਕਸਪੈਂਸਿਸ ਹੁੰਦੇ ਆ। ਨੋਰਮਲ ਐਕਸਪੈਂਸਿਸ ਇਲੈਕਟ੍ਰੀਸਿਟੀ ਦਾ ਹੁੰਦਾ ਹੀ ਹੈ, ਰੈਂਟ ਵੀ ਹੋ ਸਕਦਾ, ਠੀਕ ਹੈ ਨਾ। ਕੋਈ ਸਟੇਸ਼ਨਰੀ ਦਾ ਖਰਚਾ ਹੋ ਸਕਦਾ, ਇੰਪਲੋਈ ਨੂੰ ਸੈਲਰੀ ਦੇਣ ਦਾ ਖਰਚਾ ਹੋ ਸਕਦਾ। ਉਹ ਸਾਰੇ ਖਰਚੇ ਪੀਐਲ ਅਕਾਊਂਟ 'ਚ ਪੈਂਦੇ ਆ, ਠੀਕ ਹੈ ਨਾ। ਪੀਐਲ ਅਕਾਊਂਟ 'ਚ ਪੈਂਦੇ ਆ। ਪੀਐਲ ਅਕਾਊਂਟ 'ਚ ਇੱਕ ਪਾਸੇ ਡੈਬਿਟ 'ਚ ਸਾਰੇ ਐਕਸਪੈਂਸਿਸ ਪੈਂਦੇ ਨੇ, ਇੱਕ ਪਾਸੇ ਇਨਕਮਸ ਪੈਂਦੀਆਂ ਨੇ। ਜਿੰਨੀ ਵੀ ਸਾਡੀ ਇਨਕਮ ਹੋਈ, ਠੀਕ ਹੈ, ਸਾਨੂੰ ਡਿਸਕਾਊਂਟ ਅਲਾਊਡ ਹੋਇਆ, ਉਹ ਸਾਡੀ ਇਨਕਮ ਹੈ, ਉਹ ਅਸੀਂ ਕ੍ਰੈਡਿਟ ਸਾਈਡ ਦਿਖਾ ਦਾਂਗੇ। ਪੀਐਲ ਅਕਾਊਂਟ ਸਿਰਫ ਤੁਹਾਨੂੰ ਇਹ ਸ਼ੋਅ ਕਰਦਾ ਕਿ ਤੁਹਾਡੇ ਜਿਹੜੇ ਇੰਡਾਇਰੈਕਟ ਖਰਚਿਆਂ ਨੂੰ ਕੱਢ ਕੇ, ਜੇ ਮੈਂ ਗਰੋਸ ਪ੍ਰੋਫਿਟ 'ਚੋਂ ਇੰਡਾਇਰੈਕਟ ਖਰਚੇ ਕੱਢਦਾ ਤਾਂ ਨੈੱਟ ਪ੍ਰੋਫਿਟ ਆ ਜਾਂਦਾ, ਠੀਕ ਹੈ ਨਾ। ਸਿਰਫ ਪੀਐਲ ਅਕਾਊਂਟ ਇੰਡਾਇਰੈਕਟ ਖਰਚੇ ਪਾਉਣ ਲਈ ਹੈ। ਗਰੋਸ ਪ੍ਰੋਫਿਟ ਦਾ ਆਪਾਂ ਜਿਹੜਾ ਮੈਨੂਫੈਕਚਰਿੰਗ ਵਿੱਚੋਂ ਉਸ ਵਿੱਚੋਂ ਚੱਕ ਕੇ ਹੀ ਆਪਾਂ ਅੱਗੇ ਡਿਲੀਵਰ ਕਰਦੇ ਹਾਂ,
ਠੀਕ ਹੈ ਨਾ। ਆਪਾਂ ਨੂੰ 3 ਚੀਜ਼ਾਂ ਦਿਖਾਉਣੀ ਜ਼ਰੂਰੀ ਹੁੰਦੀਆਂ। ਇੱਕ ਤਾਂ ਜਿਹੜਾ ਉੱਪਰ ਬਿਜ਼ਨਸ ਆਪਾਂ ਸਟਾਰਟ ਕੀਤਾ ਮੈਨੂਫੈਕਚਰਿੰਗ ਪਰਪਸ 'ਤੇ, ਜਦੋਂ ਉਹਦੇ ਖਰਚੇ ਕੱਢ ਕੇ ਉਦੋਂ ਕਿਹੜਾ ਪ੍ਰੋਫਿਟ ਹੋਇਆ, ਮਤਲਬ ਕਿ ਉਛਲੇ ਆਪਾਂ ਨੇ ਇੰਡਾਇਰੈਕਟ ਐਕਸਪੈਂਸਿਸ ਪਲੱਸ ਨਹੀਂ ਕੀਤੇ। ਜਦੋਂ ਇੰਡਾਇਰੈਕਟ ਐਕਸਪੈਂਸਿਸ ਪਲੱਸ ਕਰਕੇ ਫਿਰ ਐਕਚੁਅਲ ਪ੍ਰੋਫਿਟ ਕਿੰਨਾ ਹੋਇਆ, ਦੋਨਾਂ 'ਚ ਫਰਕ ਹੈ। ਠੀਕ ਹੈ, ਜਦੋਂ ਤੁਹਾਨੂੰ ਮੈਂ ਅੱਗੇ ਅਕਾਊਂਟ ਸਮਝਾਵਾਂਗਾ ਨਾ ਤੁਹਾਨੂੰ ਸਮਝ ਆਏਗਾ। ਫਿਰ ਆਪਾਂ ਬੈਲੈਂਸ ਸ਼ੀਟ ਬਣਾਵਾਂਗੇ। ਠੀਕ ਹੈ, ਬੈਲੈਂਸ ਸ਼ੀਟ 'ਚ ਕੀ ਆਏਗਾ, ਜੋ P&L ਅਕਾਊਂਟ 'ਚ ਨਹੀਂ ਆਉਂਦਾ ਉਹ ਆਉਂਦਾ ਬੈਲੈਂਸ ਸ਼ੀਟ ਵਿੱਚ। ਠੀਕ ਹੈ, ਜੋ P&L ਅਕਾਊਂਟ ਦੇ ਟਰਮ 'ਚ ਨਹੀਂ ਆਉਂਦਾ ਉਹ ਸਾਰੀ ਆਉਂਦੀ ਹੈ ਬੈਲੈਂਸ ਸ਼ੀਟ ਵਿੱਚ। ਹੁਣ ਫਿਕਸ ਐਸਟ ਹੈ, ਫਿਕਸ ਐਸਟ P&L ਅਕਾਊਂਟ 'ਚ ਨਹੀਂ ਆਏਗੇ, ਨਾ ਤਾਂ ਉਹ ਐਕਸਪੈਂਸ ਹੈ, ਠੀਕ ਹੈ, ਨਾ ਤਾਂ ਸਾਡੀ ਇਨਕਮ ਹੈ, ਸਿਰਫ ਇਕੱਲੇ ਐਸਟ ਆ ਸਾਡੇ। ਇੱਕ ਵੈਲਿਊ ਪਾਉਂਦੇ ਆ ਸਾਡੀ ਬਿਜ਼ਨਸ ਨੂੰ ਗੇਨ ਕਰਨ 'ਚ ਹੈਲਪਫੁਲ ਹੁੰਦੇ ਨੇ, ਉਹ ਆਉਂਦੇ ਬੈਲੈਂਸ ਸ਼ੀਟ ਵਿੱਚ। ਉਹ ਸਾਰੇ ਐਸਟ ਸਾਈਡ ਆਉਂਦੇ ਨੇ। ਦੇਣਦਾਰੀਆਂ ਨੇ ਉਹ ਨਾ ਤਾਂ ਐਕਸਪੈਂਸ ਹੈ ਨਾ ਤਾਂ ਇਨਕਮ ਹੈ, ਉਹ ਕਿੱਥੇ ਆਉਂਦੀ ਹੈ, ਲਾਇਬਿਲਿਟੀ ਸਾਈਡ ਆਉਂਦੀ ਹੈ ਬੈਲੈਂਸ ਸ਼ੀਟ ਦੇ। ਠੀਕ ਹੈ ਨਾ ਫਰੈਂਡਸ, ਇਸ ਹਾਲੇ ਮੈਂ ਤੁਹਾਨੂੰ ਇੰਟਰੋਡਕਸ਼ਨ ਦਿੱਤੀ ਹੈ। ਅੱਗੇ ਤੁਹਾਨੂੰ ਮੈਂ ਹਰੇਕ ਇੱਕ ਅਕਾਊਂਟ ਦਾ ਇੱਕ ਪੂਰੀ ਮੀਨਿੰਗ ਸਮਝਾਵਾਂਗਾ ਤੁਹਾਨੂੰ, ਤਾਂ ਕਿ ਕਨਫਿਊਜ਼ਨ ਨਾ ਹੋਵੇ। ਐਵਰੀ ਬਿਜ਼ਨਸਮੈਨ ਸਟੇਟਡ ਬਿਜ਼ਨਸ ਟੂ ਅਰਨ ਸਮ ਇਨਕਮ। ਮੈਂ ਤੁਹਾਨੂੰ ਸਮਝਾਇਆ ਕਿ ਹਰੇਕ ਬਿਜ਼ਨਸਮੈਨ ਨੂੰ ਇਨਕਮ ਅਰਨ ਕਰਨ ਦਾ ਹੁੰਦਾ ਹੀ ਹੈ। ਤਾਂ ਫਰੋਮ ਦੀ ਪ੍ਰੋਫਿਟ ਇਜ਼ ਦਾ ਨੈਟ ਇਨਕਮ। ਪ੍ਰੋਫਿਟ ਕੀ ਹੈ, ਨੈਟ ਇਨਕਮ ਵਿਚ ਇਜ਼ ਦਾ ਓਨਰ ਗੈਟਸ ਫਰੋਮ ਦੀ ਬਿਜ਼ਨਸ, ਜਿਹੜਾ ਉਹ ਬਿਜ਼ਨਸ ਤੋਂ ਲੈਂਦਾ। ਠੀਕ ਹੈ, ਟੂ ਕੈਲਕੂਲੇਟ ਦੀ ਪ੍ਰੋਫਿਟ ਔਰ ਲੋਸ ਐਨ ਅਕਾਊਂਟੈਂਟ ਹੈਜ਼ ਮੇਡ ਦੀ ਫਾਈਨਲ ਅਕਾਊਂਟਸ ਫੋਰ ਦੀ ਬਿਜ਼ਨਸ ਫੋਰ ਅ ਪਰਟੀਕੂਲਰ ਅਕਾਊਂਟਿੰਗ ਪੀਰੀਅਡ। ਉਹ 1 ਸਾਲ ਲਈ ਬਣਾਉਂਦਾ। ਠੀਕ ਹੈ, ਇਹ ਕਿਹੜਾ ਹੁੰਦਾ ਪਰਟੀਕੂਲਰ ਅਕਾਊਂਟਿੰਗ ਪੀਰੀਅਡ, 1 ਅਪ੍ਰੈਲ ਤੋਂ 31 ਮਾਰਚ। ਠੀਕ ਹੈ ਫਰੈਂਡਸ, ਔਨ ਦੀ ਬੇਸਿਸ ਆਫ ਟ੍ਰਾਇਲ ਬੈਲੈਂਸ ਐਨ ਅਕਾਊਂਟੈਂਟ ਪ੍ਰੀਪੇਅਰਡ। ਟ੍ਰਾਇਲ ਬੈਲੈਂਸ ਦੇ ਬਿਹਾਫ 'ਤੇ ਜਿਹੜਾ ਟ੍ਰਾਇਲ ਬੈਲੈਂਸ ਕੀ ਹੁੰਦਾ, ਬੈਲੈਂਸਿੰਗ ਆਫ ਦੀ ਆਲ ਦੀ ਲੈਜਰਸ ਅਕਾਊਂਟਸ। ਠੀਕ ਹੈ ਨਾ, ਜੋ ਡੈਬਿਟ ਸਾਈਡ ਵਾਲੇ ਬੈਲੈਂਸ ਹੈ, ਜੋ ਕ੍ਰੈਡਿਟ ਸਾਈਡ ਵਾਲੇ ਬੈਲੈਂਸ ਹੈ। ਸੇਲ ਦਾ ਕ੍ਰੈਡਿਟ ਬੈਲੈਂਸ ਹੁੰਦਾ, ਉਹ ਕ੍ਰੈਡਿਟ ਸਾਈਡ 'ਤੇ ਟ੍ਰਾਇਲ ਬੈਲੈਂਸ 'ਚ ਦਿਖਾ ਦੇਗਾ। ਜੇ ਡੈਬਿਟ 'ਚ ਪਰਚੇਸਿਸ ਦਾ ਡੈਬਿਟ ਬੈਲੈਂਸ ਹੁੰਦਾ, ਉਹ ਪਰਚੇਸਿਸ ਦਾ ਡੈਬਿਟ ਬੈਲੈਂਸ ਵਿੱਚ ਦਿਖਾ ਦੇਗਾ। ਐਨ ਅਕਾਊਂਟੈਂਟ prepared the final accounts or financial statement for a particular period of the time for reporting the management of the business. ठीक है, the final accounts are prepared to throw the light on the financial result of the operation of the business during the particular accounting period and the financial position of the business at the period of time. ਜੋ ਚੀਜ਼ ਤੁਹਾਨੂੰ ਮੈਂ ਦੱਸੀ ਹੈ ਉਹ ਚੀਜ਼ ਉਰੇ ਲਿਖੀ ਹੋਈ ਹੈ। ਮਤਲਬ ਕਿ ਹਰੇਕ ਫਾਈਨੈਂਸ਼ੀਅਲ ਪੋਜੀਸ਼ਨ ਦੇਖਣੀ, ਮਤਲਬ ਕਿ ਕੀ ਕੁਛ ਉਸਨੇ ਕੀਤਾ ਪੂਰੇ ਸਾਲ ਵਿੱਚ, ਉਹਦਾ ਚਿੱਠਾ ਪੂਰਾ ਸਾਨੂੰ ਫਾਈਨਲ ਅਕਾਊਂਟ ਦੱਸ ਦਿੰਦਾ। ਠੀਕ ਹੈ, ਸਿੰਪਲ ਜੀ ਗੱਲ ਟਰਮ ਵਿੱਚ। ਠੀਕ ਹੈ, ਉਹ ਕਿੱਥੋਂ ਲੈਂਦਾ, ਮਤਲਬ ਬੈਲੈਂਸਿੰਗ ਚੱਕਦਾ ਕਿੱਥੋਂ, ਟ੍ਰਾਇਲ ਬੈਲੈਂਸ ਤੋਂ। ਟ੍ਰਾਇਲ ਬੈਲੈਂਸ ਹੋ ਕੇ ਫਾਈਨਲ ਅਕਾਊਂਟਸ ਬਣਾਉਂਦਾ। ਠੀਕ ਹੈ, ਫਾਈਨਲ ਅਕਾਊਂਟ ਦੇ ਫੀਚਰ ਕੀ ਹੈ, ਟੂ ਨੋ ਦੀ ਪ੍ਰੋਫਿਟੇਬਿਲਿਟੀ ਆਫ ਦੀ ਬਿਜ਼ਨਸ, ਜਿਹੜਾ ਤੁਹਾਨੂੰ ਮੈਂ ਦੱਸਿਆ ਹੀ ਹੈ। ਪ੍ਰੋਫਿਟੇਬਿਲਿਟੀ ਫਾਈਨਲ ਅਕਾਊਂਟਸ ਹੈਲਪ ਟੂ ਬਿਜ਼ਨਸ ਟੂ ਗੈਟ ਦੀ ਪ੍ਰੋਫਿਟੇਬਿਲਿਟੀ ਆਫ ਦੀ ਬਿਜ਼ਨਸ ਫੋਰ ਅ ਪਰਟੀਕੂਲਰ ਇਨ ਅ ਪਰਟੀਕੂਲਰ ਅਕਾਊਂਟਿੰਗ ਈਅਰ। ਦੂਜੀ ਫਾਈਨੈਂਸ਼ੀਅਲ ਸਟਰੈਂਥ ਪਤਾ ਲੱਗ ਜਾਂਦੀ। ਫਾਈਨਲ ਅਕਾਊਂਟ ਪ੍ਰੋਵਾਈਡ ਦੀ ਇਨਫੋਰਮੇਸ਼ਨ ਅਬਾਊਟ ਦੀ ਫਾਈਨੈਂਸ਼ੀਅਲ ਸਟਰੈਂਥ ਆਫ ਦੀ ਬਿਜ਼ਨਸ। ਇਟ ਮੀਨਸ ਹੈਲਪ ਇਨ ਡਿਸਾਈਡਿੰਗ ਦੀ ਵੈਦਰ ਬਿਜ਼ਨਸ ਕੈਨ ਪਰਚੇਜ਼ ਦੀ ਨਿਊ ਐਸਟਸ ਔਰ ਇਟਸ ਓਨ ਫੰਡ ਵਿਦ ਇਟਸ ਓਨ ਫੰਡ ਔਰ ਨੋਟ। ਮਤਲਬ ਕਿ ਸਪੋਜ਼ ਕਰੋ ਜੇ ਉਸਦਾ ਬਿਜ਼ਨਸ ਪ੍ਰੋਫਿਟ ਵਾਧੇ 'ਚ ਨਹੀਂ ਜਾ ਰਿਹਾ, ਫਿਰ ਉਹ ਅੱਗੋਂ ਐਸਟ ਪਰਚੇਸ ਨਹੀਂ ਕਰ ਸਕਦਾ। ਠੀਕ ਹੈ ਨਾ, ਐਸਟ ਕੀ ਹੁੰਦੇ ਨੇ, ਐਸਟ ਹੁੰਦੇ ਨੇ ਜਿਹੜੇ ਬਿਜ਼ਨਸ ਨੂੰ ਹੈਲਪਫੁਲ ਹੁੰਦੇ ਨੇ। ਬਿਜ਼ਨਸ ਚੱਲਦਾ ਹੀ ਐਸਟਸ ਦੇ ਨਾਲ ਹੈ, ਬਿਨਾਂ ਐਸਟ ਤੋਂ ਚੱਲ ਸਕਦਾ। ਤੁਹਾਡਾ ਕੈਸ਼ ਹੈ, ਕੈਸ਼ ਤੋਂ ਬਿਨਾਂ ਤੁਸੀਂ ਬਿਜ਼ਨਸ ਚਲਾ ਲਓਗੇ, ਨਹੀਂ ਚਲਾ ਸਕਦੇ ਤੁਸੀਂ ਬਿਜ਼ਨਸ, ਨਹੀਂ ਚਲਾ ਸਕਦੇ ਨਾ ਬਿਜ਼ਨਸ ਨੂੰ ਚਲਾਉਣ ਲਈ ਸਾਨੂੰ ਐਸਟ ਦੀ ਲੋੜ ਪੈਂਦੀ ਹੈ। ਸਾਨੂੰ ਜੇ ਸਾਡਾ ਆਪਾਂ ਫੈਕਟਰੀ ਦਾ ਕੰਮ ਹੈ, ਜੇ ਮਸ਼ੀਨਰੀਆਂ ਹੀ ਨਹੀਂ ਹੈ ਤਾਂ ਆਪਾਂ ਕਿਵੇਂ ਚਲਾ ਲਾਂਗੇ। ਉਹ ਐਸੀ ਸਾਰੀ ਚੀਜ਼ਾਂ ਜੋ ਸਾਡੇ ਬਿਜ਼ਨਸ ਨੂੰ ਚਲਾਉਣ ਵਿੱਚ ਹੈਲਪਫੁਲ ਨੇ, ਸਾਨੂੰ ਪ੍ਰੋਫਿਟ ਦੇਣ ਵਿੱਚ ਹੈਲਪਫੁਲ ਨੇ, ਉਹ ਸਾਰੇ ਸਾਡੇ ਐਸਟਸ ਹੁੰਦੇ ਨੇ। ਉਸ ਨੂੰ ਅੱਗੇ 2 ਟਰਮਾਂ ਵਿੱਚ ਡਿਫਾਈਨ ਹੈ, ਇੱਕ ਕਰੰਟ ਐਸਟ ਹੁੰਦੇ ਨੇ, ਇੱਕ ਫਿਕਸਡ ਐਸਟ ਹੁੰਦੇ ਨੇ। ਠੀਕ ਹੈ ਨਾ, ਉੱਥੇ ਇਹ ਗੱਲ ਕਰ ਰਿਹਾ ਕਿ ਅਸੀਂ ਨਵੇਂ ਆਪਾਂ ਪਰਚੇਸ ਕਰ ਪਾਵਾਂਗੇ ਐਸਟ ਜਾਂ ਨਹੀਂ। ਇਹ ਸਾਨੂੰ ਫਾਈਨਲ ਅਕਾਊਂਟਸ ਦੱਸ ਦਿੰਦਾ, ਸਾਡੀ ਸਟਰੈਂਥ ਦੱਸ ਦਿੰਦਾ ਕਿ ਜੇ ਸਾਡੀ ਪ੍ਰੋਫਿਟ ਵੱਧ ਰਿਹਾ ਇਹਦਾ ਮਤਲਬ ਸਾਡੀ ਪੂੰਜੀ ਵੱਧ ਰਹੀ ਹੈ। ਪੂੰਜੀ 'ਚ ਐਡ ਹੋ ਜਾਂਦਾ ਨਾ ਪ੍ਰੋਫਿਟ, ਨੈਟ ਪ੍ਰੋਫਿਟ ਕੈਪੀਟਲ ਵਿੱਚ ਐਡ ਹੋ ਜਾਂਦਾ, ਜਿਸ ਦੇ ਨਾਲ ਸਾਡੀ ਕੈਪੀਟਲ ਵੱਧ ਜਾਂਦੀ ਹੈ, ਸਾਡੀ ਇਨਵੈਸਟਮੈਂਟ ਕਰਨ ਦੀ ਵਿਲ ਪਾਵਰ ਵੱਧ ਜਾਂਦੀ ਹੈ ਸਾਡੀ। ਮਤਲਬ ਸਾਨੂੰ ਇਹ ਹੋ ਜਾਂਦਾ ਕਿ ਅਸੀਂ ਖਰੀਦ ਸਕਦੇ ਹਾਂ ਇਹ ਚੀਜ਼ ਆਪਣੇ ਬਿਜ਼ਨਸ ਲਈ, ਅੱਗੇ ਇਹ ਚੀਜ਼ ਅਸੀਂ ਖਰੀਦ ਸਕਦੇ ਹਾਂ। ਠੀਕ ਹੈ ਨਾ, ਸੋ ਉਰੇ ਉਹੀ ਗੱਲ ਕਹਿਣਾ ਚਾਹ ਰਿਹਾ। forecasting and budgeting. Final accounts are the basis of the forecasting and the budgeting for the top management. On the basis of the last year's final accounts, management decide the business new goal for the current year and preparing the business budget for expenses. ਠੀਕ ਹੈ, ਫਾਈਨਲ ਅਕਾਊਂਟਸ ਅੱਗੇ ਦਾ ਵੀ ਦੇਖ ਲੈਂਦਾ। ਫਾਈਨਲ ਅਕਾਊਂਟਸ ਦੇ ਨਾਲ ਇਹ ਪਤਾ ਲੱਗ ਜਾਂਦਾ ਕਿ ਜਿਹੜਾ ਐਂਡ ਬਜਟਿੰਗ ਤਿਆਰ ਕਰ ਲੈਂਦਾ
ਕਿ ਕਿੰਨਾ ਆਪਾਂ ਮਤਲਬ ਜੇ ਸਾਡਾ ਇਹ ਫਾਈਨਲ ਅਕਾਊਂਟ ਹੈ, ਸਾਡੇ ਇੰਨੇ ਐਸੈਟਸ ਹੈ, ਸਾਡੀਆਂ ਇੰਨੀਆਂ ਦੇਣਦਾਰੀਆਂ, ਤੁਹਾਨੂੰ ਅੱਗੇ ਪਤਾ ਲੱਗ ਜਾਂਦਾ ਕਿ ਮੈਂ ਅਗਲੇ ਸਾਲ ਦਾ ਉਸ ਨੂੰ ਮੈਂ ਕਿਸ ਤਰ੍ਹਾਂ ਮੈਂ ਬਜਟ ਲੈ ਕੇ ਚੱਲਣਾ। ਠੀਕ ਹੈ, ਉਹੀ ਕਹਿ ਰਿਹਾ ਨਾ, ਔਨ ਦੀ ਬੇਸਿਸ ਆਫ ਦੀ ਲਾਸਟ ਈਅਰ ਫਾਈਨਲ ਅਕਾਊਂਟਸ ਮੈਨੇਜਮੈਂਟ ਡਿਸਾਈਡ ਕਰ ਲੈਂਦਾ ਹੈ ਕਿ ਉਹਦਾ ਕੀ ਗੋਲ ਹੋਣਗੇ ਫੋਰ ਦੀ ਕਰੰਟ ਈਅਰ। ਸਪੋਜ਼ ਕਰੋ 2019-20 ਦਾ ਮੈਂ ਫਾਈਨਲ ਅਕਾਊਂਟ ਚੱਕ ਕੇ 2020-21 ਦਾ ਮੈਂ ਇੱਕ ਬਜਟ ਤਿਆਰ ਕਰ ਲਾਂਗਾ। ਠੀਕ ਹੈ, ਬਜਟ ਤਿਆਰ ਕਰ ਲਾਂਗਾ ਅਤੇ ਆਪਣੇ ਗੋਲ ਤਿਆਰ ਕਰ ਲਾਂਗਾ ਕਿ ਇਸ ਵਾਰ ਮੈਂ ਇੰਨਾ ਕਰ ਸਕਦਾ। ਜੇ ਮੇਰੀ ਸਟਰੈਂਥ ਵੱਧਦੀ ਹੋਏਗੀ ਤਾਂ ਮੈਨੂੰ ਇਹ ਵਿਸ਼ਵਾਸ ਹੋ ਜਾਏਗਾ, ਹਾਂ ਹੁਣ ਮੈਂ ਅੱਗੇ ਇਹ ਚੀਜ਼ਾਂ ਕਰ ਸਕਦਾ। ਉਹ ਸਾਨੂੰ ਕਿੱਥੋਂ ਪਤਾ ਲੱਗਦੀਆਂ ਨੇ? ਆਪਣੇ ਫਾਈਨਲ ਅਕਾਊਂਟਸ ਤੋਂ ਪਤਾ ਲੱਗਦੀਆਂ ਨੇ। ਮੈਂ ਇੱਕ ਵਾਰੀ ਆਪਣਾ ਫਾਈਨਲ ਅਕਾਊਂਟ ਦੇਖਾਂਗਾ ਨਾ ਅਤੇ ਸਾਨੂੰ ਇਹ ਪਤਾ ਲੱਗ ਜਾਏਗਾ, ਹਾਂ ਯਾਰ ਹੁਣ ਮੈਂ ਇਹ ਚੀਜ਼ ਕਰ ਸਕਦਾ। ਠੀਕ ਹੈ, ਅੱਗੇ ਹੈਗਾ ਕਮਿਊਨੀਕੇਸ਼ਨ। We need the final accounts and financial statement to communicate our financial position with the different parties, investors, lenders of money, supplier, trade creditors, government। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਿਹੜਾ ਫਾਈਨਲ ਅਕਾਊਂਟ ਉਹ ਇੱਕ ਬ੍ਰਿਜ ਤਰ੍ਹਾਂ ਦਾ ਕੰਮ ਕਰਦਾ ਹੈ। ਸਾਡੇ ਇਨਵੈਸਟਰ ਨਾਲ ਜਿੱਥੇ ਅਸੀਂ ਇਨਵੈਸਟ ਕਰਨਾ ਹੈ, ਲੈਂਡਰਸ ਆਫ ਮਨੀ ਹੋ ਸਕਦੀ ਹੈ, ਸਪਲਾਇਰ ਹੋ ਸਕਦਾ ਹੈ, ਕ੍ਰੈਡੀਟਰਸ ਹੋ ਸਕਦੇ ਨੇ, ਗਵਰਨਮੈਂਟ ਹੋ ਸਕਦੀ ਹੈ। ਇਹਨਾਂ ਸਾਰਿਆਂ ਦਾ ਰਿਲੇਸ਼ਨ ਨਾ ਮੇਨ ਸਾਡੇ ਫਾਈਨਲ ਅਕਾਊਂਟਸ ਨਾਲ ਹੀ ਰਿਲੇਟਡ ਹੈ। ਬਿਜ਼ਨਸ ਉਹ ਸਾਡੇ ਨਾਲ ਉਹਨਾਂ ਦਾ ਰਿਸ਼ਤਾ ਇੰਨਾ ਨਹੀਂ ਹੈ, ਸਾਡੇ ਫਾਈਨਲ ਅਕਾਊਂਟਸ ਨਾਲ ਹੈ। ਉਹਨਾਂ ਨੇ ਦੇਖਿਆ ਯਾਰ ਇਹਨਾਂ ਦੇ ਅਕਾਊਂਟਸ ਅੱਛੇ ਨੇ, ਇਹਨਾਂ ਦਾ ਪ੍ਰੋਫਿਟ ਅੱਛਾ ਹੈ, ਤਾਂ ਸਾਡਾ ਅਸੀਂ ਇਹਨਾਂ ਨਾਲ ਅਸੀਂ ਕੋਆਪਰੇਟਿਵ ਕਰਕੇ ਚੱਲੀਏ, ਮਤਲਬ ਸਾਡਾ ਇਹਨਾਂ ਦਾ ਰਿਲੇਸ਼ਨ ਮਜ਼ਬੂਤ ਬਣੇਗਾ। ਠੀਕ ਹੈ, ਇਹਨਾਂ ਦਾ ਬਿਜ਼ਨਸ ਅੱਛਾ, ਇੱਥੇ ਇਨਵੈਸਟ ਕਰਨਾ ਆਸਾਨ ਹੈ, ਇਹਨਾਂ ਦੇ ਬਿਜ਼ਨਸ 'ਚ ਇਨਵੈਸਟ ਕਰਨਾ ਠੀਕ ਰਹੇਗਾ, ਸਾਡੇ ਲਈ ਪ੍ਰੋਫਿਟੇਬਲ ਹੋਏਗਾ। ਉਹ ਕਿਵੇਂ ਪਤਾ ਲੱਗਦਾ? ਸਾਡੇ ਫਾਈਨਲ ਅਕਾਊਂਟਸ ਤੋਂ ਹੀ ਪਤਾ ਲੱਗਦਾ। ਠੀਕ ਹੈ, ਇਹ ਵੀ ਸਭ ਤੋਂ ਜ਼ਰੂਰੀ ਹੈ। ਗਰੋਥ ਰੇਟ ਆਫ ਬਿਜ਼ਨਸ। ਕੋਈ ਬੱਚਾ ਹੈ, ਕੋਈ ਐਗਜ਼ਾਮ ਦੇ ਰਿਹਾ, ਉਸਦੀ ਗਰੋਥ ਹੁੰਦੀ ਹੈ, ਮਤਲਬ ਜੇ ਉਹਦੇ ਅੱਛੇ ਨੰਬਰ ਆਏ ਹੁੰਦੇ ਤਾਂ ਮਤਲਬ ਕਿ ਉਹ ਚੀਜ਼ ਇਹ ਕਰ ਚੁੱਕਾ, ਮਤਲਬ ਕਿ ਇਹਦਾ ਮਤਲਬ ਉਹਦੀ ਤਿਆਰੀ ਅੱਛੀ ਚੱਲ ਰਹੀ ਹੈ। ਉਹਦੀ ਅੱਗੇ ਆਉਣ ਵਾਲੇ ਟਾਈਮ 'ਚ ਉਹਨੂੰ ਪਤਾ ਲੱਗਦਾ ਕਿ ਮੈਂ ਅੱਗੇ ਕਿਵੇਂ ਮੈਂ ਆਪਣੀ ਗਰੋਥ ਕਰ ਸਕਦਾ, ਮੇਰੀ ਇੰਨੀ ਸਕਿੱਲ, ਮੇਰਾ ਚਲੋ ਇਹ ਟਾਰਗੇਟ ਪੂਰਾ ਹੋ ਗਿਆ, ਅਗਲਾ ਮੈਂ ਦੇਖਾਂ ਹੁਣ। ਠੀਕ ਹੈ ਨਾ, ਇਸੇ ਤਰ੍ਹਾਂ ਗਰੋਥ ਰੇਟ ਆਫ ਬਿਜ਼ਨਸ ਵਿਦ ਦੀ ਹੈਲਪ ਆਫ ਦੀ ਫਾਈਨਲ ਅਕਾਊਂਟਸ ਕੈਨ ਕੈਲਕੂਲੇਟ ਦੀ ਗਰੋਥ ਰੇਟ ਔਰ ਆਵਰ ਬਿਜ਼ਨਸ ਬਾਈ ਕੰਪੇਅਰਿੰਗ ਦੀ ਫਾਈਨੈਂਸ਼ੀਅਲ ਸਟੇਟਮੈਂਟ ਆਫ ਦੀ ਕਰੰਟ ਈਅਰ ਵਿਦ ਦ ਲਾਸਟ ਈਅਰ। ਠੀਕ ਹੈ, ਮੈਨੂੰ ਆਪਣੀ ਲਾਸਟ ਈਅਰ ਦੀ ਅਤੇ ਕਰੰਟ ਈਅਰ ਦਾ ਮੈਂ ਜਦੋਂ ਕੰਪੇਅਰਿੰਗ ਕਰਦਾ ਤਾਂ ਮੈਨੂੰ ਪਤਾ ਲੱਗ ਜਾਂਦਾ ਹੈ। ਮੈਂ ਆਪਣੀ ਗਰੋਥ ਦੇਖ ਲੈਣਾ ਬਿਜ਼ਨਸ 'ਚ ਕਿ ਵੱਧ ਰਿਹਾ ਜਾਂ ਘੱਟ ਰਿਹਾ। ਮੇਰਾ ਪ੍ਰੋਫਿਟ ਜੇ ਵੱਧ ਰਿਹਾ ਤਾਂ ਮਤਲਬ ਮੇਰਾ ਬਿਜ਼ਨਸ ਅੱਛਾ ਚੱਲ ਰਿਹਾ। ਠੀਕ ਹੈ, ਜੇ ਮੇਰਾ ਘੱਟ ਰਿਹਾ ਤਾਂ ਮਤਲਬ ਬਿਜ਼ਨਸ ਘੱਟ ਚੱਲ ਰਿਹਾ, ਮੇਰੀ ਗਰੋਥ ਘੱਟ ਗਈ। ਮੈਂ ਫਿਰ ਉਸ ਨੂੰ ਐਨਾਲਾਈਜ਼ ਕਰਾਂਗਾ। ਠੀਕ ਹੈ, ਐਗਜ਼ਾਮਿਨ ਕਰਾਂਗਾ ਮੇਰੀ ਕਿੱਥੇ ਕਿੱਥੇ ਗਲਤੀ ਰਹਿ ਗਈ। ਮੈਨੂੰ ਆਪਣੀ ਗਲਤੀਆਂ ਵੀ ਤਾਂ ਢੂੰਡਣੀ ਹੈ। ਜੇ ਮੈਨੇ ਆਪਣੀ ਗਲਤੀਆਂ ਢੂੰਡਣੀਆਂ, ਮੈਨੂੰ ਆਪਣੇ ਫਾਈਨਲ ਅਕਾਊਂਟ ਦੇਖਣੇ ਹੀ ਪੈਣਗੇ। ਠੀਕ ਹੈ ਨਾ, ਸਾਰੀ ਗੱਲ ਫਾਈਨਲ ਅਕਾਊਂਟਸ 'ਤੇ ਆ ਜਾਂਦੀ ਹੈ। ਸੋ ਦੇਖੋ ਜੀ ਕਿੰਨਾ ਜ਼ਰੂਰੀ ਹੈ ਬਿਜ਼ਨਸ ਦੇ ਲਈ। ਅੱਜ ਕੋਰਪੋਰੇਟ ਸੈਕਟਰ ਕਿਸ ਦੇ ਬਿਹਾਵ 'ਤੇ ਇੰਨਾ ਅੱਗੇ ਵੱਧ ਰਿਹਾ। ਕੋਈ ਪ੍ਰਾਈਵੇਟ ਸੈਕਟਰ ਇਨਵੈਸਟ ਕਰਦਾ ਕਿਸੇ ਵੀ ਚੀਜ਼ ਉੱਪਰ, ਕੋਈ ਐਡਵਰਟਾਈਜ਼ਮੈਂਟ ਕਰਦਾ, ਕੁਛ ਕਰਦਾ, ਕਿਸੇ ਕੰਪਨੀ ਨੂੰ ਜਾ ਕੇ ਕਹਿੰਦਾ ਭਾਈ ਮੈਂ ਤੇਰੇ ਇਨਵੈਸਟ ਕਰਨਾ। ਉਹ ਕਿਵੇਂ ਇਨਵੈਸਟ ਕਰੇਗਾ? ਉਹ ਦੇਖਿਆ ਭਾਈ ਲਿਆ ਤੂੰ ਪਹਿਲੇ ਆਪਣੇ ਫਾਈਨਲ ਅਕਾਊਂਟ ਦਿਖਾ ਮੈਨੂੰ, ਮੈਂ ਤਾਂ ਹੀ ਤੂੰ ਉਰੇ ਆ ਕੇ ਇਨਵੈਸਟ ਕਰੀ ਭਾਈ। ਠੀਕ ਹੈ ਨਾ, ਪਹਿਲੇ ਆਪਣੇ ਫਾਈਨਲ ਅਕਾਊਂਟਸ ਦਿਖਾ ਕਿ ਤੁਸੀਂ ਆਪਣੀ ਫੰਕਸ਼ਨਿੰਗ ਅੱਛੀ ਕਰਦੇ ਹੋ ਜਾਂ ਨਹੀਂ ਕਰਦੇ ਹੋ। ਠੀਕ ਹੈ, ਤਾਂ ਪਹਿਲਾਂ ਆ ਗਿਆ ਟਰੇਡਿੰਗ ਅਕਾਊਂਟ। ਹੁਣ ਤੁਹਾਨੂੰ ਮੈਂ ਇੱਕ ਅਕਾਊਂਟ ਦੀ ਐਕਸਪਲੇਨੇਸ਼ਨ ਕਰਾਂਗਾ। ਟਰੇਡਿੰਗ ਅਕਾਊਂਟ ਕੀ ਹੁੰਦਾ? ਟਰੇਡਿੰਗ ਔਰ ਮੈਨੂਫੈਕਚਰਿੰਗ ਅਕਾਊਂਟ ਇਜ਼ ਪ੍ਰੀਪੇਅਰ ਟੂ ਫਾਈਂਡ ਆਊਟ ਦੀ ਗਰੋਸ ਪ੍ਰੋਫਿਟ। ਟਰੇਡਿੰਗ ਅਕਾਊਂਟ ਦਾ ਮੇਨ ਮਕਸਦ ਦੀ ਗਰੋਸ ਪ੍ਰੋਫਿਟ ਕੱਢਣਾ ਹੁੰਦਾ ਹੈ। ਠੀਕ ਹੈ, ਆਫ ਦੀ ਬਿਨ ਗਰੋਸ ਪ੍ਰੋਫਿਟ ਕੀ ਹੁੰਦਾ? ਇਹਨੂੰ ਆਪਾਂ ਗਰੋਸ ਪ੍ਰੋਫਿਟ ਕਿਉਂ ਕਹਿ ਰਹੇ ਹਾਂ? ਕਿਉਂਕਿ ਇੱਚੋਂ ਹਲੇ ਆਪਾਂ ਨੇ ਇੰਡਾਇਰੈਕਟ ਐਕਸਪੈਂਸਿਸ ਮਾਈਨਸ ਨਹੀਂ ਕੀਤੇ, ਤਦ ਤੱਕ ਇਹ ਗਰੋਸ ਪ੍ਰੋਫਿਟ ਹੈ। ਫੋਰ ਦੀ ਪਰਟੀਕੂਲਰ ਅਕਾਊਂਟਿੰਗ ਪੀਰੀਅਡ ਇਟ ਇਜ਼ ਕੈਲਕੂਲੇਟਡ ਬਾਈ ਦੀ ਕੰਪੇਅਰਿੰਗ ਦੀ ਨੈਟ ਸੇਲ ਵਿਦ ਦੀ ਕੋਸਟ ਆਫ ਗੁੱਡ ਸੋਲਡ। ਆਪਾਂ ਕੰਪੇਅਰ ਕਿਹਦੇ ਨਾਲ ਕਰਦੇ ਹਾਂ? ਨੈਟ ਸੇਲ ਅਤੇ ਕੋਸਟ ਆਫ ਗੁੱਡ ਸੋਲਡ ਦਾ। ਕੋਸਟ ਆਫ ਗੁੱਡ ਸੋਲਡ ਕੀ ਹੁੰਦੀਆਂ ਨੇ? ਮੈਂ ਤੁਹਾਨੂੰ ਦੱਸਿਆ ਸੀ ਨਾ, ਜੇ ਮੈਨੂੰ ਗਰੋਸ ਪ੍ਰੋਫਿਟ ਕੱਢਣਾ ਹੈ ਤਾਂ ਨੈਟ ਸੇਲ 'ਚੋਂ ਮੈਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰ ਦਾਂਗਾ। ਠੀਕ ਹੈ ਨਾ, ਜੇ ਲੋਸ ਹੋਇਆ ਤਾਂ ਮਤਲਬ ਕੋਸਟ ਆਫ ਗੁੱਡ ਸੋਲਡ 'ਚੋਂ ਮੈਂ ਨੈਟ ਸੇਲ ਮਾਈਨਸ ਕਰ ਦਾਂਗਾ। ਠੀਕ ਹੈ, ਨੈਟ ਸੇਲ ਕੀ ਹੁੰਦੀ ਹੈ? ਨੈਟ ਸੇਲ ਦਾ ਮਤਲਬ ਕੀ ਹੋਇਆ? ਟੋਟਲ ਸੇਲ, ਕੈਸ਼ ਸੇਲ ਪਲੱਸ ਕ੍ਰੈਡਿਟ ਸੇਲ। ਇਹ ਮੇਰੀ ਟੋਟਲ ਸੇਲ ਹੋ ਗਈ। ਠੀਕ ਹੈ, ਕੈਸ਼ ਸੇਲ ਅਤੇ ਕ੍ਰੈਡਿਟ ਸੇਲ ਜਿੰਨੀ ਵੀ ਸੇਲ ਹੈ, ਉਰੇ ਰਿਲਾਈਜੇਸ਼ਨ ਕੰਸੈਪਟ ਲੱਗ ਗਿਆ ਨਾ। ਠੀਕ ਹੈ ਨਾ, ਕੀ ਕਹਿੰਦਾ ਉਹ ਰਿਲਾਈਜੇਸ਼ਨ ਕੰਸੈਪਟ? ਜੋ ਚੀਜ਼ ਮੇਰੇ ਵਾਪਰੀ ਵੀ ਹੈ, ਜਿਹੜੀ ਅੱਗੇ ਮੈਨੂੰ ਅੱਗੇ ਪੈਸਾ ਮਿਲਣਾ ਵੀ ਹੈ। ਠੀਕ ਹੈ, ਦੋਨੋਂ ਚੀਜ਼ਾਂ ਆ ਗਈਆਂ। ਮਾਈਨਸ ਸੇਲ ਰਿਟਰਨ, ਜਿਹੜੀ ਮੇਰੀ ਰਿਟਰਨ ਹੋ ਗਈ ਸੇਲ। ਮੈਂ ਮਾਲ ਵੇਚਿਆ, ਇਹ ਤਾਂ ਨਹੀਂ ਕਿ ਸਾਰਾ ਮਾਲ ਵਿਕ ਜੇ, ਕਈ ਵਾਰੀ ਐਸਾ ਹੋ ਸਕਦਾ ਕਿ ਮਾਲ ਵਾਪਸ ਵੀ ਆ ਜਾਏ, ਮੈਨੂੰ ਉਸ 'ਚੋਂ ਮਾਈਨਸ ਕਰਨਾ ਪਏਗਾ। ਮੈਨੇ ਐਕਚੁਅਲ 'ਚ ਵੈਲਿਊ ਦੇਖਣੀ ਹੈ ਕਿ ਮੇਰਾ ਕਿੰਨਾ ਮਾਲ ਵਿਕਿਆ, ਉਹ ਦੇਖਣ ਲਈ ਮੈਨੂੰ ਉਸ 'ਚੋਂ ਮਾਈਨਸ ਕਰਨਾ ਪਏਗਾ ਨਾ। ਸੇਲ ਰਿਟਰਨ ਮੈਨੂੰ ਮਾਈਨਸ ਕਰਨਾ ਪਏਗਾ। ਜੇ ਮੈਂ ਉਹ ਮਾਈਨਸ ਨਹੀਂ ਕਰਾਂਗਾ ਮੈਨੂੰ ਨੈਟ ਸੇਲ ਦਾ ਨਹੀਂ ਪਤਾ ਲੱਗੇਗਾ। ਜੇ ਮੈਨੂੰ ਨੈਟ ਸੇਲ ਦਾ ਨਹੀਂ ਪਤਾ ਲੱਗਿਆ, ਮੈਨੂੰ ਐਕਚੁਅਲ 'ਚ ਮੇਰਾ ਪ੍ਰੋਫਿਟ ਨਹੀਂ ਪਤਾ ਲੱਗੇਗਾ। ਮੈਂ ਆਪਣੇ ਆਪ ਨਾਲ ਨਹੀਂ ਓਨੈਸਟ ਨਹੀਂ ਹਾਂ। ਠੀਕ ਹੈ ਨਾ, ਤਾਂ ਉਹ 'ਚੋਂ ਮੈਂ ਮਾਈਨਸ ਕੀ ਕਰਾਂਗਾ? ਸੇਲ ਰਿਟਰਨ, ਰਿਟਰਨ ਇਨਵਰਡ। ਜੇ ਸੇਲ ਰਿਟਰਨ ਕਹਿੰਦੇ ਨੇ ਇਹਨੂੰ ਜਾਂ ਰਿਟਰਨ ਇਨਵਰਡ ਕਹਿੰਦੇ ਨੇ। ਠੀਕ ਹੈ,
ਸੋ ਆਪਾਂ ਨੂੰ ਨੈਟ ਸੇਲ ਪਤਾ ਲੱਗ ਜਾਂਦੀ, ਇੱਕ ਪਤਾ ਲੱਗ ਗਿਆ ਸਾਨੂੰ ਨੈਟ ਸੇਲ ਇਵੇਂ ਨਿਕਲਦੀ ਹੈ, ਠੀਕ ਹੈ। ਕੋਸਟ ਆਫ ਗੁੱਡ ਸੋਲਡ ਕਿਵੇਂ ਨਿਕਲਦਾ ਹੈ? ਓਪਨਿੰਗ ਸਟਾਕ, ਜੋ ਮਾਲ ਪਿਛਲੇ ਸਾਲ ਦਾ ਕਲੋਜ਼ਿੰਗ ਸਟਾਕ ਸੀ, 2019-20 ਦਾ ਕਲੋਜ਼ਿੰਗ ਸਟਾਕ ਸੀ, ਜਿੰਨਾ ਮਾਲ ਬਚ ਗਿਆ ਸੀ, ਉਹ ਅਗਲੇ ਸਾਲ ਦਾ 2020-21 ਦਾ ਕੀ ਹੋ ਜਾਏਗਾ? ਓਪਨਿੰਗ ਸਟਾਕ ਹੋ ਜਾਏਗਾ, ਉਹ ਪਲੱਸ ਹੋਏਗਾ। ਤੇ ਇਸ ਸਾਲ ਜਿੰਨਾ ਮੈਂ ਪਰਚੇਸ ਕੀਤਾ ਹੈ, ਨੈਟ ਪਰਚੇਸਿਸ ਦਾ ਕੀ ਮਤਲਬ ਹੋਇਆ? ਟੋਟਲ ਪਰਚੇਸਿਸ, ਕੈਸ਼ ਪਰਚੇਸਿਸ, ਕ੍ਰੈਡਿਟ ਪਰਚੇਸਿਸ ਮਾਈਨਸ ਪਰਚੇਸਿਸ ਰਿਟਰਨ ਔਰ ਆਊਟਵਰਡ। ਰਿਟਰਨ ਜਾਂ ਆਊਟਵਰਡ, ਜੋ ਚੀਜ਼ ਮੈਂ ਨੈਟ ਸੇਲ ਬਾਰੇ ਕਹੀ ਸੀ, ਸੇਮ ਉਰੇ ਬਾਰੇ ਕਿ ਨੈਟ ਪਰਚੇਸਿਸ ਮੈਨੂੰ ਤਾਂ ਹੀ ਪਤਾ ਲੱਗਣਗੇ ਜਿਹੜੇ ਮੇਰੇ ਪਰਚੇਸਿਸ ਮੈंने ਵਾਪਸ ਵੀ ਕੱਢ ਦੇ, ਕਿ ਹਾਂ ਭਾਈ ਇਹ ਮਾਲ ਮੇਰਾ 1 ਕੁਇੰਟਲ ਦਾ ਮਾਲ ਸਹੀ ਨਹੀਂ ਨਿਕਲਿਆ, ਇਹਨੂੰ ਮੈਨੂੰ ਵਾਪਸ ਕਰਨਾ ਪੈਣਾ। ਮੈਂ ਉਹਦੀ ਐਕਚੁਅਲ ਵੈਲਿਊ ਲਾਵਾਂ ਕਿ ਹਾਂ ਭਾਈ ਮੈंने ਐਕਚੁਅਲ ਇਸ ਪਾਰਟੀ ਤੋਂ ਮੈंने ਇੰਨੇ ਪਰਚੇਸਿਸ ਕੀਤੇ ਹੈ, ਉਹ ਮੇਰੇ ਨਿਊ ਨੈਟ ਪਰਚੇਸਿਸ ਪਤਾ ਲੱਗ ਗਏ, ਤਾਂ ਉਹਨੂੰ ਆਪਾਂ ਨੈਟ ਪਰਚੇਸਿਸ ਕਹਿੰਦੇ ਆ, ਠੀਕ ਹੈ। ਨੈਟ ਪਰਚੇਸਿਸ ਬਾਰੇ ਗੱਲ ਹੋ ਗਈ ਆਪਣੀ। ਡਾਇਰੈਕਟ ਐਕਸਪੈਂਸਿਸ, ਜਿਹੜੇ ਸਿੱਧੇ ਖਰਚੇ ਹੋ ਰਹੇ ਹੈ, ਠੀਕ ਹੈ। ਮੇਰੇ ਇਹਦੇ ਉੱਪਰ ਸਿੱਧੇ ਚੁੰਗੀ ਦਾ ਖਰਚਾ ਹੋ ਗਿਆ, ਠੀਕ ਹੈ, ਚੁੰਗੀ ਦਾ ਖਰਚਾ ਹੋ ਗਿਆ। ਸਿੱਧੇ ਖਰਚੇ ਹੋ ਗਏ ਜਿਹੜੇ, ਮਤਲਬ ਕਿ ਸਪੋਜ਼ ਕਰੋ ਇਸ ਦੇ ਉੱਪਰ ਮੈਂ ਇਸ ਨੂੰ ਲਿਆਉਣ ਦਾ ਖਰਚਾ, ਮਤਲਬ ਕਿ ਮੈਂ ਮਾਲ ਕਿਸੇ ਤੋਂ ਖਰੀਦਿਆ, ਉਸ ਨੂੰ ਮੈंने ਲਿਆਉਣ ਦਾ ਖਰਚਾ, ਆਪਣੇ ਡਿਲੀਵਰੀ ਦਾ ਖਰਚਾ, ਉਹ ਵੀ ਇਸ 'ਚ ਐਡ ਹੋ ਜਾਏਗਾ। ਜਿਹੜੇ ਸਿੱਧੇ ਖਰਚੇ ਹੋਣਗੇ, ਠੀਕ ਹੈ, ਜਿਹੜੇ ਬਿਲਕੁਲ ਸਿੱਧੇ ਖਰਚੇ ਹੋਣਗੇ, ਕੋਈ ਵੀ ਖਰਚੇ ਹੋ ਸਕਦੇ ਹੈ। ਇਸ ਵਿੱਚ ਇਲੈਕਟ੍ਰੀਸਿਟੀ ਨਹੀਂ ਹੋ ਸਕਦਾ, ਠੀਕ ਹੈ ਨਾ, ਇਲੈਕਟ੍ਰੀਸਿਟੀ ਨਹੀਂ ਹੋ ਸਕਦਾ। ਮਾਲ ਨੂੰ ਲਿਆਉਣ ਦੇ ਖਰਚੇ 'ਚ ਇਲੈਕਟ੍ਰੀਸਿਟੀ ਦਾ ਕੀ ਲੈਣਾ ਦੇਣਾ, ਠੀਕ ਹੈ। ਜੋ ਜਿਹੜੇ ਸਿੱਧੇ ਖਰਚੇ ਹੋਣਗੇ ਉਹੀ ਆਣਗੇ, ਠੀਕ ਹੈ। ਮਾਈਨਸ ਕੀ ਹੋਏਗਾ? ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਉਰੇ ਕਿਹੜਾ ਆ ਗਿਆ? ਇਸ ਸਾਲ ਦਾ ਕਲੋਜ਼ਿੰਗ ਸਟਾਕ। ਉਹ ਜਿਹੜੇ ਆਪਾਂ ਨੇ, ਇਹ ਤਾਂ ਹੈ ਨਹੀਂ ਕਿ ਜੋ ਆਪਾਂ ਪਰਚੇਸ ਕੀਤਾ ਉਹ ਸਾਰੇ ਦਾ ਸਾਰਾ ਹੀ ਵਿਕ ਗਿਆ, ਠੀਕ ਹੈ ਨਾ। ਜਿਹੜੀ ਨੈਟ ਸੇਲ ਹੋਈ ਹੈ, ਇਹ ਤਾਂ ਨਹੀਂ ਕਿ ਉਹ ਸਾਰਾ ਮੇਰਾ ਚੱਕ ਕੇ ਲੈ ਗਈ, ਮਤਲਬ ਕਿ ਸੇਲ ਕਰਤੀ ਉਸਨੇ। ਕੁਝ ਮਾਲ ਬਚ ਵੀ ਤਾਂ ਗਿਆ ਹੋਣਾ, ਉਹਨੂੰ ਕੀ ਕਹਿੰਦੇ ਨੇ? ਉਹਨੂੰ ਕਹਿੰਦੇ ਨੇ ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਉਹ ਬਚ ਗਿਆ, ਉਹਨੂੰ ਮਾਈਨਸ ਕਰਨਾ ਪਏਗਾ, ਤਾਂ ਹੀ ਸਾਨੂੰ ਉਸਦੀ ਕੋਸਟ ਪਤਾ ਲੱਗੇਗੀ। ਜਿੰਨਾ ਅਸੀਂ ਪਰਚੇਸ ਕੀਤਾ ਅਤੇ ਜਿੰਨਾ ਸਾਡੀ ਓਪਨਿੰਗ ਸਟਾਕ ਸੀ, ਉਹਦੀ ਸਾਨੂੰ ਐਕਚੁਅਲ ਵੈਲਿਊ ਪਤਾ ਲੱਗੇਗੀ ਕਿ ਇਸ ਨੂੰ ਵੇਚਣ ਦੀ ਇੰਨੀ ਵੈਲਿਊ ਹੈ, ਠੀਕ ਹੈ ਨਾ। ਤਾਂ ਮਾਈਨਸ ਕੀ ਕਰਾਂਗੇ? ਇਸ 'ਚੋਂ ਕਲੋਜ਼ਿੰਗ ਸਟਾਕ ਮਾਈਨਸ ਕਰਾਂਗੇ, ਜੋ ਬਚ ਗਿਆ ਮਾਲ, ਠੀਕ ਹੈ। ਤਾਂ ਇਸੇ ਤਰ੍ਹਾਂ ਇਹ ਕੋਸਟ ਆਫ ਗੁੱਡ ਸੋਲਡ ਹੋ ਗਿਆ, ਇਹ ਨੈਟ ਸੇਲ ਹੋ ਗਈ। ਜੇ ਨੈਟ ਸੇਲ ਵੱਧ ਰਹੀ ਹੈ ਮੇਰੀ ਕੋਸਟ ਆਫ ਗੁੱਡ ਸੋਲਡ ਨਾਲੋਂ, ਮੇਰੀ ਖਰੀਦੀ ਹੋਈ ਚੀਜ਼ ਨਾਲੋਂ, ਕੋਈ ਚੀਜ਼ ਮੈंने ਖਰੀਦੀ ਹੈ ਉਹਦੇ ਨਾਲੋਂ, ਸਪੋਜ਼ ਕਰੋ ਮੈਂ 20,000 ਦਾ ਮਾਲ, ਮੇਰਾ ਇਹਦੀ ਕੋਸਟ ਬਣਦੀ ਹੈ ਟੋਟਲ ਡਾਇਰੈਕਟ ਐਕਸਪੈਂਸਿਸ ਮਿਲਾ ਕੇ ਮਾਈਨਸ ਕਲੋਜ਼ਿੰਗ ਸਟਾਕ ਕਰਕੇ, ਓਪਨਿੰਗ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਕਲੋਜ਼ਿੰਗ, ਤਾਂ 20,000 ਬਣਦੀ ਹੈ। ਅਤੇ ਜਿਹੜੀ ਸੇਲ ਆ ਉਹ ਮੇਰੀ 30,000 ਹੋ ਰਹੀ ਹੈ। ਮੈਂ 30,000 ਚੋਂ 20,000 ਮਾਈਨਸ ਕਰਾਂਗਾ ਤਾਂ ਮੇਰਾ ਕੀ ਆ ਜਾਏਗਾ? ਗਰੋਸ ਪ੍ਰੋਫਿਟ ਆ ਜਾਏਗਾ, ਠੀਕ ਹੈ, ਗਰੋਸ ਪ੍ਰੋਫਿਟ ਆ ਜਾਏਗਾ। ਉਸ ਨੂੰ ਕਹਿੰਦੇ ਨੇ, ਇਹ ਸਾਰੀ ਚੀਜ਼ਾਂ ਨੂੰ ਕਰਨ ਨੂੰ ਕੀ ਕਹਿੰਦੇ ਨੇ? ਇਹਨੂੰ ਟਰੇਡਿੰਗ ਅਕਾਊਂਟ ਕਹਿੰਦੇ ਨੇ, ਠੀਕ ਹੈ। ਟਰੇਡਿੰਗ ਅਕਾਊਂਟ ਕਹਿੰਦੇ ਨੇ। ਅੱਗੇ ਆਪਾਂ ਪਰਫੋਰਮਾ ਦੇਖਦੇ ਹਾਂ, ਠੀਕ ਹੈ। ਇਸ 'ਚ ਪਹਿਲੇ ਆਪਾਂ ਇੱਕ ਵਾਰੀ ਅੱਗੇ ਦੇਖ ਲੈਂ। ਡਾਇਰੈਕਟ ਐਕਸਪੈਂਸਿਸ ਕਿਹੜੇ ਹੁੰਦੇ ਨੇ? ਓਲ ਐਕਸਪੈਂਸਿਸ ਵਿਚ ਆਰ ਡਾਇਰੈਕਟਲੀ ਰਿਲੇਟਿਡ ਟੂ ਪਰਚੇਸਿਸ ਆਫ ਗੁਡਸ, ਜਿਹੜੇ ਮੇਰੇ ਡਾਇਰੈਕਟਲੀ ਰਿਲੇਟਿਡ ਹੈ ਗੁਡਸ ਨੂੰ ਪਰਚੇਸ ਕਰਨ ਵਿੱਚ, ਠੀਕ ਹੈ। ਕੈਰੇਜ ਇਨਵਰਡ ਹੋ ਗਿਆ, ਠੀਕ ਹੈ। ਜਿਹੜੇ ਐਨ ਕਨਵਰਟਿੰਗ ਦੈਮ ਇਨਟੂ ਸੇਲੇਬਲ ਕੰਡੀਸ਼ਨ, ਜਿਹਨੂੰ ਮੈਂ ਸੇਲ ਕਰਨ ਵਿੱਚ ਉਸ ਨੂੰ ਕੰਡੀਸ਼ਨ ਵਿੱਚ ਲੈ ਆਵਾਂ, ਉਸ ਨੂੰ ਕਹਿੰਦੇ ਨੇ ਮੇਰੇ ਡਾਇਰੈਕਟ ਐਕਸਪੈਂਸਿਸ, ਠੀਕ ਹੈ। ਜਿਹੜਾ ਮੇਰਾ ਮੈਨੂਫੈਕਚਰਿੰਗ ਵਿੱਚ ਮਾਲ ਨੂੰ ਬਣਾਉਣ ਦਾ ਖਰਚਾ ਜਿੰਨਾ ਵੀ ਹੋਇਆ, ਮਾਲ ਨੂੰ ਬਣਾਉਣ ਦਾ ਖਰਚਾ ਜੇ ਮੈਂ ਮੈਨੂਫੈਕਚਰਿੰਗ ਦੇ ਹਿਸਾਬ ਸੇ ਲਾਵਾਂ, ਪਰਚੇਸਿਸ ਕੀਤੇ ਆ ਮੈंने, ਠੀਕ ਹੈ। ਅਤੇ ਜੇ ਕਨਵਰਟਿੰਗ ਦੈਮ ਇਨਟੂ ਸੇਲੇਬਲ ਵੈਲਿਊ, ਮੈਂ ਜੋ ਮਾਲ ਲੈ ਕੇ ਆਇਆ, ਕੋਈ ਕੱਚਾ ਮਾਲ ਲੈ ਕੇ ਆਇਆ, ਮੈਂ ਉਹਨੂੰ ਅੱਗੇ ਕੱਚਾ ਮਾਲ ਲੈ ਕੇ ਆਇਆ ਨਾ, ਮੈਂ ਕੱਚਾ ਮਾਲ ਕਿਸੇ ਪਾਰਟੀ ਤੋਂ ਖਰੀਦ ਕੇ ਲਿਆਇਆ, ਉਸ ਨੂੰ ਅੱਗੇ ਮੈंने ਫਿਨਿਸ਼ ਗੁਡਸ ਬਣਾਏ ਉਹਦੇ, ਮਤਲਬ ਕਿ ਕੋਈ ਕੱਪੜਾ ਲੈ ਕੇ ਆਇਆ ਕਮੀਜ਼ ਦਾ, ਉਸ ਤੋਂ ਮੈਂ ਉਹਦੀ ਕਮੀਜ਼ ਬਣਾਈ, ਸਾਰੀ ਕਮੀਜ਼ ਬਣਾਉਣ ਦਾ ਖਰਚਾ ਉਹ ਵੀ ਐਡ ਹੋ ਜਾਏਗਾ ਸਿੱਧਾ, ਜਿਹੜਾ ਸਿੱਧਾ ਉਹਦੇ ਉੱਪਰ ਖਰਚਾ ਹੋ ਰਿਹਾ, ਠੀਕ ਹੈ। ਉਹ ਸਾਰੇ ਐਡ ਹੋ ਜਾਣਗੇ, ਠੀਕ ਹੈ। ਉਹ ਆਪਾਂ ਐਡ ਕਰਾਂਗੇ। ਕਲੋਜ਼ਿੰਗ ਸਟਾਕ ਕੀ ਹੁੰਦਾ? ਸਟਾਕ ਵੀ ਹੈਵ ਇਨ ਹੈਂਡ ਐਂਡ ਦੀ ਐਂਡ ਆਫ ਦੀ ਅਕਾਊਂਟਿੰਗ ਪੀਰੀਅਡ, ਜਿਹੜਾ ਸਾਡੇ ਕੋਲ ਬਚ ਗਿਆ ਮਾਲ, ਉਹਨੂੰ ਕਹਿੰਦੇ ਨੇ ਕਲੋਜ਼ਿੰਗ ਸਟਾਕ, ਠੀਕ ਹੈ। ਅੱਗੇ ਆਪਾਂ ਇਹ ਪਰਫੋਰਮਾ ਦੇਖ ਲੈਂਦੇ ਹਾਂ। ਦੇਖੋ ਆਪਾਂ ਇਵੇਂ ਬਣਾਵਾਂਗੇ, ਇਹ ਪਰਟੀਕੂਲਰਸ, ਇਹ ਅਮਾਊਂਟ, ਇਹ ਪਰਟੀਕੂਲਰਸ, ਇਹ ਅਮਾਊਂਟ, ਠੀਕ ਹੈ। ਤਾਂ ਸੇਲ ਆਪਾਂ ਦੀ ਕ੍ਰੈਡਿਟ ਹੁੰਦੀ ਹੈ ਹਮੇਸ਼ਾ, ਠੀਕ ਹੈ ਨਾ। ਸੇਲ ਆਪਣਾ ਇੱਕ ਤਰ੍ਹਾਂ ਰੈਵਨਿਊ ਹੈ ਅਤੇ ਕ੍ਰੈਡਿਟ ਹੋਈ, ਇਹ ਅਮਾਊਂਟ ਪਾਵਾਂਗੇ। ਇਹਨੂੰ ਹਲੇ ਅੰਦਰ ਕਿਉਂ ਪਾਈਏ ਅਮਾਊਂਟ? ਕਿਉਂਕਿ ਆਪਾਂ ਰਿਟਰਨ ਮਾਈਨਸ ਕਰਨਾ, ਇਹ 'ਚੋਂ ਰਿਟਰਨ ਮਾਈਨਸ ਕਰਾਂਗੇ, ਇਹ ਇੰਨੀ ਟੋਟਲ ਅਮਾਊਂਟ ਆ ਜਾਏਗੀ, ਠੀਕ ਹੈ। ਟੋਟਲ ਅਮਾਊਂਟ ਆ ਜਾਏਗੀ। ਅਤੇ ਅੱਗੇ ਆ ਗਿਆ ਓਪਨਿੰਗ ਸਟਾਕ ਹਮੇਸ਼ਾ ਡੈਬਿਟ ਹੁੰਦਾ ਹੈ, ਡੈਬਿਟ ਰੀਅਲ ਅਕਾਊਂਟ, ਠੀਕ ਹੈ ਨਾ। ਐਸਟ ਹੈ ਰੀਅਲ ਅਕਾਊਂਟ, ਹਮੇਸ਼ਾ ਡੈਬਿਟ ਹੁੰਦਾ। ਪਰਚੇਸਿਸ ਦਾ ਬੈਲੈਂਸ ਹਮੇਸ਼ਾ ਡੈਬਿਟ ਹੁੰਦਾ, ਤਾਂ ਸਟਾਕ ਦਾ ਬੈਲੈਂਸ ਹਮੇਸ਼ਾ ਡੈਬਿਟ ਹੋਏਗਾ। ਫਿਰ ਪਰਚੇਸਿਸ ਕੀਤੇ ਜਿਹੜੇ ਡੈਬਿਟ ਬੈਲੈਂਸ ਹੁੰਦਾ ਹਮੇਸ਼ਾ, ਅਤੇ ਰਿਟਰਨ ਜਿਹੜਾ ਮਾਈਨਸ ਹੋ ਜਾਏਗਾ। ਡਾਇਰੈਕਟ ਐਕਸਪੈਂਸਿਸ, ਇਹ ਨੈਟ ਆ ਜਾਏਗਾ, ਪਰਚੇਸਿਸ, ਇਹ ਨੈਟ ਸੇਲ ਆ ਗਈ,
ਠੀਕ ਹੈ। ਡਾਇਰੈਕਟ ਐਕਸਪੈਂਸਿਸ ਇੰਨੇ ਹੋ ਗਏ, ਠੀਕ ਹੈ। ਅਤੇ ਆਪਾਂ ਨੇ ਉਰੇ ਕਲੋਜ਼ਿੰਗ ਸਟੋਕ, ਹਾਂ ਉਰੇ ਕਲੋਜ਼ਿੰਗ ਸਟੋਕ ਨਹੀਂ ਹੈ, ਉਰੇ ਆਪਾਂ ਕਲੋਜ਼ਿੰਗ ਸਟੋਕ ਪਾਵਾਂਗੇ ਬਾਏ ਕਲੋਜ਼ਿੰਗ ਸਟੋਕ, ਉਰੇ ਅਮਾਊਂਟ ਆ ਜਾਏਗੀ, ਠੀਕ ਹੈ। ਅਮਾਊਂਟ ਆ ਜਾਏਗੀ, ਤੁਸੀਂ ਆਪਾਂ ਨੇ ਸਾਰਾ ਪਾ ਤਾ। ਹੁਣ ਆਪਾਂ ਨੇ ਕੈਲਕੂਲੇਟ ਕਰਨਾ ਹੈ। ਆਪਾਂ ਕੀ ਦੇਖਾਂਗੇ, ਸੇਲ ਜੇ ਆਪਾਂ ਇਹ ਦੇਖਾਂਗੇ ਇਹਨਾਂ ਵਿੱਚੋਂ ਕਿਹੜੀ ਚੀਜ਼ ਦਾ ਟੋਟਲ ਜ਼ਿਆਦਾ ਹੋ ਰਿਹਾ। ਸੇਲ ਦਾ ਜ਼ਿਆਦਾਤਰ ਟੋਟਲ ਜ਼ਿਆਦਾ ਹੁੰਦਾ। ਆਪਾਂ ਉਰੇ ਟੋਟਲ ਕਰ ਲਾਂਗੇ, ਇਹਦਾ ਟੋਟਲ ਕਰਕੇ ਇਹਦਾ ਪੂਰਾ ਪਾ ਦਾਂਗੇ। ਸਪੋਜ਼ ਕਰੋ ਉਰੇ 40,000 ਪਾ ਦਾਂਗੇ, ਅਤੇ ਇਹਦਾ ਬਣ ਰਿਹਾ 38,000 ਪਾ ਦਾਂਗੇ, ਠੀਕ ਹੈ। 2,000 ਦਾ ਪ੍ਰੋਫਿਟ ਹੋਇਆ ਤਾਂ ਉਰੇ ਲਿਖ ਦਾਂਗੇ ਟੂ ਪ੍ਰੋਫਿਟ ਐਂਡ ਲੋਸ 2,000, ਠੀਕ ਹੈ। ਬੈਲੈਂਸ ਕੈਰੀ ਡਾਊਨ, ਇਹ ਕੈਰੀ ਡਾਊਨ ਆ ਗਿਆ ਬੈਲੈਂਸ, ਕਿਉਂਕਿ ਮੈਨੂੰ ਇਹਨਾਂ 'ਚੋਂ ਇੰਨੀ ਵੈਲਿਊ ਕੱਢੀ ਮੈਨੇ, ਠੀਕ ਹੈ ਨਾ। ਮੈਨੂੰ ਆਪਣੀ ਸੇਲ ਵਿੱਚੋਂ ਜਿਹੜੀ ਮੇਰੀ ਵੈਲਿਊ ਹੈ, ਸੇਲ ਵਿੱਚੋਂ ਮੈਨੇ ਕੋਸਟ ਆਫ ਗੁੱਡ ਸੋਲਡ ਮਾਈਨਸ ਕਰ ਲਿਆ, ਠੀਕ ਹੈ ਨਾ। ਇਹ ਸਾਰਾ ਕੋਸਟ ਆਫ ਗੁੱਡ ਸੋਲਡ ਹੀ ਹੈ, ਓਪਨਿੰਗ ਪਲੱਸ ਪਰਚੇਸਿਸ ਪਲੱਸ ਡਾਇਰੈਕਟ ਐਕਸਪੈਂਸਿਸ ਮਾਈਨਸ ਬਾਏ ਕਲੋਜ਼ਿੰਗ ਸਟੋਕ। ਇਹ ਕਲੋਜ਼ਿੰਗ ਸਟੋਕ ਹੈ, ਮਾਈਨਸ ਕਰ ਦਾਂਗਾ ਮੈਂ ਇਸ ਵਿੱਚੋਂ। ਇਹ ਮਾਈਨਸ ਕਰਕੇ ਮੇਰਾ ਕੋਸਟ ਆਫ ਗੁੱਡ ਸੋਲਡ ਨਿਕਲ ਆਏਗਾ। ਤਾਂ ਨੈੱਟ ਸੇਲ 'ਚੋਂ ਆਪਾਂ ਕੋਸਟ ਆਫ ਗੁੱਡ ਸੋਲਡ ਮਾਈਨਸ ਕਰਦੇ ਹਾਂ ਤਾਂ ਕੀ ਨਿਕਲਦਾ, ਪ੍ਰੋਫਿਟ ਨਿਕਲਦਾ, ਠੀਕ ਹੈ। ਤੁਸੀਂ ਇਹ ਸੋਚ ਰਹੇ ਹੋਣੇ ਕਿ ਉਰੇ ਬਾਏ ਪ੍ਰੋਫਿਟ ਲਿਖਿਆ, ਉਰੇ ਕਿਉਂ ਲਿਖਿਆ ਬਾਏ ਪ੍ਰੋਫਿਟ। ਮੈਂ ਤੁਹਾਨੂੰ ਦੱਸਿਆ ਸੀ ਕਈ ਵਾਰੀ ਤਾਂ ਹੋ ਸਕਦਾ ਜਿਹੜਾ ਤੁਹਾਡਾ ਕੋਸਟ ਆਫ ਗੁੱਡ ਸੋਲਡ ਹੈ, ਇੱਥੇ ਦੀ ਜਿਹੜੀ ਵੈਲਿਊ ਹੈ ਉਹ ਵੀ ਤਾਂ ਵੱਧ ਹੋ ਸਕਦੀ ਹੈ। ਜੇ 40,000 ਬਣ ਜੇ ਅਤੇ ਇਹ 38,000 ਬਣੇ ਤਾਂ ਮੈਨੂੰ ਇਹਦਾ ਬੈਲੈਂਸ ਕਰਨ ਕੀ ਕਰਾਂਗਾ, ਲੋਸ ਹੋ ਗਿਆ, ਯਾਨੀ ਕਿ ਉਰੇ ਰੀਪ੍ਰਜੈਂਟ ਕੀ ਕਰ ਰਿਹਾ, ਲੋਸ ਕਰ ਰਿਹਾ। ਤਾਂ ਉਰੇ ਉਹ ਵੈਲਿਊ ਪਾ ਕੇ ਇਹਨੂੰ ਟੋਟਲ ਕਰ ਦਾਂਗਾ, ਠੀਕ ਹੈ। ਫਿਰ ਇਹ ਡੈਬਿਟ ਬੈਲੈਂਸ ਆ ਜਾਏਗਾ। ਵੈਸੇ ਹਮੇਸ਼ਾ ਪ੍ਰੋਫਿਟ ਦਾ ਕਿਹੜਾ ਬੈਲੈਂਸ ਹੁੰਦਾ, ਕ੍ਰੈਡਿਟ ਬੈਲੈਂਸ ਹੁੰਦਾ। ਕ੍ਰੈਡਿਟ ਆਲ ਇਨਕਮਸ ਐਂਡ ਗੇਨਸ, ਯਾਨੀ ਕਿ ਮੇਰਾ ਕ੍ਰੈਡਿਟ ਬੈਲੈਂਸ ਹੁੰਦਾ, ਠੀਕ ਹੈ। ਇਹ ਬਣ ਗਏ, ਇਹਨੂੰ ਕਹਿੰਦੇ ਟ੍ਰੇਡਿੰਗ ਅਕਾਊਂਟ। ਇਹ 'ਚ ਮੇਰਾ ਕੀ ਨਿਕਲਿਆ, ਐਕਚੁਅਲ 'ਚ ਨਿਕਲਿਆ ਕੀ ਹੈ, ਮੇਰਾ ਗਰੋਸ ਪ੍ਰੋਫਿਟ ਨਿਕਲਿਆ। ਇਹ ਕਿਹੜਾ ਪ੍ਰੋਫਿਟ ਹੈ, ਗਰੋਸ ਪ੍ਰੋਫਿਟ, ਠੀਕ ਹੈ। ਇਹ 'ਚੋਂ ਮੈਂ ਕਿਹੜੇ ਐਕਸਪੈਂਸਿਸ ਮਾਈਨਸ ਕੀਤੇ ਹੈ, ਜੋ ਮੇਰੇ ਸਿੱਧੇ ਡਾਇਰੈਕਟ ਰਿਲੇਸ਼ਨ ਹੈ ਚੀਜ਼ ਨੂੰ ਬਣਾਉਣ ਤੋਂ ਲੈ ਕੇ ਉਹਨੂੰ ਸੇਲੇਬਲ ਵੈਲਿਊ 'ਚ ਲਿਆਉਣ ਤੱਕ ਦਾ। ਅਤੇ ਉਸ ਵਿੱਚੋਂ ਜਿੰਨੀ ਸੇਲ ਹੋ ਗਈ ਮੇਰੀ ਬਾਏ ਸੇਲ ਇੰਨੀ ਹੋ ਗਈ, ਅਤੇ ਇਸ ਵਿੱਚੋਂ ਜਿੰਨਾ ਬਣਾਉਣ ਦਾ ਖਰਚਾ ਆਇਆ ਇੰਨਾ ਹੋ ਗਿਆ। ਇਸ 'ਚੋਂ ਮੈंने ਇਹਨੂੰ ਮਾਈਨਸ ਕੀਤਾ ਤਾਂ ਮੇਰਾ ਗਰੋਸ ਪ੍ਰੋਫਿਟ ਨਿਕਲ ਗਿਆ। ਜੇ ਇਹ ਚੀਜ਼ ਵੱਧ ਹੈ ਤਾਂ ਇਹਨੂੰ ਮਾਈਨਸ ਕੀਤਾ ਤਾਂ ਮੇਰੀ ਲੋਸ ਨਿਕਲ ਗਿਆ, ਠੀਕ ਹੈ। ਠੀਕ ਹੈ, ਤੁਸੀਂ ਇੰਨਾ ਧਿਆਨ ਰੱਖਣਾ ਹਮੇਸ਼ਾ ਕਿ ਜਿਹੜਾ ਪ੍ਰੋਫਿਟ ਦਾ ਉਹ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ। ਕਿਉਂ ਹੁੰਦਾ, ਕਿਉਂਕਿ ਕ੍ਰੈਡਿਟ ਆਲ ਇਨਕਮਸ ਐਂਡ ਗੇਨਸ, ਠੀਕ ਹੈ, ਬੈਲੈਂਸ ਹੁੰਦਾ। ਹੁਣ ਅੱਗੇ ਆ ਗਿਆ ਪ੍ਰੋਫਿਟ ਐਂਡ ਲੋਸ ਅਕਾਊਂਟ। ਆਪਾਂ ਨੇ ਇਹ ਦੇਖ ਲਿਆ, ਇਹ 'ਚ ਜਿਹੜੇ ਸਿੱਧੇ ਖਰਚੇ ਪੈਂਦੇ ਆ, ਡਾਇਰੈਕਟ ਐਕਸਪੈਂਸਿਸ ਪੈਂਦੇ ਆ, ਠੀਕ ਹੈ। ਇਹ 'ਚ ਸਿੱਧੇ ਖਰਚੇ ਪੈਣਗੇ, ਠੀਕ ਹੈ। ਇਹ 'ਚੋਂ ਜਿਹੜਾ ਹੁਣ PL ਅਕਾਊਂਟ ਆਏਗਾ ਉਸ 'ਚ ਹਮੇਸ਼ਾ ਇੰਡਾਇਰੈਕਟ ਐਕਸਪੈਂਸਿਸ ਪੈਣਗੇ, ਅਤੇ ਇਨਕਮਸ ਪੈਣਗੀਆਂ, ਠੀਕ ਹੈ। ਇਨਕਮਸ ਕਿਹੜੀ ਹੋਣਗੀਆਂ, ਇਨਕਮ ਉਹੀ ਹੋਏਗੀ ਜਿਹੜੀ ਮੈਂ ਉੱਪਰ ਲਿਆਂਦੀ ਹੈ, ਗਰੋਸ ਪ੍ਰੋਫਿਟ ਲਿਆਂਦਾ। ਕਿਉਂ ਮੈਂ ਇਹਨੂੰ ਚੱਕ ਰਿਹਾ ਉਰੋਂ ਦੀ, ਮੈਂ ਇਸ ਲਈ ਚੱਕ ਰਿਹਾ ਤਾਂ ਕਿ ਮੈਨੂੰ ਨੈੱਟ ਪ੍ਰੋਫਿਟ ਪਤਾ ਲੱਗ ਜੇ। ਨੈੱਟ ਪ੍ਰੋਫਿਟ ਮੈਂ ਜਦ ਤੱਕ ਨਹੀਂ ਕੱਢਾਂਗਾ ਮੈਨੂੰ ਐਕਚੁਅਲ ਵੈਲਿਊ ਨਹੀਂ ਪਤਾ ਲੱਗੇਗੀ। ਮੈਨੂੰ ਆਪਣੇ ਆਫਿਸ ਦੇ ਖਰਚੇ ਵੀ ਮੈਨੂੰ ਮਾਈਨਸ ਕਰਨੇ ਪੈਣਗੇ। ਆਫਿਸ ਖਰਚੇ ਨਹੀਂ ਮਾਈਨਸ ਕਰਾਂਗਾ, ਇਸ ਦਾ ਮਤਲਬ ਮੇਰਾ ਐਕਚੁਅਲ ਪ੍ਰੋਫਿਟ ਨਹੀਂ ਹੈ, ਠੀਕ ਹੈ। ਤਾਂ ਇਸ ਨੂੰ ਮੈਂ ਕੀ ਕਰਾਂਗਾ, ਗਰੋਸ ਪ੍ਰੋਫਿਟ ਨੂੰ ਲੈ ਕੇ ਚੱਲਾਂਗਾ ਥੱਲੇ, ਠੀਕ ਹੈ। ਉਹਨੂੰ ਮੈਂ ਕ੍ਰੈਡਿਟ ਸਾਈਡ 'ਤੇ ਦਿਖਾਵਾਂਗਾ। ਫਿਲਹਾਲ ਆਪਾਂ ਪ੍ਰੋਫਿਟ ਐਂਡ ਲੋਸ ਦੀ ਗੱਲ ਕਰ ਰਹੇ ਸੀ। ਆਪਾਂ ਪਹਿਲੇ ਡੈਫੀਨੇਸ਼ਨ ਪੜ੍ਹ ਲੈਂਦੇ ਹਾਂ। ਪ੍ਰੋਫਿਟ ਐਂਡ ਲੋਸ ਅਕਾਊਂਟ ਔਰ ਇਨਕਮ ਸਟੇਟਮੈਂਟ ਇਜ਼ ਪ੍ਰੀਪੇਅਰ ਟੂ ਫਾਈਂਡ ਦੀ ਨੈਟ ਪ੍ਰੋਫਿਟ ਐਂਡ ਲੋਸ ਆਫ ਬਿਜ਼ਨਸ। ਇਹਦਾ ਮੇਨ ਮੋਟਿਵ ਕੀ ਹੈ, ਨੈਟ ਪ੍ਰੋਫਿਟ ਐਂਡ ਬਿਜ਼ਨਸ ਦਾ ਕੱਢਣਾ, ਠੀਕ ਹੈ, ਫੋਰ ਦੀ ਪਰਟੀਕੂਲਰ ਅਕਾਊਂਟਿੰਗ ਪੀਰੀਅਡ। ਇਟ ਇਜ਼ ਦ ਕੈਲਕੂਲੇਟਿਡ ਬਾਏ ਕੰਪੇਅਰਿੰਗ ਦੀ ਗਰੋਸ ਪ੍ਰੋਫਿਟ। ਉੱਪਰ ਕੀ ਕੀਤਾ ਸੀ ਆਪਾਂ ਨੇ, ਨੈਟ ਸੇਲ ਦੇ ਕੰਪੇਅਰ ਕੀਤਾ ਸੀ ਕਿਹਦੇ ਨਾਲ, ਕੋਸਟ ਆਫ ਗੁੱਡ ਸੋਲਡ ਨਾਲ। ਉਰੇ ਕੀ ਕਰ ਰਹੇ ਹਾਂ ਆਪਾਂ, ਗਰੋਸ ਪ੍ਰੋਫਿਟ ਜਿਹੜਾ ਮੈਂ ਉੱਪਰੋਂ ਦੀ ਟ੍ਰਾਂਸਫਰ ਕਰਾਂਗਾ ਥੱਲੇ ਕ੍ਰੈਡਿਟ 'ਚ, ਤੁਹਾਨੂੰ ਪਰਫੋਰਮਾ ਦਿਖਾਵਾਂਗਾ ਕਿਹਦੇ ਨਾਲ, ਡਾਇਰੈਕਟ ਐਕਸਪੈਂਸਿਸ ਨਾਲ, ਠੀਕ ਹੈ। ਡਾਇਰੈਕਟ ਇਨਕਮ ਐਂਡ ਐਕਸਪੈਂਸਿਸ ਨਾਲ, ਉਹਦੇ ਨਾਲ ਮੈਂ ਕੰਪੇਅਰ ਕਰਾਂਗਾ ਤਾਂ ਇਹ ਨਿਕਲੇਗਾ ਇਵੇਂ। ਨੈਟ ਪ੍ਰੋਫਿਟ ਲੋਸ ਕਿਵੇਂ ਨਿਕਲੇਗਾ, ਗਰੋਸ ਪ੍ਰੋਫਿਟ ਪਲੱਸ ਇੰਡਾਇਰੈਕਟ ਇਨਕਮ ਮੈਂ ਇੰਡਾਇਰੈਕਟ, ਸਿੱਧੀ ਜਿਹੜੀ ਇਨਕਮ ਹੈ ਮੇਰੀ, ਸਿੱਧਾ ਤਾਂ ਮੇਰਾ ਇਵੇਂ ਪਏਗੀ ਸੇਲ, ਠੀਕ ਹੈ। ਇੰਡਾਇਰੈਕਟ ਜਿਹੜੀ ਇਨਕਮ ਹੋ ਰਹੀ ਹੈ, ਕੋਈ ਡਿਸਕਾਊਂਟ ਅਲਾਊਡ ਆ ਰਿਹਾ, ਠੀਕ ਹੈ, ਉਹ ਇਨਕਮ ਆ ਗਈ। ਕੋਈ ਕਮਿਸ਼ਨ ਰਿਸੀਵਡ ਹੋ ਰਹੀ ਹੈ, ਉਹ ਇੰਡਾਇਰੈਕਟ ਇਨਕਮ ਹੈ, ਸਿੱਧੀ ਇਨਕਮ ਨਹੀਂ ਹੈ। ਉਹ ਸਿੱਧੇ ਬਿਜ਼ਨਸ ਨਾਲ ਮੈਨੂੰ ਪੈਸਾ ਨਹੀਂ ਆਇਆ, ਇੰਡਾਇਰੈਕਟ ਆ ਰਿਹਾ, ਠੀਕ ਹੈ। ਉਹਨੂੰ ਮੈਂ ਐਡ ਕਰ ਲਾਂਗਾ, ਕਮਿਸ਼ਨ ਹੋ ਗਈ, ਡਿਸਕਾਊਂਟ ਅਲਾਊਡ ਹੋ ਗਿਆ, ਠੀਕ ਹੈ। ਅਲਾਊਡ ਮਤਲਬ ਕਿਸੇ ਨੇ ਮੈਨੂੰ ਦਿੱਤਾ ਹੈ, ਡਿਸਕਾਊਂਟ ਮਤਲਬ ਉਹਦੇ 'ਚ ਕਹਿ ਕੇ ਚੱਲੋ ਕਿ ਡਿਸਕਾਊਂਟ ਰਿਸੀਵਡ, ਠੀਕ ਹੈ। ਮੈਨੂੰ ਡਿਸਕਾਊਂਟ ਰਿਸੀਵ ਹੋਇਆ, ਠੀਕ ਹੈ। ਜੇ ਦੂਜੀ ਪਾਰਟੀ ਨੇ ਡਿਸਕਾਊਂਟ ਅਲਾਊਡ ਕੀਤਾ ਤਾਂ ਮੇਰੇ ਡਿਸਕਾਊਂਟ ਰਿਸੀਵਡ ਹੋਇਆ। ਅਤੇ ਉਸ 'ਚੋਂ ਮੈਂ ਕੀ ਮਾਈਨਸ ਕਰਦਾ, ਇਹਨਾਂ ਦੋਨਾਂ ਨੂੰ ਪਲੱਸ ਕਰਕੇ ਕੀ ਮਾਈਨਸ ਕਰਾਂਗਾ, ਠੀਕ ਹੈ। ਜਿਹੜੇ ਮੇਰੇ ਸਿੱਧੇ ਖਰਚੇ ਨਹੀਂ ਹੈ, ਕੋਈ ਵੀ ਖਰਚਾ ਹੋ ਸਕਦਾ, ਸੈਲਰੀ ਦਾ ਖਰਚਾ, ਠੀਕ ਹੈ, ਸੈਲਰੀ ਦਾ, ਇਲੈਕਟ੍ਰੀਸਿਟੀ ਦਾ ਖਰਚਾ, ਰੈਂਟ ਦਾ ਖਰਚਾ, ਸਟੇਸ਼ਨਰੀ ਦਾ ਖਰਚਾ, ਠੀਕ ਹੈ। ਇਹ ਐਸੇ ਖਰਚੇ ਨੇ ਜੋ ਇੰਡਾਇਰੈਕਟ ਖਰਚੇ ਨੇ, ਜਿਸ ਨੂੰ ਮੈਂ ਉੱਪਰ ਟ੍ਰੇਡਿੰਗ ਅਕਾਊਂਟ ਨਾਲ ਰਿਲੇਟ ਨਹੀਂ ਕਰ ਸਕਦਾ। ਟ੍ਰੇਡਿੰਗ ਅਕਾਊਂਟ 'ਚ ਮੈਨੇ ਗਰੋਸ ਪ੍ਰੋਫਿਟ ਕੱਢਣਾ ਹੁੰਦਾ,
ਇਹ ਮੇਰਾ ਗਰੋਸ ਪ੍ਰੋਫਿਟ ਹੈ। ਇਹ ਮੇਰਾ ਕਿਵੇਂ ਨਿਕਲੇਗਾ ਕਿ ਮੇਰੇ ਮਾਲ ਦੀ ਕਿੰਨੀ ਵੈਲਿਊ ਐਕਚੁਅਲ 'ਚ, ਉੱਚੋਂ ਮੈਂ ਦੇਖਾਂਗਾ ਕਿ ਮੇਰੀ ਕਿੰਨੀ ਸੇਲ ਹੋ ਗਈ, ਤਾਂ ਮੇਰਾ ਗਰੋਸ ਪ੍ਰੋਫਿਟ ਨਿਕਲ ਆਵੇ। ਗਰੋਸ ਪ੍ਰੋਫਿਟ 'ਚੋਂ ਜਿਹੜੇ ਮੇਰੇ ਆਫਿਸ ਦੇ ਐਕਸਪੈਂਸਿਸ ਹੈ ਉਹ ਮੈਂ ਮਾਈਨਸ ਕਰਾਂਗਾ ਅੱਗੇ, ਠੀਕ ਹੈ, ਪ੍ਰੋਫਿਟ ਐਂਡ ਲੋਸ ਅਕਾਊਂਟ ਵਿੱਚ। ਠੀਕ ਹੈ, ਇੰਡਾਇਰੈਕਟ ਇਨਕਮ ਕਿਹੜੀ ਹੁੰਦੀ ਹੈ? ਅਦਰ ਇਨਕਮ ਵਿਚ ਆਰ ਅਰਨ ਫਰੋਮ ਦੀ ਅਦਰ ਮੇਨ ਆਪਰੇਸ਼ਨ ਆਫ ਦੀ ਬਿਜ਼ਨਸ, ਜਿਹੜੇ ਮੇਨ ਬਿਜ਼ਨਸ ਵਿੱਚੋਂ ਨਹੀਂ ਆ ਰਹੇ, ਅਦਰਸ ਵਿੱਚੋਂ ਆ ਰਹੇ। ਕੋਈ ਕਮਿਸ਼ਨ ਰਿਸੀਵਡ ਹੋ ਰਹੀ ਹੈ, ਕੋਈ ਡਿਸਕਾਊਂਟ ਰਿਸੀਵਡ ਹੋ ਰਿਹਾ। ਠੀਕ ਹੈ, ਇੰਡਾਇਰੈਕਟ ਐਕਸਪੈਂਸਿਸ ਮਤਲਬ ਆਲ ਬਿਜ਼ਨਸ ਐਕਸਪੈਂਸਿਸ ਅਦਰ ਦੈਨ ਦਾ ਡਾਇਰੈਕਟ ਐਕਸਪੈਂਸਿਸ, ਜਿਹੜੇ ਮੇਰੇ ਮਾਲ ਨੂੰ ਬਣਾਉਣ ਵਿੱਚ ਸਿੱਧਾ ਖਰਚਾ ਨਹੀਂ ਹੋ ਰਿਹਾ। ਠੀਕ ਹੈ, ਫਿਨਿਸ਼ ਗੁੱਡਸ ਬਣਾਉਣ, ਜਿਹੜਾ ਮੈਂ ਕੱਚਾ ਮਾਲ ਲੈ ਕੇ ਆਇਆ ਉੱਥੋਂ ਹੀ ਲੈ ਕੇ ਜਦੋਂ ਫਿਨਿਸ਼ ਗੁੱਡਸ ਤਾਂ ਬਣਾਏ, ਉਹ ਤਾਂ ਸਾਰੇ ਡਾਇਰੈਕਟ ਐਕਸਪੈਂਸਿਸ ਹੋਏ। ਮਗਰ ਜਿਹੜੇ ਡਾਇਰੈਕਟ ਐਕਸਪੈਂਸਿਸ ਨਹੀਂ ਹੈ ਸਿੱਧੇ, ਉਹ ਉਹਨਾਂ ਖਰਚਿਆਂ ਦੀ ਗੱਲ ਕਰ ਰਿਹਾ। ਠੀਕ ਹੈ, ਉਹਨਾਂ ਖਰਚਿਆਂ ਦੀ ਗੱਲ ਕਰ ਰਿਹਾ। ਉਹ ਜਿਵੇਂ ਕੋਈ ਸੈਲਰੀ ਇੰਪਲੋਈ ਦੀ ਕਰ ਰਿਹਾ, ਉਹ ਮੇਰੇ ਸਿੱਧਾ ਬਿਜ਼ਨਸ ਨਾਲ ਰਿਲੇਟਡ ਨਹੀਂ ਹੈ, ਉਹ ਇੰਡਾਇਰੈਕਟ ਐਕਸਪੈਂਸਿਸ ਹੈ। ਮੈਂ ਜਦੋਂ ਬਿਜ਼ਨਸ ਮੈਨੂਫੈਕਚਰਿੰਗ ਸਟੇਟਸ ਵਿੱਚ ਜਿਹੜੀ ਕੋਈ ਮਾਲ ਬਣ ਰਿਹਾ ਤਾਂ ਉਸ ਵਕਤ ਤਾਂ ਉਹ ਮੈਂ ਇਕੱਲੇ ਵੇਜਿਸ ਪੇ ਕਰ ਰਿਹਾ, ਮਜ਼ਦੂਰੀ ਪੇ ਕਰ ਰਿਹਾ, ਉਹ ਮੇਰੇ ਸੈਲਰੀ ਤਾਂ ਨਹੀਂ ਹੈ। ਸੈਲਰੀ ਕੀ ਹੈ? ਜਿਹੜਾ ਤੁਹਾਡਾ ਪਰਟੀਕੂਲਰ ਇੰਪਲੋਏ ਤੁਹਾਡੇ ਆਫਿਸ ਵਿੱਚ ਲੱਗਿਆ ਹੋਇਆ, ਉਹ ਕਿਹੜਾ ਖਰਚਾ ਹੋ ਗਿਆ? ਉਹ ਬਾਅਦ ਦਾ ਕੰਮ ਕਰ ਰਿਹਾ, ਉਹ ਮੈਨੂਫੈਕਚਰਿੰਗ ਬਣਨ ਤੋਂ ਬਾਅਦ ਦਾ ਕੰਮ ਕਰ ਰਿਹਾ, ਉਹ ਦੂਜੇ ਆਪਰੇਸ਼ਨਸ ਦੇਖ ਰਹੇ, ਉਹ ਕਿਹੜਾ ਖਰਚਾ ਹੋ ਗਿਆ? ਇੰਡਾਇਰੈਕਟ ਐਕਸਪੈਂਸਿਸ। ਠੀਕ ਹੈ, ਇਹ ਹੋ ਗਿਆ ਪਰਫੋਰਮਾ। ਆ ਦੇਖੋ, ਠੀਕ ਹੈ, ਆ ਦੇਖੋ ਜਿਹੜਾ ਉੱਪਰ ਗਰੋਸ ਪ੍ਰੋਫਿਟ ਸੀ, ਇਹ ਉੱਪਰ ਕਿੱਥੇ ਸੀ? ਠੀਕ ਹੈ, ਮੈਂ ਤੁਹਾਨੂੰ ਹਮੇਸ਼ਾ ਗਰੋਸ ਪ੍ਰੋਫਿਟ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ। ਠੀਕ ਹੈ ਨਾ, ਇਹ ਹਮੇਸ਼ਾ ਕ੍ਰੈਡਿਟ ਬੈਲੈਂਸ ਹੁੰਦਾ। ਤਾਂ ਇਹ ਅਮਾਊਂਟ ਕਿੱਥੇ ਜਾਏਗੀ? ਇਹ ਅਮਾਊਂਟ ਜਾਏਗੀ ਅੱਗੇ, ਟ੍ਰਾਂਸਫਰ ਹੋ ਜਾਏਗੀ ਪੀਰਨ ਅਕਾਊਂਟ। ਇਹ ਪੀਰਨ ਅਕਾਊਂਟ ਹੈ, ਇੱਥੇ ਪਰਟੀਕੂਲਰ ਅਮਾਊਂਟਸ ਤਾਂ ਉਰੇ ਬਣਾਵਾਂਗੇ। ਠੀਕ ਹੈ, ਗਰੋਸ ਪ੍ਰੋਫਿਟ। ਠੀਕ ਹੈ, ਗਰੋਸ ਪ੍ਰੋਫਿਟ ਕਵਾਂਗੇ ਇਹਨੂੰ। ਇਹ ਆਪਣੇ ਗਰੋਸ ਪ੍ਰੋਫਿਟ ਦਿਖਾਤਾ, ਟਰੂ ਟ੍ਰੇਡਿੰਗ ਅਕਾਊਂਟ ਗਰੋਸ ਪ੍ਰੋਫਿਟ। ਠੀਕ ਹੈ, ਉਰੇ ਕਿਹੜੀ ਕਿਹੜੀ ਇਨਕਮ ਪੈਣਗੀਆਂ? ਬਾਈ ਇੰਡਾਇਰੈਕਟ ਇਨਕਮ, ਅਦਰ ਗੇਨਸ ਇਨਕਮ, ਔਰ ਇਹਲੀ ਸਾਈਡ ਸਾਰੀ ਇਨਕਮਸ ਦੀ ਹੋਏਗੀ ਤੇ ਇਹ ਐਕਸਪੈਂਸਿਸ ਦੀ ਹੋਏਗੀ। ਇਹ ਐਕਸਪੈਂਸਿਸ ਦੀ ਕਿਉਂ ਹੈ? ਆਪਾਂ ਨੋਮੀਨਲ ਅਕਾਊਂਟ ਤੁਹਾਨੂੰ ਸਮਝਾਇਆ ਸੀ, ਡੈਬਿਟ ਆਲ ਐਕਸਪੈਂਸਿਸ, ਕ੍ਰੈਡਿਟ ਆਲ ਇਨਕਮਸ। ਠੀਕ ਹੈ, ਕ੍ਰੈਡਿਟ ਆਲ ਇਨਕਮਸ, ਡੈਬਿਟ ਆਲ ਐਕਸਪੈਂਸਿਸ। ਇੰਡਾਇਰੈਕਟ ਐਕਸਪੈਂਸਿਸ ਸਾਰੇ ਮੇਰੇ ਖਰਚੇ ਉਰੇ ਐਡ ਹੋ ਜਾਣਗੇ। ਠੀਕ ਹੈ, ਕਿਹੜੇ ਕਿਹੜੇ ਖਰਚੇ ਹੈ? ਆਫਿਸ ਐਡਮਿਨਿਸਟ੍ਰੇਸ਼ਨ ਹੋ ਸਕਦਾ, ਸੈਲਿੰਗ ਡਿਸਟਰੀਬਿਊਸ਼ਨ ਹੋ ਸਕਦਾ, ਫਾਈਨੈਂਸ਼ੀਅਲ ਅਕਾਊਂਟਸ ਹੋ ਸਕਦਾ, ਟੂ ਕੈਪੀਟਲ ਅਕਾਊਂਟ ਹੋ ਸਕਦਾ। ਠੀਕ ਹੈ, ਨਹੀਂ ਕੈਪੀਟਲ ਅਕਾਊਂਟ ਨਹੀਂ, ਸੋਰੀ, ਇਹ ਤਾਂ ਬੈਲੈਂਸ ਦੀ ਫਿਗਰ ਹੈ। ਇਹਦਾ ਨੈਟ ਪ੍ਰੋਫਿਟ ਨਿਕਲਦਾ, ਆਪਾਂ ਇਹਨੂੰ ਐਕਚੁਅਲ ਕੀ ਕਹਿੰਦੇ ਨੇ? ਨੈਟ ਪ੍ਰੋਫਿਟ ਕਹਿੰਦੇ ਨੇ। ਠੀਕ ਹੈ, ਤੂੰ ਇਹਨੂੰ ਨੈਟ ਪ੍ਰੋਫਿਟ ਹੀ ਕਵਾਂਗੇ ਆਪਾਂ। ਇਹ ਖਰਚੇ ਆ ਤੁਹਾਡੇ। ਠੀਕ ਹੈ, ਇਹ ਹੈਗੇ ਆਫਿਸ ਐਡਮਿਨਿਸਟ੍ਰੇਸ਼ਨ, ਸੈਲਿੰਗ ਡਿਸਟਰੀਬਿਊਸ਼ਨ ਐਕਸਪੈਂਸਿਸ, ਫਾਈਨੈਂਸ਼ੀਅਲ ਐਂਡ ਅਦਰ ਐਕਸਪੈਂਸਿਸ। ਇਹ ਕਿਹੜੇ ਖਰਚੇ ਨੇ? ਇਹ ਟ੍ਰੇਡਿੰਗ ਅਕਾਊਂਟ ਨੇ, ਇਹ ਇੰਡਾਇਰੈਕਟ ਇਨਕਮਸ ਨੇ। ਜਿਹੜੀ ਇੰਡਾਇਰੈਕਟ ਇਨਕਮਸ ਹੈ, ਠੀਕ ਹੈ, ਉਹ ਸਾਰੀਆਂ ਇਸ ਵਿੱਚ ਆ ਜਾਣਗੀਆਂ। ਇਹ ਕੀ ਹੈ? ਪੀ ਐਂਡ ਅਕਾਊਂਟ। ਪੀ ਐਂਡ ਅਕਾਊਂਟ 'ਚ ਮੈਨੂੰ ਕੀ ਪਤਾ ਲੱਗਦਾ? ਮੇਰੇ ਇਨਕਮਸ 'ਚੋਂ ਮੈਂ ਕੀ ਮਾਈਨਸ ਕਰਦਾ? ਇੰਡਾਇਰੈਕਟ ਐਕਸਪੈਂਸਿਸ ਮਾਈਨਸ ਕਰਦਾ। ਮੈਨੂੰ ਕੀ ਪਤਾ ਕਰਨਾ ਐਕਚੁਅਲ 'ਚ? ਮੇਰਾ ਪਰਪਸ ਕੀ ਹੈ? ਨੈਟ ਪ੍ਰੋਫਿਟ ਕੱਢਣਾ। ਨੈਟ ਪ੍ਰੋਫਿਟ ਮੇਰਾ ਹਮੇਸ਼ਾ ਕਿੱਥੋਂ ਨਿਕਲੇਗਾ? ਪੀ ਐਂਡ ਅਕਾਊਂਟ 'ਚੋਂ ਨਿਕਲੇਗਾ। ਗਰੋਸ ਪ੍ਰੋਫਿਟ ਹਮੇਸ਼ਾ ਕਿੱਥੋਂ ਨਿਕਲੇਗਾ? ਟ੍ਰੇਡਿੰਗ ਅਕਾਊਂਟ ਵਿੱਚੋਂ ਨਿਕਲੇਗਾ। ਠੀਕ ਹੈ, ਮੇਰਾ ਨੈਟ ਪ੍ਰੋਫਿਟ ਨਿਕਲੇਗਾ। ਠੀਕ ਹੈ, ਠੀਕ ਹੈ, ਇਹ ਜਨਰਲ ਐਂਟਰੀ ਹੈ। ਟੂ ਕੈਪੀਟਲ ਉਰੇ ਕਿਉਂ ਲਿਖਿਆ? ਜੇ ਆਪਾਂ ਹਿਸਾਬ ਲਾਈਏ, ਪੀ ਐਂਡ ਅਕਾਊਂਟ ਦਾ ਮੇਰਾ ਕਿਸ ਵਿੱਚ ਐਡ ਹੋਏਗਾ? ਕੈਪੀਟਲ ਅਕਾਊਂਟ 'ਚ ਐਡ ਹੋਏਗਾ, ਮੇਰੀ ਕੈਪੀਟਲ ਪੂੰਜੀ ਵਿੱਚ ਐਡ ਹੋ ਜਾਏਗਾ ਮੇਰਾ ਮੁਨਾਫਾ। ਤਾਂ ਇਹ ਉਸਦੇ ਹਿਸਾਬ ਸਿਰ ਮੇਰੀ ਜੇ ਜਨਰਲ ਐਂਟਰੀ ਇਵੇਂ ਤਾਂ ਮੈਂ ਟੂ ਕੈਪੀਟਲ ਅਕਾਊਂਟ ਪਾਵਾਂਗਾ। ਪੀ ਐਂਡ ਅਕਾਊਂਟ ਪਹਿਲੀ ਡੈਬਿਟ ਹੈ, ਤਾਂ ਉਰੇ ਡੈਬਿਟ 'ਚ ਮੈਂ ਪਾ ਦਾਂਗਾ। ਠੀਕ ਹੈ, ਇਹ ਕੀ ਹੈ? ਆ ਦੇਖੋ, ਉਹ ਮੇਰੀ ਇਹ ਨੈਟ ਸੇਲ ਇੰਨੀ ਸੀ, ਇੰਡਾਇਰੈਕਟ ਇਨਕਮ ਇੰਨੀ ਸੀ, ਅਦਰ ਗੇਨਸ ਇੰਨੇ ਸੀ। ਠੀਕ ਹੈ ਫਰੈਂਡਸ, ਟ੍ਰੇਡਿੰਗ ਅਕਾਊਂਟ ਇੰਨਾ ਮੇਰਾ ਪ੍ਰੋਫਿਟ ਜਿਹੜਾ ਉੱਪਰੋਂ ਟ੍ਰਾਂਸਫਰ ਹੋਇਆ ਜਿਹੜਾ ਟ੍ਰੇਡਿੰਗ ਅਕਾਊਂਟ ਦਾ, ਉਹ ਇੰਨੀ ਅਮਾਊਂਟ ਦਿਖਾਉਂਦਾ ਸੀ। ਫਿਰ ਮੈਂ ਇੰਡਾਇਰੈਕਟ ਇਨਕਮ ਪਾ ਦਾਂਗਾ, ਫਿਰ ਅਦਰ ਗੇਨਸ ਪਾ ਦਾਂਗਾ। ਇਹ ਮੈਂ ਉਰੇ ਅਮਾਊਂਟ ਪਾਤੀ। ਹੁਣ ਮੈਂ ਦੇਖਾਂ ਕਿਹੜੇ ਸਾਈਡ ਦਾ ਮੇਰਾ ਟੋਟਲ ਜਾ ਰਿਹਾ। ਇੱਕ ਤਰ੍ਹਾਂ ਦਾ ਬੰਦੇ ਨੂੰ ਅਨੁਮਾਨ ਤਾਂ ਹੋ ਹੀ ਜਾਂਦਾ, ਤਾਂ ਉਸ ਸਾਈਡ ਦਾ ਮੈਂ ਟੋਟਲ ਕਰ ਦਾਂਗਾ। ਇਹ ਮੈਂ ਟੋਟਲ ਕਰਤਾ। ਠੀਕ ਹੈ, ਸਪੋਜ਼ ਕਰੋ ਇਸ ਸਾਈਡ ਦਾ ਜ਼ਿਆਦਾ ਹੈ ਤਾਂ ਮੈਂ ਟੋਟਲ ਕਰਤਾ। ਠੀਕ ਹੈ, ਅਤੇ ਇਸ ਸਾਈਡ ਦਾ ਘੱਟ ਹੈ ਤਾਂ ਇਹ ਪਲੱਸ ਕਰਕੇ ਜਿੰਨੀ ਅਮਾਊਂਟ ਆਈ ਇਸ 'ਚੋਂ ਇਹ ਸਾਰੀਆਂ ਅਮਾਊਂਟਸ ਮਾਈਨਸ ਕਰ ਦਾਂਗਾ। ਇਹ ਅਮਾਊਂਟਸ ਮਾਈਨਸ ਕਰਕੇ ਮੇਰਾ ਕੀ ਨਿਕਲ ਆਏਗਾ? ਨੈੱਟ ਪ੍ਰੋਫਿਟ ਨਿਕਲ ਆਏਗਾ। ਨੈੱਟ ਪ੍ਰੋਫਿਟ ਨਿਕਲ ਆਏਗਾ। ਠੀਕ ਹੈ, ਅਤੇ ਮੈਂ ਬੈਲੈਂਸ ਮਿਲਾ ਦਾਂਗਾ। ਠੀਕ ਹੈ, ਇਹ ਨੈੱਟ ਪ੍ਰੋਫਿਟ ਮਿਲਾ ਦਾਂਗਾ। ਠੀਕ ਹੈ, ਹੁਣ ਇਹ ਤੁਸੀਂ ਧਿਆਨ ਨਾਲ ਸੁਣਿਓ। ਸਪੋਜ਼ ਕਰੋ ਹੁਣ ਆਪਾਂ ਬੈਲੈਂਸ ਸ਼ੀਟ ਬਣਾਉਣ ਲੱਗੇ ਹਾਂ। ਬੈਲੈਂਸ ਸ਼ੀਟ ਬਣਾਉਣ ਤੋਂ ਪਹਿਲਾਂ ਤੁਹਾਨੂੰ ਮੈਂ ਇੱਕ ਚੀਜ਼ ਦੱਸ ਦੇਵਾਂ, ਜਿਹੜੀ ਚੀਜ਼ ਐਕਸਪੈਂਸ ਉਰੇ ਨਹੀਂ ਹੈ ਡੈਬਿਟ ਸਾਈਡ 'ਤੇ, ਆ ਦੇਖੋ, ਜਿਹੜੀ ਚੀਜ਼ ਉਰੇ ਐਕਸਪੈਂਸ ਨਹੀਂ ਹੈ, ਠੀਕ ਹੈ, ਉਹ ਅੱਗੇ ਜਿਹੜਾ ਬੈਲੈਂਸ ਸ਼ੀਟ ਬਣੇਗਾ, ਇਹ ਬੈਲੈਂਸ ਸ਼ੀਟ ਮੰਨ ਕੇ ਚਲੋ। ਮੈਂ ਅੱਗੇ ਤੁਹਾਨੂੰ ਕਰਾਵਾਂਗਾ, ਮੈਂ ਤੁਹਾਨੂੰ ਇੱਕ ਵਾਰੀ ਸਮਝ ਆਉਣਾ ਚਾਹੀਦਾ। ਠੀਕ ਹੈ, ਆ ਦੇਖੋ, ਜਿਹੜੀ ਚੀਜ਼ ਉਰੇ ਐਕਸਪੈਂਸ ਨਹੀਂ ਹੈ, ਉਹ ਅੱਗੇ ਸਾਰੀ ਕੀ ਹੋਣੀ ਆ? ਉਹ ਅੱਗੇ ਸਾਰੀਆਂ ਐਸੈਟ ਹੋਣਗੀਆਂ। ਜੋ ਐਕਸਪੈਂਸ ਨਹੀਂ ਹੈ ਮੇਰਾ, ਉਹ ਮੇਰਾ ਐਸੈਟ ਹੈ। ਠੀਕ ਹੈ, ਅਤੇ ਜੋ ਮੇਰੀ ਕੀ ਨਾਮ ਇਨਕਮ ਨਹੀਂ ਹੈ, ਉਹ ਕੀ ਅੱਗੇ ਹੋਏਗੀ? ਲਾਇਬਿਲਟੀ ਹੋਏਗੀ। ਠੀਕ ਹੈ, ਉਹਦੇ ਸਾਰੀ ਲਾਇਬਿਲਟੀਜ਼ ਆ ਜਾਣਗੀਆਂ। ਠੀਕ ਹੈ, ਇਹ ਮੇਰੀ ਬੈਲੈਂਸ ਸ਼ੀਟ ਹੈ। ਠੀਕ ਹੈ, ਉਹ ਤੁਹਾਨੂੰ ਮੈਂ ਅੱਗੇ ਕਰਾਵਾਂਗਾ। ਬਸ ਤੁਹਾਨੂੰ ਇੰਨਾ ਸਮਝ ਆਉਣਾ ਚਾਹੀਦਾ
ਕਿ ਜਿਹੜੇ ਉਰੇ ਮੈਨੂੰ ਸਪੋਜ਼ ਕਰੋ ਕੋਈ ਚੀਜ਼ ਮੇਰੇ ਅਕਾਊਂਟ ਦੇ ਸਾਹਮਣੇ ਆਇਆ, ਠੀਕ ਹੈ, ਜਿਵੇਂ ਕੋਈ ਬਿੱਲ ਰਿਸੀਵੇਬਲ ਹੈ, ਉਹ ਇੰਟਰੈਕਟ ਐਕਸਪੈਂਸਿਸ ਨਹੀਂ ਹੈ, ਠੀਕ ਹੈ, ਉਹ ਇੰਟਰੈਕਟ ਐਕਸਪੈਂਸਿਸ ਨਹੀਂ ਹੈ, ਐਕਸਪੈਂਸਿਸ ਨਹੀਂ ਹੈ ਨਾ, ਉਹ ਜੇ ਉਰੇ ਐਕਸਪੈਂਸਿਸ ਉਹ ਨਹੀਂ ਦਿਖਾ ਰਿਹਾ, ਠੀਕ ਹੈ, ਜੋ ਨਹੀਂ ਦਿਖਾ ਰਿਹਾ ਤਾਂ ਉਹ ਐਸਟ ਸਾਈਡ ਆ ਜਾਏਗਾ। ਸਪੋਜ਼ ਕਰੋ ਕੋਈ ਵੀ ਐਕਸਪੈਂਸ ਹੈ, ਮਤਲਬ ਕੋਈ ਚੀਜ਼ ਐਕਸਪੈਂਸ ਦਿਖਾ ਰਿਹਾ, ਉਹਦਾ ਡੈਬਿਟ ਬੈਲੈਂਸ ਦਿਖਾ ਰਿਹਾ। ਜੇ ਐਕਸਪੈਂਸ ਨੂੰ ਛੱਡ ਕੇ ਕੋਈ ਹੋਰ ਅਮਾਊਂਟ ਹੈ ਜਿਹਦਾ ਡੈਬਿਟ ਬੈਲੈਂਸ ਹੈ, ਠੀਕ ਹੈ, ਜਿਹਦਾ ਡੈਬਿਟ ਬੈਲੈਂਸ ਹੈ, ਉਹਨੂੰ ਮੈਂ ਅੱਗੇ, ਜੇ ਉਹ ਐਕਸਪੈਂਸ ਨਹੀਂ ਹੈ, ਤੁਹਾਨੂੰ ਲੱਗ ਰਿਹਾ ਕਿ ਇਹ ਐਕਸਪੈਂਸ ਨਹੀਂ ਹੈ, ਉਹ ਅੱਗੇ ਬੈਲੈਂਸ ਸ਼ੀਟ ਵਿੱਚ ਮੇਰਾ ਐਸਟ ਹੋਏਗਾ, ਠੀਕ ਹੈ। ਅਤੇ ਜੋ ਮੈਨੂੰ ਕ੍ਰੈਡਿਟ ਬੈਲੈਂਸ, ਜਿਵੇਂ ਕ੍ਰੈਡਿਟ ਬੈਲੈਂਸ ਦਿਖਾ ਰਿਹਾ, ਲਾਇਬਿਲਿਟੀਜ਼ ਦਿਖਾ ਰਿਹਾ, ਠੀਕ ਹੈ, ਮਤਲਬ ਕਿ ਕ੍ਰੈਡਿਟ ਮਤਲਬ ਇਨਕਮ ਦਿਖਾ ਰਿਹਾ, ਸੋਰੀ, ਜੋ ਚੀਜ਼ ਮੈਨੂੰ ਉਰੇ ਇਨਕਮ ਦਿਖਾ ਰਿਹਾ, ਆਹ ਦੇਖੋ, ਜੋ ਚੀਜ਼ ਮੈਨੂੰ ਉਰੇ ਇਨਕਮ ਦਿਖਾ ਰਿਹਾ, ਜੇ ਉਹ ਕ੍ਰੈਡਿਟ ਵਿੱਚ ਦਿਖਾ ਰਿਹਾ, ਜਿਹੜੀ ਇਨਕਮਸ ਹੈ, ਸਪੋਜ਼ ਕਰੋ ਇਹ ਇਨਕਮ ਹੈ ਸਾਰੀ ਮੇਰਾ ਕ੍ਰੈਡਿਟ ਬੈਲੈਂਸ ਹੈ, ਜੋ ਕ੍ਰੈਡਿਟ ਬੈਲੈਂਸ ਤੁਹਾਨੂੰ ਕੋਈ ਐਸਾ ਨੇਚਰ ਲੱਗਦਾ ਕਿ ਉਹ ਮੇਰਾ ਕ੍ਰੈਡਿਟ ਬੈਲੈਂਸ ਨਹੀਂ ਹੈ, ਤਾਂ ਕਿੱਥੇ ਚਲਾ ਜਾਏਗਾ, ਉਹ ਲਾਇਬਿਲਿਟੀ ਸਾਈਡ ਚਲਾ ਜਾਏਗਾ, ਠੀਕ ਹੈ। ਜਿਹੜੀ ਕ੍ਰੈਡਿਟ ਸਾਈਡ 'ਤੇ ਜਿਹੜੀ ਚੀਜ਼ਾਂ ਜਿਨ੍ਹਾਂ 'ਚੋਂ ਕ੍ਰੈਡਿਟ ਸਾਈਡ 'ਤੇ ਨਹੀਂ ਜਾ ਸਕਦੀ ਪੀ ਐਲ ਅਕਾਊਂਟ ਵਿੱਚ, ਉਹ ਲਾਇਬਿਲਿਟੀ ਸਾਈਡ ਚਲੀ ਜਾਣਗੀਆਂ। ਜੋ ਡੈਬਿਟ ਵਿੱਚ ਬੈਲੈਂਸ ਹੈ ਜਿੰਨੇ ਵੀ, ਉਸ ਵਿੱਚੋਂ ਜਿਹੜੇ ਐਕਸਪੈਂਸਿਸ ਨਹੀਂ ਹੈ ਉਹ ਐਸਟ ਸਾਈਡ ਚਲੇ ਜਾਣਗੇ, ਠੀਕ ਹੈ। ਇਹ ਮੈਂ ਤੁਹਾਨੂੰ ਅੱਗੇ ਬੈਲੈਂਸ, ਇਹ ਮੈਂ ਤੁਹਾਨੂੰ ਇਸ ਲਈ ਦੱਸ ਰਿਹਾ ਕਿ ਤੁਹਾਨੂੰ ਜਿਹੜਾ ਮੈਂ ਜਦੋਂ ਸੈਕਿੰਡ ਲੈਕਚਰ ਕਰਾਵਾਂ ਨਾ ਪੀ ਐਲ ਅਕਾਊਂਟ ਦੇ ਫਾਈਨਲ ਅਕਾਊਂਟ ਦਾ, ਜਦੋਂ ਤੁਹਾਨੂੰ ਮੈਂ ਉੱਥੇ ਟਰਮਸ ਲਵਾਂ, ਤੁਹਾਨੂੰ ਸਮਝ ਆ ਜਾਏ ਕਿ ਜਿਹੜਾ ਮੈਂ ਪੀ ਐਲ ਅਕਾਊਂਟ 'ਚ ਜਿਹੜੀ ਚੀਜ਼ ਡੈਬਿਟ ਨਹੀਂ ਹੋ ਰਹੀ, ਜਿਹੜੇ ਐਕਸਪੈਂਸਿਸ ਨਹੀਂ ਮੰਨੇ ਜਾ ਰਹੇ, ਉਹ ਐਸਟ ਸਾਈਡ 'ਚ ਚਲੇ ਜਾਂਦੇ ਨੇ, ਅਤੇ ਜਿਹੜੇ ਕ੍ਰੈਡਿਟ ਵਿੱਚ ਇਨਕਮਸ ਨੇ, ਜਿਹੜੇ ਇਨਕਮਸ ਨਹੀਂ ਮੰਨੀਆਂ ਜਾ ਰਹੀਆਂ, ਉਹ ਲਾਇਬਿਲਿਟੀ ਸਾਈਡ ਚਲੀ ਜਾਂਦੀਆਂ ਨੇ, ਠੀਕ ਹੈ, ਉਹ ਡੈਬਿਟ ਸਾਈਡ 'ਤੇ ਚਲੀ ਜਾਂਦੀਆਂ ਨੇ, ਠੀਕ ਹੈ ਫਰੈਂਡਸ, ਠੀਕ ਹੈ। ਹਾਲੇ ਅਸੀਂ ਆਪਾਂ ਅੱਜ ਇੰਟਰੋਡਕਸ਼ਨ ਦੇਖ ਰਹੇ ਹਾਂ ਨਾ, ਤਾਂ ਤੁਹਾਨੂੰ ਮੈਂ ਇੱਕ ਚੀਜ਼ ਬਸ ਇੱਕ ਤੁਹਾਨੂੰ ਸਮਝਾ ਰਿਹਾ, ਤੁਹਾਡੇ ਦਿਮਾਗ 'ਚ ਬੈਠ ਜਾਏ ਕਿ ਫਾਈਨਲ ਅਕਾਊਂਟਸ ਐਵੇਂ ਬਣਦਾ। ਤਾਂ ਜਦੋਂ ਮੈਂ ਨੈਕਸਟ ਲੈਕਚਰ ਲਵਾਂਗਾ ਨਾ, ਉਹ 'ਚ ਪੂਰਾ ਨੂਮੈਰੀਕਲ ਕਰਾਵਾਂਗਾ, ਇੱਕ ਵਾਰੀ ਸਮਝਾਉਣ ਲਈ ਕਰਾਵਾਂਗਾ। ਤੁਹਾਡੇ ਪੇਪਰ ਵਿੱਚ ਨੂਮੈਰੀਕਲ ਤਾਂ ਨਹੀਂ ਆਊਗਾ, ਮੈਂ ਤੁਹਾਨੂੰ ਸਮਝਾਉਣ ਲਈ, ਤਾਂ ਕਿ ਤੁਹਾਨੂੰ ਜੇ ਕੋਈ ਕੁਐਸਚਨ ਪੁੱਛੇ, ਤੁਹਾਨੂੰ ਲੌਜਿਕ ਪਤਾ ਤਾਂ ਤੁਹਾਨੂੰ ਕੁਐਸਚਨ ਦਾ ਆਨਸਰ ਦੇਣਾ ਆਸਾਨ ਹੋ ਜਾਏਗਾ, ਠੀਕ ਹੈ ਫਰੈਂਡਸ। बैलेंस शीट की है, बैलेंस शीट इज अ स्टेटमेंट शोइंग द पोजीशन ऑफ द एसेट एंड लायबिलिटीज ऑफ द बिजनेस इन अ पर्टिकुलर अकाउंटिंग पीरियड, the value of the asset showing which we can realize from the market, the value of the liability shows which we have to pay in future, ठीक है। बैलेंस शीट की शो कर रहा है, ਤੁਹਾਡੀ ਪੋਜੀਸ਼ਨ ਸ਼ੋ ਕਰ ਰਿਹਾ ਕਿ ਤੁਹਾਡੀ ਦੇਣਦਾਰੀਆਂ ਕਿੰਨੀ ਹੈ ਅਤੇ ਤੁਹਾਡੀ ਐਸੈਟਸ ਕਿੰਨੇ ਹੈ। ਤੁਹਾਡੇ ਐਸੈਟ ਮਤਲਬ ਤੁਹਾਡੇ ਕੋਲ ਪੂੰਜੀ, ਮਤਲਬ ਕਿ ਪੂੰਜੀ ਕਹਿਣ ਦਾ ਮਤਲਬ ਕਿ ਤੁਹਾਡੇ ਕੋਲ ਮਤਲਬ ਸੋਰਸਿਸ ਕਿੰਨੇ ਹੈ ਬਿਜ਼ਨਸ ਨੂੰ ਚਲਾਉਣ ਦੇ, ਠੀਕ ਹੈ। ਤੁਹਾਡੇ ਕੋਲ ਸੋਰਸਿਸ ਕਿੰਨੇ ਹੈ, ਤੁਹਾਡੇ ਕੋਲ ਜ਼ਮੀਨ ਕਿੰਨੀ ਹੈ, ਤੁਹਾਡੇ ਕੋਲ ਆਫਿਸ ਕਿੰਨਾ ਹੈ, ਮਤਲਬ ਤੁਹਾਡੇ ਕੋਲ ਫਰਨੀਚਰ ਕਿੰਨਾ ਹੈ, ਤੁਹਾਡੇ ਕੋਲ ਮਸ਼ੀਨਰੀ ਕਿੰਨੀ ਹੈ, ਠੀਕ ਹੈ। ਉਹ ਚੀਜ਼ਾਂ ਸਾਰੀਆਂ ਕੀ ਹੋਈਆਂ, ਉਹ ਐਸੈਟਸ ਹੋਏ ਤੁਹਾਡੇ, ਜਿਹੜੇ ਤੁਹਾਡੇ ਪਰਪਸ ਲਈ। ਤੁਹਾਡੇ ਕੋਲ ਕੈਸ਼ ਕਿੰਨਾ ਹੈ, ਠੀਕ ਹੈ ਨਾ, ਤੁਹਾਡੇ ਕੋਲ ਕੈਸ਼ ਕਿੰਨਾ ਹੈ, ਮਤਲਬ ਕਿ ਤੁਹਾਡੇ ਕੋਲ ਬੈਂਕ ਬੈਲੈਂਸ ਕਿੰਨਾ ਹੈ, ਉਹ ਸਾਰਾ ਤੁਹਾਨੂੰ ਕੀ ਕਹਾਇਆ ਜਾਂਦਾ, ਉਹ ਐਸੈਟ ਕਹਾਇਆ ਜਾਂਦਾ। ਅਤੇ ਦੇਣਦਾਰੀਆਂ ਲਾਇਬਿਲਿਟੀ ਹੁੰਦੀ ਹੈ, ਠੀਕ ਹੈ। ਦੇਣਦਾਰੀ ਕੀ ਹੁੰਦੀ ਹੈ, ਲਾਇਬਿਲਿਟੀਜ਼ ਹੁੰਦੀਆਂ। ਸਾਨੂੰ ਇਹ ਪੋਜੀਸ਼ਨ ਦੱਸਦਾ ਕਿ ਸਾਡੇ ਐਸੈਟਸ ਕਿੰਨੇ ਨੇ। ਐਕਚੁਅਲ 'ਚ ਬਚ ਕੇ ਤਾਂ ਸਾਡੇ ਕੋਲ ਐਸੈਟ ਹੀ ਬਚ ਜਾਂਦੇ ਆ ਨਾ। ਐਸੈਟ 'ਚ ਜਦੋਂ ਆਪਾਂ ਨੇ ਟਰੇਡਿੰਗ ਅਕਾਊਂਟ ਬਣਾ ਲਿਆ, ਟਰੇਡਿੰਗ ਅਕਾਊਂਟ 'ਚ ਆਪਣੇ ਐਕਸਪੈਂਸਿਸ ਪਾਤੇ, ਇੰਡਾਇਰੈਕਟ ਐਕਸਪੈਂਸਿਸ ਆਪਣੇ ਪੀ ਐਲ ਅਕਾਊਂਟ 'ਚ ਪਾਤੇ, ਉਸ ਤੋਂ ਬਾਅਦ ਬਚਿਆ ਕਿ ਸਾਡੇ ਕੋਲ ਸਾਡੀ ਜੋ ਪੂਰੇ ਸਾਲ ਦੀ ਜਿਹੜੀ ਪੂੰਜੀ ਬਣੀ ਉਹੀ ਬੱਚੀ ਨਾ। ਸਾਡੇ ਕੋਲ ਪੈਸਾ ਜਿੰਨਾ ਬਚ ਗਿਆ, ਕੈਸ਼ ਬਚ ਗਿਆ, ਬੈਂਕ ਬੈਲੈਂਸ ਬਚ ਗਿਆ। ਜੇ ਸਾਡਾ ਕੋਈ ਐਸੈਟ ਵਧਿਆ, ਉਹ ਆ ਗਿਆ, ਉਹ ਕਿੱਥੇ ਆਏਗਾ, ਉਹ ਸਾਰਾ ਕੁਝ ਬੈਲੈਂਸ ਸ਼ੀਟ 'ਚ ਆਏਗਾ। ਨਾ ਤਾਂ ਉਹ ਪੀ ਐਲ ਅਕਾਊਂਟ 'ਚ ਆਏਗਾ, ਨਾ ਉਹ ਟਰੇਡਿੰਗ ਅਕਾਊਂਟ 'ਚ ਆਏਗਾ, ਠੀਕ ਹੈ ਨਾ। ਕੋਈ ਚੀਜ਼ ਬਣ ਗਈ ਸਾਡਾ ਐਸੈਟ ਬਣ ਗਈ, ਉਹ ਚੀਜ਼ ਹਮੇਸ਼ਾ ਬੈਲੈਂਸ ਸ਼ੀਟ 'ਚ ਆਏਗੀ। ਬੈਲੈਂਸ ਸ਼ੀਟ ਸ਼ੋ ਕਰੇਗਾ ਕਿ ਪਿਛਲੇ ਸਾਲ ਤੁਹਾਡੇ ਇੰਨੇ ਐਸੈਟ ਸੀ, ਇਸ ਸਾਲ ਤੁਹਾਡੇ ਇੰਨੇ ਐਸੈਟ ਵੱਧ ਗਏ, ਮਤਲਬ ਕਿ ਤੁਹਾਡਾ ਪ੍ਰੋਫਿਟ ਹੋਇਆ, ਠੀਕ ਹੈ ਨਾ। ਅਤੇ ਤੁਹਾਡੀ ਦੇਣਦਾਰੀਆਂ ਦੇਖੇਗਾ, ਤੁਹਾਡੀ ਦੇਣਦਾਰੀ ਪਿਛਲੇ ਸਾਲ ਇੰਨੀਆਂ ਸੀ, ਇੰਨੇ ਸਾਲ ਇੰਨੀ ਹੈ, ਠੀਕ ਹੈ। ਤੁਹਾਨੂੰ ਇਸਦਾ ਫਾਈਨੈਂਸ਼ੀਅਲ ਪੋਜੀਸ਼ਨ ਅੱਛੀ ਪਤਾ ਲੱਗ ਜਾਏਗੀ। ਐਸੈਟਸ ਇਕੁਅਲ ਟੂ, ਐਸੈਟਸ ਕੀ ਹੁੰਦੇ ਨੇ, ਕੈਪੀਟਲ ਪਲੱਸ ਲਾਇਬਿਲਿਟੀਜ਼। ਇਹ ਮੇਰੀ ਪੂੰਜੀ, ਇਹ ਮੇਰੀ ਕੈਪੀਟਲ ਪਲੱਸ ਲਾਇਬਿਲਿਟੀ ਹੁੰਦੀਆਂ ਨੇ, ਠੀਕ ਹੈ ਨਾ। ਐਸੈਟਸ ਕੀ ਹੁੰਦੀਆਂ ਨੇ, ਕੈਪੀਟਲ ਪਲੱਸ ਲਾਇਬਿਲਿਟੀ। ਜਿੰਨੀ ਮੇਰੀ ਦੇਣਦਾਰੀ, ਜਿੰਨੀ ਮੇਰੀ ਪੂੰਜੀ ਹੈ, ਉਹ ਮੇਰੀ ਐਸੈਟਸ ਹੈ, ਠੀਕ ਹੈ ਨਾ। ਦੇਣਦਾਰੀ ਵੀ ਤਾਂ ਹੈ ਨਾ, ਮੇਰੀ ਕਿੰਨੀ ਦੇਣਦਾਰੀ ਦੇਣੀ ਹੈ, ਉਹ ਮੇਰੀ ਐਕਚੁਅਲ 'ਚ ਐਸੈਟ ਕਹਾਈ ਜਾਏਗੀ, ਠੀਕ ਹੈ। ਫਾਰਮੈਟ ਕਿਸ ਤਰ੍ਹਾਂ ਦਾ ਹੁੰਦਾ, ਫਾਰਮੈਟ ਦੇਖੋ, ਆ ਰੱਖੋ। ਹੁਣ ਜਿਹੜਾ ਨੈਟ ਪ੍ਰੋਫਿਟ ਆਇਆ, ਉਹ ਇਸ 'ਚ ਐਡ ਹੋ ਜਾਏਗਾ ਕੈਪੀਟਲ ਵਿੱਚ, ਠੀਕ ਹੈ। ਇਹਨੂੰ ਆਪਾਂ ਲਾਇਬਿਲਿਟੀ ਕਿਉਂ ਬਣ ਰਹੇ ਹਾਂ, ਬਿਜ਼ਨਸ ਐਂਟੀਟੀ ਕੰਸੈਪਟ ਸੁਣਿਆ ਸੀ ਨਾ, ਕਿ ਤੁਹਾਡੀ ਜਿਹੜੀ ਕੈਪੀਟਲ ਇਨਵੈਸਟ ਕੀਤੀ ਹੈ ਬਿਜ਼ਨਸ ਵਿੱਚ, ਅਤੇ ਜਿਹੜਾ ਤੁਹਾਡਾ ਪਰਸਨਲ ਲਾਈਫ ਹੈ ਉਹ ਬਿਲਕੁਲ ਅਲੱਗ ਹੈ, ਠੀਕ ਹੈ। ਤੁਸੀਂ ਆਪਣੀ ਕੈਪੀਟਲ ਦੀ ਲਾਇਬਿਲਿਟੀ ਹੈ ਤੁਹਾਡੀ, ਬਿਜ਼ਨਸ ਨੂੰ ਜਿਹੜਾ ਤੁਸੀਂ ਪੈਸਾ ਲਾਇਆ ਉਹ ਤੁਹਾਡੀ ਲਾਇਬਿਲਿਟੀ ਹੈ, ਤੁਹਾਨੂੰ ਪੇ ਕਰਨੀ ਹੈ। ਕੈਪੀਟਲ ਜਿਹੜੀ ਆਪਾਂ ਪੂੰਜੀ ਲਾਉਂਦੇ ਹਾਂ, ਉਸ ਵਿੱਚ ਆਪਾਂ ਜਿਹੜੀ ਕੈਪੀਟਲ ਹੈ, ਉਹ ਕੈਪੀਟਲ ਇਕੱਲੀ ਤੁਹਾਡੀ ਪੈਸਾ ਨਹੀਂ ਹੁੰਦਾ, ਪੂਰਾ ਪੈਸਾ ਤੁਸੀਂ ਨਹੀਂ ਲਾਉਂਦੇ, ਕੁਛ ਤੁਸੀਂ ਮੰਗਦੇ ਵੀ ਹੋ ਮਾਰਕੀਟ ਤੋਂ। ਜਿਹੜਾ ਤੁਸੀਂ ਮਾਰਕੀਟ ਤੋਂ ਹੀ ਪੈਸਾ ਲੈ ਕੇ ਲਾਉਂਦੇ ਹੋ, ਤੁਹਾਨੂੰ ਵਾਪਸ ਤਾਂ ਕਰਨਾ ਹੈ ਨਾ,
ਠੀਕ ਹੈ ਨਾ। ਕੋਈ ਬਿਜ਼ਨਸ ਸਟਾਰਟ ਹੁੰਦਾ, ਸਾਰਾ ਇਨਵੈਸਟਮੈਂਟ ਕੋਈ ਇੱਕ ਬੰਦਾ ਨਹੀਂ ਕਰ ਦਿੰਦਾ, ਠੀਕ ਹੈ ਨਾ। ਉਸ ਵਿੱਚ ਕੁਝ ਆਪਾਂ ਆਪਾਂ ਬੋਰਿੰਗ ਕਰਦੇ ਹਾਂ ਆਪਾਂ, ਠੀਕ ਹੈ। ਤਾਂ ਉਸ ਵਿੱਚ ਇਹ ਨੈਟ ਪ੍ਰੋਫਿਟ ਆ ਜਾਏਗਾ। ਮਤਲਬ ਮੇਰੀ ਪੂੰਜੀ, ਮੇਰਾ ਪ੍ਰੋਫਿਟ ਹੋਇਆ, ਸਪੋਜ਼ ਕਰੋ ਜੇ ਉੱਪਰ ਮੈਂ ਪੀਰੀਅਡ ਅਕਾਊਂਟ ਕੀਤਾ ਸੀ ਆਪਾਂ ਨੇ, ਜੇ ਮੇਰਾ ਪ੍ਰੋਫਿਟ ਹੋਇਆ, ਠੀਕ ਹੈ, ਇਹ ਤਾਂ ਮੈਂ ਉਰੇ ਪਾਉਣਾ, ਠੀਕ ਹੈ, ਕਿਉਂਕਿ ਮੈਂ ਇਹ ਸਾਈਡ ਵੱਧ ਸੀ, ਇਹ ਸਾਈਡ ਘੱਟ ਸੀ, ਤਾਂ ਮੈंने ਉਹਨੂੰ ਬੈਲੈਂਸ ਨਾਲ ਹੀ ਉਰੇ ਪਾਤਾ, ਫਿਰ ਇਹ ਕ੍ਰੈਡਿਟ ਬੈਲੈਂਸ ਬਣ ਜਾਂਦਾ, ਠੀਕ ਹੈ। ਜੇ ਇਹ ਵੱਧ ਹੁੰਦਾ, ਇਹ ਘੱਟ ਹੁੰਦਾ, ਤਾਂ ਇਹ ਮੇਰਾ ਕੈਰੀ ਡਾਊਨ ਉਰੇ ਆ ਜਾਂਦਾ, ਤਾਂ ਇਹ ਡੈਬਿਟ ਬੈਲੈਂਸ ਬਣ ਜਾਂਦਾ। ਉਰੇ ਕੀ ਮੰਨਿਆ ਜਾਂਦਾ? ਨੈਟ ਲੋਸ, ਠੀਕ ਹੈ। ਜੇ ਉਰੇ ਨੈਟ ਪ੍ਰੋਫਿਟ ਸੀ, ਠੀਕ ਹੈ, ਮਤਲਬ ਕਿ ਮੇਰੀ ਕੈਪੀਟਲ ਵੱਧ ਗਈ, ਠੀਕ ਹੈ ਨਾ। ਉੱਪਰ ਅਸੀਂ ਪੜ੍ਹ ਕੇ ਆਏ ਹਾਂ, ਸਾਡੀ ਫਾਈਨੈਂਸ਼ੀਅਲ ਸਟਰੈਂਥ ਵੱਧਦੀ ਹੈ, ਠੀਕ ਹੈ। ਫਾਈਨੈਂਸ਼ੀਅਲ ਸਟਰੈਂਥ ਕਿਵੇਂ ਪਤਾ ਲੱਗਦੀ ਹੈ? ਸਾਡੀ ਕੈਪੀਟਲ ਦੇ ਵੱਧਣ ਤੋਂ ਹੀ ਪਤਾ ਲੱਗਦੀ ਹੈ। ਜਿੰਨਾ ਅਸੀਂ ਪੈਸਾ ਲਾਇਆ ਉਸ ਵਿੱਚ ਪ੍ਰੋਫਿਟ ਐਡ ਹੋ ਜਾਏਗਾ, ਹਮੇਸ਼ਾ ਪ੍ਰੋਫਿਟ ਜਿਹੜਾ ਐਡ ਹੋ ਜਾਂਦਾ, ਠੀਕ ਹੈ। ਪ੍ਰੋਫਿਟ ਆਪਾਂ ਐਡ ਕਰ ਦਾਂਗੇ ਉਰੇ, ਕੈਪੀਟਲ ਪਲੱਸ ਨੈਟ ਪ੍ਰੋਫਿਟ। ਜੇ ਲੋਸ ਹੋਇਆ ਤਾਂ ਲੈਸ ਕਰ ਦਾਂਗੇ। ਡਰਾਇੰਗਸ ਆ ਦੇਖੋ, ਬਿਜ਼ਨਸ ਐਂਟੀਟੀ ਕੰਸੈਪਟ ਲੱਗ ਗਿਆ ਉਰੇ, ਡਰਾਇੰਗਸ ਹਮੇਸ਼ਾ ਲੈਸ ਹੋਣਗੀਆਂ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਜਿਹੜਾ ਬਿਜ਼ਨਸ ਹੈ ਉਹ ਆਪਣੇ ਜਿਹੜੇ ਪਰਸਨਲ ਖਰਚਿਆਂ ਦਾ ਉਹਨੂੰ ਦੇਣੇ ਹੀ ਪੈਣਗੇ, ਤਾਂ ਇਸ 'ਚ ਡਰਾਇੰਗਸ ਮਾਈਨਸ ਹੋਣਗੀਆਂ, ਠੀਕ ਹੈ। ਤਾਂ ਹੀ ਉਹਨੂੰ ਪਤਾ ਲੱਗੇਗਾ ਮੇਰੀ ਕੈਪੀਟਲ ਕਿੰਨੀ ਹੈ, ਠੀਕ ਹੈ। ਤਾਂ ਉਰੇ ਕਿਹੜੀ ਆਉਣਗੀਆਂ? ਫਿਕਸ ਲਾਇਬਿਲਟੀਜ਼, ਕਰੰਟ ਲਾਇਬਿਲਟੀਜ਼। ਮੇਰੇ ਕੋਈ ਬਿੱਲ ਪੇਏਬਲ ਹੈ, ਉਹ ਮੇਰੇ ਕੀ ਹੈ? ਲਾਇਬਿਲਟੀ ਹੈ, ਲਾਇਬਿਲਟੀ ਹੈ ਨਾ, ਲਾਇਬਿਲਟੀ ਹੈ, ਠੀਕ ਹੈ। ਫਿਕਸ ਲਾਇਬਿਲਟੀਆਂ ਕਿਹੜੀਆਂ ਹੋ ਗਈਆਂ? ਕੋਈ ਮੈंने ਲੋਨ ਲਿੱਤਾ ਲੌਂਗ ਟਰਮ ਲਈ, ਉਹ ਮੇਰੀ ਕੀ ਹੋ ਗਈ? ਫਿਕਸ ਐਸੈਟ ਲਾਇਬਿਲਟੀ, ਫਿਕਸ ਐਸੈਟ ਨਹੀਂ, ਸੌਰੀ, ਫਿਕਸ ਲਾਇਬਿਲਟੀਜ਼ ਹੋ ਗਈਆਂ। ਫਿਕਸ ਐਸੈਟ ਤਾਂ ਉਰੇ ਆਣਗੇ, ਠੀਕ ਹੈ। ਉਰੇ ਕਿਹੜੇ ਹੈ? ਫਿਕਸ ਐਸੈਟ ਆਣਗੇ, ਕਰੰਟ ਐਸੈਟ ਆਣਗੇ। ਕਰੰਟ 'ਚ ਕੀ ਆ ਜਾਏਗਾ? ਕੈਸ਼, ਬੈਂਕ ਆ ਜਾਏਗਾ, ਠੀਕ ਹੈ, ਜਿਹੜੇ ਵਿਦਿਨ 1 ਈਅਰ ਲਈ ਹੋਣਗੇ। ਫਿਕਟੀਸ਼ੀਅਸ ਐਸੈਟ ਆ ਜਾਣਗੇ, ਠੀਕ ਹੈ। ਉਰੇ ਮੈਨੂੰ ਦੱਸੇਗਾ, ਉਰੇ ਮੈਨੂੰ ਸਾਰੇ ਫਿਕਸ ਐਸੈਟ ਕਿਹੜੇ ਹੋਣਗੇ? ਪਲਾਂਟ ਐਂਡ ਮਸ਼ੀਨਰੀ, ਲੈਂਡ ਐਂਡ ਬਿਲਡਿੰਗ, ਠੀਕ ਹੈ। ਇਹਨੂੰ ਆਪਾਂ ਟੋਟਲ ਕਰ ਦਾਂਗੇ। ਮੇਰੀ ਬੈਲੈਂਸ ਸ਼ੀਟ ਹਮੇਸ਼ਾ ਮਿਲਣੀ ਚਾਹੀਦੀ ਹੈ, ਇਹ ਦੋਨੋਂ ਦਾ ਟੋਟਲ ਹਮੇਸ਼ਾ ਸੇਮ ਆਉਣਾ ਚਾਹੀਦਾ ਹੈ। ਕਿਉਂ ਸੇਮ ਆਉਣਾ ਚਾਹੀਦਾ? ਕਿਉਂਕਿ ਤਾਂ ਹੀ ਮੇਰਾ ਬੈਲੈਂਸ ਸਹੀ ਰਹੇਗਾ। ਜੇ ਉਹਦੇ ਸਹੀ ਨਹੀਂ ਆ ਰਹੇ, ਤਾਂ ਮਤਲਬ ਤੁਹਾਨੂੰ ਜਿਹੜਾ ਉੱਪਰ PL ਅਕਾਊਂਟ ਬਣਾਇਆ, ਜਾਂ ਟ੍ਰੇਡਿੰਗ ਅਕਾਊਂਟ ਬਣਾਇਆ, ਜਾਂ ਟਰਾਇਲ ਬੈਲੈਂਸ ਬਣਾਇਆ, ਉਹ 'ਚ ਕਿੱਥੇ ਨਾ ਕਿਤੇ ਤੁਹਾਨੇ ਗਲਤੀ ਕੀਤੀ ਹੈ, ਠੀਕ ਹੈ, ਠੀਕ ਹੈ। ਇਹ ਉਰੇ ਐਸੈਟ 'ਚ ਕਿਹੜੀਆਂ ਅਮਾਊਂਟ ਆਉਣਗੀਆਂ? ਜੋ ਡੈਬਿਟ ਵਿੱਚ ਆ ਦੇਖੋ, ਜੋ ਡੈਬਿਟ ਵਿੱਚ ਜਿਹੜੀਆਂ ਇਸ ਸਾਈਡ ਨਹੀਂ ਆ ਰਹੀਆਂ। ਕੋਈ ਬੈਲੈਂਸ ਡੈਬਿਟ ਬੈਲੈਂਸ ਹੈ, ਅਤੇ ਜੇ ਉਹ ਐਕਸਪੈਂਸ ਨਹੀਂ ਹੈ, ਤਾਂ ਉਹ ਜਿਹੜਾ ਐਕਸਪੈਂਸ ਨਹੀਂ ਹੈ, ਬਾਕੀ ਜਿਹੜੀਆਂ ਅਮਾਊਂਟਸ ਹੈ ਜਿਹੜੀਆਂ ਐਕਸਪੈਂਸ ਨਹੀਂ ਹੈ, ਉਹ ਸਾਰੀਆਂ ਐਸੈਟ ਸਾਈਡ ਆ ਜਾਣਗੀਆਂ, ਠੀਕ ਹੈ। ਜਿਵੇਂ ਐਸੈਟ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ, ਕਰੰਟ ਦਾ ਵੀ ਡੈਬਿਟ ਬੈਲੈਂਸ ਹੁੰਦਾ, ਕੈਸ਼ ਇਨ ਹੈਂਡ, ਬੈਂਕ ਬੈਲੈਂਸ ਡੈਬਿਟ ਬੈਲੈਂਸ ਹੁੰਦਾ, ਠੀਕ ਹੈ। ਤੁਹਾਨੂੰ ਦੱਸਿਆ ਸੀ ਕੈਸ਼ ਬੁੱਕ ਦਾ ਹਮੇਸ਼ਾ ਡੈਬਿਟ ਬੈਲੈਂਸ ਹੁੰਦਾ, ਫਿਕਟੀਸ਼ੀਅਸ ਐਸੈਟ ਦਾ ਡੈਬਿਟ ਬੈਲੈਂਸ ਹੁੰਦਾ। ਉਹ ਸਾਰੀ ਅਮਾਊਂਟਸ ਉਰੇ ਆ ਜਾਣਗੀਆਂ। ਅਤੇ ਜਿਹੜੀ ਚੀਜ਼ ਉਰੇ ਕ੍ਰੈਡਿਟ ਹੋ ਰਹੀ ਹੈ, ਠੀਕ ਹੈ, ਕ੍ਰੈਡਿਟ ਹੋ ਰਹੀ ਹੈ, ਇਹ ਡੈਬਿਟ ਸਾਈਡ ਹੈ, ਕ੍ਰੈਡਿਟ ਸਾਈਡ ਹੈ ਨਾ। ਜਿਹੜੀ ਚੀਜ਼ ਕ੍ਰੈਡਿਟ ਹੋ ਰਹੀ ਹੈ, ਠੀਕ ਹੈ, ਜਿਹੜੀ ਚੀਜ਼ ਕ੍ਰੈਡਿਟ ਬੈਲੈਂਸ ਹੈ, ਮਗਰ ਉਹ ਇਨਕਮ ਨਹੀਂ ਹੈ ਮੇਰੀ, ਅਦਰ ਇਨਕਮ ਨਹੀਂ ਹੈ, ਠੀਕ ਹੈ। ਜੇ ਉਹ ਕ੍ਰੈਡਿਟ ਹੈ ਮਗਰ ਅਦਰ ਇਨਕਮ ਨਹੀਂ ਹੈ, ਉਹ ਸਾਰੀ ਅਮਾਊਂਟਸ ਮੇਰੀਆਂ ਅੱਗੇ ਲਾਇਬਿਲਟੀਜ਼ ਵਿੱਚ ਆ ਜਾਣਗੀਆਂ। ਸਿੰਪਲ 'ਚ ਗੱਲ ਕਰਾਂ ਮੈਂ, ਠੀਕ ਹੈ, ਠੀਕ ਹੈ ਫਰੈਂਡਸ। ਤਾਂ ਉਰੇ ਆਪਾਂ ਟੋਟਲ ਕਰਦੇ ਹਾਂ, ਟੋਟਲ ਹਮੇਸ਼ਾ ਮਿਲਣਾ ਚਾਹੀਦਾ, ਠੀਕ ਹੈ ਨਾ। ਟੋਟਲ ਹਮੇਸ਼ਾ ਮਿਲੇਗਾ, ਕਿਉਂਕਿ ਜਿਹੜੇ ਤੁਹਾਨੂੰ ਉੱਪਰ ਅਕਾਊਂਟ ਬਣਾਏ ਹੈ, ਉਹ ਤੁਹਾਡੇ ਜੇ ਮਿਲ ਰਹੇ ਨੇ, ਇਸਦਾ ਮਤਲਬ ਤੁਹਾਡੇ ਬੈਲੈਂਸ ਸ਼ੀਟ ਵੀ ਮਿਲ ਰਹੀ ਹੈ। ਇਹ ਬੈਲੈਂਸ ਸ਼ੀਟ ਹੈ, ਇਸ 'ਚ ਸਾਨੂੰ ਕੀ ਪਤਾ ਲੱਗ ਜਾਂਦਾ? ਸਾਡੀ ਲਾਇਬਿਲਟੀ ਪਤਾ ਲੱਗ ਜਾਂਦੀ ਹੈ। ਸਪੋਜ਼ ਕਿ ਪਿਛਲੇ ਸਾਲ 8,000 ਸੀ, ਇਸ ਸਾਲ ਸਾਡੀ 6,000 ਹੈ ਲਾਇਬਿਲਟੀ, ਦਾ ਮਤਲਬ ਲਾਇਬਿਲਟੀ ਪੇ ਹੋ ਰਹੀ ਹੈ, ਠੀਕ ਹੈ, ਪੇ ਹੋ ਰਹੀ ਹੈ। ਜਿਹੜਾ ਇਨਵੈਸਟ ਕਰ ਰਿਹਾ ਉਹਨੂੰ ਇਹ ਹੋ ਜਾਂਦਾ ਕਿ ਚੱਲ ਯਾਰ ਮੈਂ ਇਹ 'ਚ ਇਨਵੈਸਟ ਕਰ ਸਕਦਾ। ਤਾਂ ਇਸ ਮਤਲਬ ਬੈਲੈਂਸ ਸ਼ੀਟ ਕਿੰਨੀ ਵੱਡੀ ਚੀਜ਼ ਹੈ। ਤੁਹਾਡੇ ਐਸੈਟ ਹੈ ਯਾਰ, ਇਹਦੇ ਐਸੈਟ ਵੀ ਵੱਧ ਰਿਹਾ, ਇਹਦਾ ਮਤਲਬ ਮੁਨਾਫਾ ਵੱਧ ਰਿਹਾ, ਨੈਟ ਪ੍ਰੋਫਿਟ ਵੱਧ ਰਿਹਾ, ਇਹਦਾ ਮਤਲਬ ਹਾਂ ਅੱਛਾ ਹੈ ਬਿਜ਼ਨਸ ਇਹਦਾ, ਠੀਕ ਹੈ ਨਾ। ਬੰਦੇ ਨੂੰ ਆਪਣੀ ਸਟਰੈਂਥ ਵੀ ਪਤਾ ਲੱਗ ਜਾਂਦੀ ਹੈ। ਇੱਕ ਬਿਜ਼ਨਸ ਦਾ ਬੈਲੈਂਸ ਸ਼ੀਟ ਦੇਖਣ ਨਾਲ ਆਪਾਂ ਆਉਣ ਵਾਲੇ ਸਾਲ ਦਾ ਬੰਦਾ ਕਿੰਨੇ ਅੱਛੇ ਗੋਲ ਤਿਆਰ ਕਰ ਸਕਦਾ, ਠੀਕ ਹੈ ਫਰੈਂਡਸ। ਅਤੇ ਆਪਣੀ ਬੈਲੈਂਸ ਸ਼ੀਟ ਦੀ ਗੱਲ ਹੋ ਗਈ। ਕੌਣ ਯੂਜ਼ ਕਰਦਾ ਇਸ ਨੂੰ? ਇੱਕ ਤਾਂ ਮੈਨੇਜਮੈਂਟ ਯੂਜ਼ ਕਰਦੀ ਹੈ, ਠੀਕ ਹੈ। ਮੈਨੇਜਮੈਂਟ ਵਿਦ ਦੀ ਫਾਈਨਲ ਅਕਾਊਂਟਸ ਐਂਡ ਫਾਈਨੈਂਸ਼ੀਅਲ ਸਟੇਟਮੈਂਟ ਫੋਰ ਪ੍ਰੀਪੇਅਰ ਦੀ ਪਲਾਨ ਐਂਡ ਬਜਟ ਆਫ ਦੀ ਨੈਕਸਟ ਈਅਰ। ਇੱਕ ਤਾਂ ਮੈਨੇਜਮੈਂਟ ਯੂਜ਼ ਕਰਦੀ ਹੈ, ਇਨਵੈਸਟਰ ਯੂਜ਼ ਕਰਦੇ ਨੇ। ਇਨਵੈਸਟਰ ਕੀ ਯੂਜ਼ ਕਰਦੇ ਨੇ? ਇਨਵੈਸਟਰ ਆਰ ਦੀ ਪਰਸਨ ਹੂ ਇਨਵੈਸਟ ਦੇਅਰ ਮਨੀ ਇਨਟੂ ਦਾ ਬਿਜ਼ਨਸ ਬਿਫੋਰ ਮੇਕਿੰਗ ਐਨ ਇਨਵੈਸਟਮੈਂਟ। ਮੈਂ ਤੁਹਾਨੂੰ ਦੱਸਿਆ ਸੀ ਨਾ, ਬਿਫੋਰ ਮੇਕਿੰਗ ਐਨ ਇਨਵੈਸਟਮੈਂਟ ਦੇ ਵਾਂਟ ਟੂ ਨੋ ਦੀ ਅਰਨਿੰਗ ਕਪੈਸਿਟੀ। ਉਹਨਾਂ ਦੀ ਅਰਨਿੰਗ ਕਪੈਸਿਟੀ ਕਰਨੀ ਹੈ ਆਫ ਦੀ ਐਂਟਰਪ੍ਰਾਈਜ਼। ਜੇ ਉਹਨਾਂ ਦੀ ਅਰਨਿੰਗ ਕਪੈਸਿਟੀ ਅੱਛੀ ਹੋਏਗੀ ਤਾਂ ਹੀ ਤਾਂ ਉਹ ਇਨਵੈਸਟ ਕਰਨਗੇ ਨਾ। ਲੈਂਡਰਸ ਆਫ ਮਨੀ ਆਰ ਦੋਸ ਹੂ ਲੈਂਟ ਦੇਅਰ ਮਨੀ ਟੂ ਐਨ ਐਂਟਰਪ੍ਰਾਈਜ਼ਸ, ਠੀਕ ਹੈ ਨਾ। ਦੇ ਵਾਂਟ ਟੂ ਨੋ ਦੀ ਰਿਪੇਇੰਗ ਕਪੈਸਿਟੀ ਦੇਖਣ ਵਾਸਤੇ ਫਾਈਨਲ ਅਕਾਊਂਟਸ ਪ੍ਰੋਵਾਈਡ ਕਰਦੇ, ਆਲ ਦੀ ਇਨਫੋਰਮੇਸ਼ਨ ਪ੍ਰੋਵਾਈਡ ਕੀ ਕਰਦੀ ਹੈ ਫਾਈਨਲ ਅਕਾਊਂਟ, ਸਾਨੂੰ ਆਲ ਇਨਫੋਰਮੇਸ਼ਨ ਪਤਾ ਲੱਗ ਜਾਂਦੀ ਹੈ ਉਹਦੀ, ਠੀਕ ਹੈ। ਲੈਂਡ ਕਰਨੀ ਆਸਾਨ ਹੋ ਜਾਂਦੀ ਹੈ ਮਨੀ, ਮਤਲਬ ਜਿਹੜਾ ਪਰਸਨ ਕਰ ਰਿਹਾ ਉਹ ਲੈਂਡ ਕਰਨਾ ਆਸਾਨ ਹੋ ਜਾਏਗਾ ਨਾ। ਟੈਕਸੇਸ਼ਨ ਅਥਾਰਟੀਜ਼ ਮਤਲਬ ਕਲੈਕਟਿਡ ਟੈਕਸਿਸ ਫਰੋਮ ਦੀ ਬਿਜ਼ਨਸ ਔਨ ਨੈਟ ਪ੍ਰੋਫਿਟ ਆਫ ਦੀ ਈਅਰ। ਜਿਹੜੇ ਅਥਾਰਟੀ ਹੁੰਦੇ ਆ ਉਹ ਸਾਡਾ ਟੈਕਸ ਕਲੈਕਟ ਕਰਦੇ ਨੇ ਸਾਡੇ ਪ੍ਰੋਫਿਟ ਤੋਂ, ਨੈਟ ਪ੍ਰੋਫਿਟ ਤੋਂ ਸਾਡਾ ਟੈਕਸ ਨਿਕਲਦਾ ਨਾ, ਕਿ ਜੇ ਤੁਹਾਡਾ ਇੰਨਾ ਅਮਾਊਂਟ ਤੁਹਾਡਾ ਨੈਟ ਪ੍ਰੋਫਿਟ ਹੈ, ਇਹਦੇ ਉੱਪਰ ਇੰਨੇ % ਟੈਕਸ ਲੱਗੇਗਾ,
ਠੀਕ ਹੈ। ਤਾਂ ਆਪਾਂ ਨੂੰ ਫਾਈਨਲ ਅਕਾਊਂਟਸ ਬਣਾਉਣਾ ਪੈਂਦਾ। ਗਵਰਨਮੈਂਟ ਔਨ ਦ ਬੇਸਿਸ ਆਫ ਦੀ ਫਾਈਨੈਂਸ਼ੀਅਲ ਸਟੇਟਮੈਂਟ ਗਵਰਨਮੈਂਟ ਅਥਾਰਟੀਜ਼ ਡਿਟਰਮਾਈਨ ਦੀ ਪ੍ਰੋਗਰੈਸ ਆਫ ਦੀ ਵੇਰੀਅਸ ਇੰਡਸਟਰੀਜ਼ ਐਂਡ ਦੀ ਨੀਡ ਟੂ ਦੀ ਫਾਈਨੈਂਸ਼ੀਅਲ ਹੈਲਪ। ਠੀਕ ਹੈ। ਵੇਰੀਅਸ ਟੈਕਸੇਸ਼ਨ ਇਜ਼ ਲੀਵਡ ਬਾਈ ਦ ਗਵਰਨਮੈਂਟਸ ਆਫਟਰ ਐਨਾਲਾਈਜ਼ਿੰਗ ਦੀ ਫਾਈਨੈਂਸ਼ੀਅਲ ਸਟੇਟਮੈਂਟ। ਗਵਰਨਮੈਂਟ ਵੀ ਹੈਲਪਫੁਲ ਹੁੰਦੀ ਹੈ, ਉਹ ਇਹ ਦੇਖ ਲੈਂਦੀ ਹੈ ਉਹਨਾਂ ਨੇ ਕੋਈ ਹੈਲਪ ਕਰਨੀ ਹੈ ਇੰਡਸਟਰੀ ਨੂੰ, ਇਹ ਦੇਖਦਾ ਯਾਰ ਇਹਦਾ ਬਿਜ਼ਨਸ ਘਾਟੇ ਵਿੱਚ ਹੈ, ਸਾਨੂੰ ਹੈਲਪ ਕਰਨੀ ਚਾਹੀਦੀ ਹੈ। ਜਿਵੇਂ BSNL MTN ਮਰਜਡ ਹੋ ਗਏ ਤਾਂ ਤੁਹਾਨੂੰ ਇਹ ਪਤਾ ਹੈ ਉਹਨਾਂ ਨੇ ਉਹਨਾਂ ਦੇ ਅਕਾਊਂਟਸ ਦੇਖੇ ਹੋਣੇ, ਜਾਂ ਇਹਨਾਂ ਦੀ ਪ੍ਰੋਬਲਮ ਆ ਰਹੀ ਹੈ। ਠੀਕ ਹੈ, ਜੇ ਇਹਨਾਂ ਦੀ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ ਇਹਦੀ ਹੈਲਪ ਕਰਨੀ ਚਾਹੀਦੀ ਹੈ। ਇਹਨਾਂ ਦੀ ਹੈਲਪ ਕਰਨ ਲਈ ਆਪਾਂ ਅੱਗੇ ਉਹ ਕਰਦੇ ਹਾਂ ਕਿ ਆਪਾਂ ਨੂੰ ਫਾਈਨੈਂਸ਼ੀਅਲ ਅਕਾਊਂਟ ਤੋਂ ਹੀ ਪਤਾ ਲੱਗਦਾ ਨਾ ਕਿ ਇਹ ਬਿਜ਼ਨਸ ਘਾਟੇ 'ਚ ਜਾ ਰਿਹਾ ਸੀ, BSNL MTN 'ਚ ਘਾਟੇ 'ਚ ਜਾ ਰਿਹਾ ਸੀ, ਚੰਗਾ ਇਹਨੂੰ ਅਸੀਂ ਮਰਜ ਕਰਤਾ। ਕੋਈ ਆਪਾਂ ਨੇ ਡਿਸੀਜ਼ਨ ਲਿੱਤਾ, ਕਿਸ ਬਿਹਾਵ 'ਤੇ ਡਿਸੀਜ਼ਨ ਲਿੱਤਾ, ਆਪਾਂ ਨੇ ਫਾਈਨਲ ਅਕਾਊਂਟਸ ਨੂੰ ਦੇਖ ਕੇ ਡਿਸੀਜ਼ਨ ਲਿੱਤਾ ਨਾ, ਤਾਂ ਆਪਾਂ ਫਾਈਨਲ ਅਕਾਊਂਟਸ ਬਣਾਉਂਦੇ ਹਾਂ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ BSNL ਅਤੇ MTN ਦੀ। ਠੀਕ ਹੈ। ਅਦਰ ਪਾਰਟੀਜ਼ ਕਿਹੜੀਆਂ ਹੋ ਗਈਆਂ? ਬੈਂਕਾਂ ਤੁਹਾਡੇ ਫਾਈਨਲ ਅਕਾਊਂਟਸ ਮੰਗਦੇ ਨੇ। ਇੰਪਲੋਇਜ਼, ਕ੍ਰੈਡੀਟਰਸ, ਸਟਾਕ ਐਕਸਚੇਂਜ, ਰਿਸਰਚਰਸ, ਇਕਨੋਮਿਸਟ, ਕਸਟਮਰਸ ਐਕਸੈਕਟਰਾ। ਠੀਕ ਹੈ, ਇਹ ਲੋਕ ਮੰਗਦੇ ਨੇ। ਠੀਕ ਹੈ ਫਰੈਂਡਸ, ਤੋ ਇਸ ਲਈ ਆਪਾਂ ਫਾਈਨਲ ਅਕਾਊਂਟਸ ਤਿਆਰ ਕਰਦੇ ਹਾਂ। ਠੀਕ ਹੈ ਫਰੈਂਡਸ, ਜੇ ਤੁਹਾਨੂੰ ਮੇਰਾ ਅੱਜ ਦਾ ਲੈਕਚਰ ਅੱਛਾ ਲੱਗਿਆ ਹੋਵੇ, ਚੰਗਾ ਲੱਗਿਆ ਹੋਵੇ, ਕਿਰਪਾ ਕਰਕੇ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਿਓ। ਇਹ ਫਸਟ ਪਾਰਟ ਸੀ। ਸੈਕਿੰਡ ਪਾਰਟ 'ਚ ਤੁਹਾਨੂੰ ਮੈਂ ਇੱਕ ਪੂਰਾ ਨੁਮੈਰੀਕਲ ਕਰਕੇ ਦਿਖਾਵਾਂ, ਤੁਹਾਨੂੰ ਸਮਝ ਆ ਜਾਏਗਾ। ਠੀਕ ਹੈ ਫਰੈਂਡਸ, ਓਕੇ, ਥੈਂਕ ਯੂ।